ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਹਰ ਰੋਜ਼ ਆਪਣੇ ਟਾਈਮ ਤੇ ਅਸੀਂ ਅੱਪੜ ਜਾਂਦੇ ਹਾਂ। ਮੇਰਾ ਨਾਮ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਸਾਡੀ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਆ ਕਿ ਖਬਰਾਂ ਦੀਆਂ ਖਬਰਾਂ, ਗੱਲਾਂ ਦੀਆਂ ਗੱਲਾਂ ਤੇ ਉਹ ਵਾਲੇ ਮੁੱਦੇ ਜਿਹੜੇ ਕਿ ਆਮ ਤੌਰ ਤੇ ਹੋ ਸਕਦਾ ਕਿ ਤੁਸੀਂ ਇੱਧਰੋਂ ਉੱਧਰੋਂ ਸੁਣੇ ਹੋਣ ਜਾਂ ਨਾਮ ਹੀ ਸੁਣੇ ਹੋਣ ਕਿਸੇ ਵੇਲੇ, ਉਹ ਆਪ ਜੀ ਦੀ ਨਜ਼ਰ ਕਰ ਦਈਏ ਤਾਂ ਜੋ ਥੋੜ੍ਹੀ ਜਿਹੀ ਇੱਕ ਬੈਟਰ ਅੰਡਰਸਟੈਂਡਿੰਗ ਹੋਵੇ ਕਿ ਵੀ ਦੁਨੀਆ 'ਚ ਕੀ ਚੱਲ ਰਿਹਾ, ਦੇਸ਼ ਦੁਨੀਆ 'ਚ ਕੀ ਚੱਲ ਰਿਹਾ, ਆਪਣੇ ਆਸ-ਪਾਸ ਕੀ ਚੱਲ ਰਿਹਾ। ਕੁਝ ਅੱਜ ਵੀ ਗੱਲਾਂ ਬਾਤਾਂ ਕਰਾਂਗੇ। ਇੱਕ ਤਾਂ ਯੂਕਰੇਨ ਰਸ਼ੀਆ ਦੇ ਵਿੱਚ ਕੀ ਕੁਛ ਹੋ ਰਿਹਾ ਜੀ, ਇਸ ਤੋਂ ਇਲਾਵਾ ਜੇ ਆਪਾਂ ਪੰਜਾਬ ਦੀ ਗੱਲ ਕਰਾਂਗੇ ਇਲੈਕਸ਼ਨ ਤੋਂ ਬਾਅਦ ਦਾ ਸਿਨੈਰੀਓ, ਇਸ ਤੋਂ ਇਲਾਵਾ 2-3 ਧਰਨੇ ਪ੍ਰਦਰਸ਼ਨ ਹੁਣ ਦੁਬਾਰਾ ਚੱਲਣ ਲੱਗ ਪਏ, ਉਹਨਾਂ ਦੀ ਗੱਲ ਵੀ ਕਰਾਂਗੇ ਅਤੇ ਭਾਰਤ ਦੇਸ਼ ਮਹਾਨ ਦਾ ਇਸ ਵਕਤ ਜਿਹੜਾ ਸਟੈਂਡ ਹੈ ਉਹਦੇ 'ਤੇ ਕੀ ਗੱਲਬਾਤ ਬਣਦੀ ਆ ਉਹਦੀ ਗੱਲ ਵੀ ਹੋਊਗੀ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਾਰੇ ਮੌਜਾਂ ਠੀਕ ਨੇ? ਜਜਾਰੇ ਨਹੀਂ ਲੈਂਦੇ? ਨਹੀਂ, ਥੋੜ੍ਹਾ 2-3 ਦਿਨ ਹੋਏ ਮੀਂਹ ਪੈਂਦਾ। ਅੱਛਾ, ਆ ਮੀਂਹ ਤੋਂ ਤੁਸੀਂ ਬਹੁਤ ਘਬਰਾਉਂਦੇ ਆ। ਇਹ ਵੈਸੇ ਬੜੀ ਅਜੀਬ ਗੱਲ ਹੈ, ਪਰ ਚਲੋ ਦੇਖੋ ਮਹਾਰਾਜ, ਜਿਹੜੇ ਬੰਦੇ ਨੇ ਨਾ ਬਾਹਰ ਕੰਮ ਕਰਨ ਦਾ, ਤੁਹਾਡਾ ਕੰਮ ਆ ਕੁਰਸੀ ਦਾ ਅੰਦਰ ਬਹਿ ਕੇ, ਉਸ ਬੰਦੇ ਨੂੰ ਪਤਾ ਕਿ ਮੀਂਹ ਪੈ ਗਿਆ, ਦਿਹਾੜੀ ਟੁੱਟ ਗਈ। ਜੇ ਤੁਸੀਂ ਕੋਠੇ ਦੇ ਟਾਈਲਾਂ ਲਾਉਣੇ ਦੱਸੋ ਉਹੀ ਗੱਲਾਂ ਨਹੀਂ ਤਾਂ ਹੋ ਸਕਦਾ ਮਹਾਰਾਜ, ਪਰ ਕੈਨੇਡਾ ਦੇ ਵਿੱਚ ਆ ਕੇ ਹੋਰ ਇੱਥੇ ਮੈਨੀਅਰ ਥੋੜ੍ਹਾ ਲੱਗਣਾ ਮੈਂ। ਨਹੀਂ ਉੱਦਾਂ ਕਹੋ ਬਾਠ ਸਾਹਿਬ ਵੀ ਵੈਸੇ ਪਤਾ ਨਹੀਂ ਉੱਦਾਂ ਕਹੋ, ਨਹੀਂ ਕਿੱਦਾਂ ਕਹੋ, ਉੱਦਾਂ ਕਹੋ ਕਹਿੰਦਾ ਉੱਦਾਂ ਕਹੋ ਵੀ ਵੈਸੇ ਪਤਾ ਨਹੀਂ ਕਣੀਆਂ ਜਿਹੀਆਂ ਤੋਂ ਤੁਸੀਂ ਘਬਰਾ ਜਾਂਦੇ ਆ। ਪਰ ਚਲੋ ਠੀਕ, ਆਪੋ ਆਪਣਾ ਸੁਭਾਅ ਆ। ਇੱਕ ਗੱਲ ਮੈਂ ਸੋਚਦਾ ਸੁਭਾਅ ਨਹੀਂ ਹੁੰਦਾ ਸੰਧਾਲੀਆ ਸਾਹਿਬ, ਮੈਂ ਦੱਸਦਾ ਕਣੀਆਂ ਤੋਂ ਕਿਉਂ ਬੰਦਾ ਘਬਰਾ ਜਾਂਦਾ। ਹੁਣ ਤੁਸੀਂ ਮਹਿੰਗੇ ਭਾਅ ਦਾ ਰੇਨਕੋਟ ਲੈ ਲੈਣਾ, ਤੁਸੀਂ ਬਾਹਰ ਦੇਖਣਾ ਉੱਧਰ ਉਹ ਛਿੱਟ ਛੌੜਾ, ਨਾਲ ਹੀ ਤੁਸੀਂ ਉੱਪਰ ਦੀ ਉਹ ਪਾ ਲੈਣਾ, ਨਾਲ ਹੀ ਬੈਗ ਦੇ ਵਿੱਚ ਕੱਪੜੇ ਹੋਰ ਰੱਖ ਲੈਣੇ, ਘਰ ਆ ਕੇ ਵੀ ਕਹਿਣਾ ਕੋਈ ਗੱਲ ਨਹੀਂ, ਗਿੱਲੇ ਆ ਤਾਂ ਗਿੱਲੇ, ਦੂਜੀ ਵਰਦੀ ਪਾ ਲਈ। ਹੁਣ ਜਿਹੜੇ ਬੰਦੇ ਕੋਲ ਹੈ ਹੀ ਉਹ ਜਾਣ ਆਉਣ ਦੇ ਲਈ, ਉਹ ਬੰਦੇ ਨੇ ਕਿਉਂਕਿ ਆ ਤਾਂ ਕੰਮ ਵਾਲੇ ਆ, ਤੁਸੀਂ ਇੱਧਰ ਨੂੰ ਆਉਣਾ ਹੀ ਨਹੀਂ ਤੁਸੀਂ ਆਉਣਾ ਹੀ। ਇਸ ਕਰਕੇ ਜਿਹੜੇ ਬੰਦੇ ਕੋਲ ਆਉਣ ਜਾਣ ਨੂੰ ਉਹਨੇ ਫਿਰ ਕਹਿਣਾ ਯਾਰ ਆ ਗਿੱਲੇ ਹੋ ਗਏ, ਸਵੇਰੇ ਕੀ ਪਾਉਣੇ ਆ। ਚਲੋ ਮੰਨ ਲੈਂਦੇ ਬਾਨੇ ਆ, ਜਿੰਨੇ ਕੋ ਮਰਜ਼ੀ ਲਾ ਲਵੇ ਬੰਦਾ। ਮੈਂ ਇਹ ਗੱਲ ਕਰਦਾ ਸੀ ਵੀ ਅੱਜ ਤੋਂ 10 ਕੁ ਦਿਨ ਪਹਿਲਾਂ ਤੱਕ ਜਦੋਂ ਅਜੇ ਆ ਯੂਕਰੇਨ ਵਾਲਾ ਰੌਲਾ ਨਹੀਂ ਸੀ ਪਿਆ, ਉਦੋਂ ਮੈਂ ਵੇਖਿਆ ਵੀ ਉਹਨਾਂ ਹੀ ਪਿੰਡਾਂ 'ਚ, ਉਹਨਾਂ ਹੀ ਸ਼ਹਿਰਾਂ 'ਚ, ਉਹਨਾਂ ਗਲੀ ਮੁਹੱਲਿਆਂ ਦੇ ਵਿੱਚ ਪਹਿਲਾਂ ਵਰਗੂ ਤਾਂ ਨਹੀਂ, ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਉਹ ਗੱਲ ਸੀਗੀ ਵੀ ਆਪਾਂ ਤਾਂ ਐਤਕੀ ਫਲਾਣੇ ਨੂੰ ਵੋਟ ਪਾਉਣੀ। ਨਹੀਂ ਉਹ ਨਹੀਂ ਕੁਛ ਵੀ ਬੰਦੇ ਲੈ ਤੂੰ ਉਹ ਯਾਰ ਆਪਾਂ ਤਾਂ ਫਿਰ ਫਲਾਣੇ ਦੇ ਨਾਲ ਖਲੋਤੇ ਹਾਂ। ਇੱਕ ਥੋੜ੍ਹਾ ਉਹ ਸੀਗਾ ਵੀ ਅਸੀਂ ਫਲਾਨੀ ਪਾਰਟੀ ਦੇ, ਅਸੀਂ ਢੀਂਗੜੀ ਪਾਰਟੀ ਦੇ। ਪਹਿਲਾਂ ਜਿੰਨਾ ਨਹੀਂ ਮੈਂ ਕਹਿ ਰਿਹਾ, ਪਰ ਫਿਰ ਵੀ ਜਿੰਨਾ ਕੁ ਹੁੰਦਾ ਹੀ ਆ। ਹੁਣ ਤੁਸੀਂ ਦੇਖੋ ਵੀ ਅਜੇ ਰਿਜ਼ਲਟ ਆਉਣਾ, ਪਤਾ ਨਹੀਂ ਲੱਗਾ ਅਜੇ ਵੀ ਉਦੋਂ ਜਿਹੜੀ ਵੋਟ ਪਾਈ ਨਹੀਂ ਪਾਈ ਉਹਦਾ ਕੀ ਬਣਿਆ ਕੀ ਨਹੀਂ ਬਣਿਆ, ਉਹ ਤਾਂ 10 ਤਰੀਕ ਨੂੰ ਪਤਾ ਲੱਗਣਾ। ਪਰ ਜੋ ਇਸ ਵਕਤ ਯੂਕਰੇਨ ਰਸ਼ੀਆ 'ਚ ਘਟ ਰਿਹਾ, ਉਹਦਾ ਕਰਕੇ ਜਿਹੜੇ ਲੋਕ ਫਸੇ ਨੇ, ਖਾਸ ਕਰਕੇ ਨਿਆਣੇ ਜਿਹੜੇ ਉੱਥੇ ਪੜ੍ਹਨ ਗਏ ਉਹ ਫਸੇ ਨੇ, ਉਹਦਾ ਕਰਕੇ ਹਰੇਕ ਨੂੰ ਲੱਗਦਾ ਉਹ ਯਾਰ ਉਹ ਮੁੰਡਾ ਸਾਡੇ ਮਹੱਲੇ ਦਾ, ਉਹ ਯਾਰ ਉਹ ਸਾਡੇ ਪਿੰਡੋਂ ਕੁੜੀ ਹੈ ਨਾ, ਉਹ ਯਾਰ ਉਹ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ। ਹੁਣ ਦੇਖੋ ਲੋਕਾਂ ਨੂੰ ਇੰਨੀ ਛੇਤੀ ਚੇਤਾ ਭੁੱਲ ਗਿਆ ਵੀ ਕੋਈ ਕਾਂਗਰਸੀ, ਕੋਈ ਅਕਾਲੀ, ਕੋਈ ਭਾਜਪਾ ਵਾਲਾ, ਕੋਈ ਆਪ ਵਾਲਾ ਰਿਹਾ ਹੀ ਨਹੀਂ। ਗੱਲ ਤਾਂ ਸਿਰਫ ਇੰਨੀ ਕੁ ਹੁੰਦੀ ਆ। ਅਤੇ ਜਦੋਂ ਉਹ ਫੇਸ ਚੱਲਦਾ, ਇਹਦਾ ਮਤਲਬ ਲੀਡਰ ਉਦੋਂ ਦਵਾਈ ਇਹੋ ਜਿਹੀ ਭਰ ਦਿੰਦੇ ਵੀ ਆਪਾਂ ਨੂੰ ਆਹ ਜਿਹੜੀਆਂ ਗੱਲਾਂ ਭੁੱਲ ਜਾਂਦੀਆਂ, ਅਤੇ ਲੀਡਰ ਮਾੜੇ ਜਿਹੇ ਲਾਂਭੇ ਹੋਏ ਨਹੀਂ, ਨਾਲ ਹੀ ਇਨਸਾਨੀਅਤ ਸਾਹਮਣੇ ਆ ਜਾਂਦੀ। ਸੰਧਾਲੀਆ ਸਾਹਿਬ ਤੁਸੀਂ ਨੁਕਤਾ ਚੰਗਾ ਹੋਇਆ ਕਿ ਪੈਂਦੀ ਸੱਟੇ ਹੀ ਚੰਗਾ ਫੜ ਲਿਆ। ਤੁਸੀਂ ਇਹ ਦੇਖੋ ਕਿ ਲੀਡਰ ਕਹਿੰਦੇ ਸੀ ਕਿ ਅਸੀਂ ਸਾਰਾ ਕੁਛ, ਜਿਹੜੀ ਪਿਛਲੀ ਸਰਕਾਰ ਕਾਂਗਰਸ ਦੀ ਲੰਘੀ ਹੈ, ਉਹ ਕਹਿੰਦੇ ਸੀ ਅਸੀਂ ਬਹੁਤ ਵਧੀਆ ਕੰਮ ਕਰਤਾ ਐਜੂਕੇਸ਼ਨ ਦੇ ਪੱਖ ਤੋਂ। ਉਹਦੇ ਤੋਂ ਪਿਛਲੀ ਬਾਦਲ ਸਾਹਿਬ ਦੀ ਸਰਕਾਰ ਵਾਲੇ ਵੀ ਕਹਿੰਦੇ ਸੀ ਅਸੀਂ ਬਹੁਤ ਵਧੀਆ ਕਰਤਾ। ਵਿਰੋਧੀ ਧਿਰਾਂ ਵਾਲੇ ਵੀ ਕਹਿੰਦੇ ਆ ਕਿ ਅਸੀਂ ਚੰਗੇ ਮੁੱਦੇ ਚੱਕੇ ਆ ਜੀ, ਗੱਲ ਹੀ ਕੋਈ ਨਹੀਂ। ਜੇ ਕੇਂਦਰ ਸਰਕਾਰ ਨੂੰ ਪੁੱਛੀਏ, ਡਾਕਟਰ ਮਨਮੋਹਨ ਸਿੰਘ ਵਾਲੀ ਨੂੰ ਵੀ, ਅਤੇ ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਾਲੀ ਨੂੰ ਵੀ, ਉਹ ਵੀ ਕਹਿੰਦੇ ਜੀ ਵੀ ਸਿਰਾ ਲੱਗ ਗਿਆ ਵੀ ਇਹਦੇ ਤੋਂ ਗਾਹਾਂ ਤਾਂ ਹੁਣ ਕੁਛ ਹੋ ਹੀ ਨਹੀਂ ਸਕਦਾ, ਕਰਨਾ ਕੀ ਹੈ। ਪਰ ਇਹਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਬਾਰ-ਬਾਰ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਤਾਂ ਸਾਨੂੰ ਧੜਿਆਂ 'ਚ ਵੰਡਿਆ ਜਾਂਦਾ, ਇੱਕ ਵੀ ਲੀਡਰ, ਮੈਂ ਕਹਿੰਦਾ ਕਿ ਹੋ ਸਕਦਾ ਕਿਸੇ ਨੇ ਮਾੜਾ ਮੋਟਾ ਨਹੁੰ 'ਤੇ ਪਾਉਣ ਜੋਗੀ ਗੱਲ ਕੀਤੀ ਹੋਵੇ, ਕੀ ਕਿਸੇ ਨੇ ਇਹ ਗੱਲ ਆਪਣੇ ਭਾਸ਼ਣਾਂ ਦੇ ਵਿੱਚ ਕਹੀ ਸੀ, ਇਸ਼ਤਿਹਾਰਾਂ ਦੇ ਵਿੱਚ ਕਿਸੇ ਨੇ ਛਾਪੀ ਸੀ ਕਿ ਜੀ ਤੁਹਾਡੇ ਪਿੰਡਾਂ ਦੇ ਵਿੱਚ ਡਾਕਟਰਾਂ ਦੀ ਗਿਣਤੀ ਘੱਟ ਹੈ, ਜਿੰਨੇ ਪੰਜਾਬ ਦੇ ਲੋਕਾਂ ਨੂੰ ਡਾਕਟਰ ਚਾਹੀਦੇ ਆ ਉਨੇ ਹੈ ਨਹੀਂ, ਅਤੇ ਅਸੀਂ ਸੀਟਾਂ ਵਧਾਵਾਂਗੇ, ਸਸਤੀ ਡਾਕਟਰੀ ਦੀ ਸਿੱਖਿਆ ਦੇਵਾਂਗੇ, ਜਿਹਦੇ ਨਾਲ ਕਿ ਤੁਹਾਡੇ ਕੋਲ ਫੋੜਾ ਫੈਂਸੀ ਹੋਵੇ, ਕੋਈ ਬਜ਼ੁਰਗ ਨੂੰ, ਕਿਸੇ ਬੱਚੇ ਨੂੰ ਦਵਾ ਦਾਰੂ ਦੀ ਲੋੜ ਹੋਵੇ ਤਾਂ ਤੁਹਾਡੇ ਘਰ ਦੇ ਨੇੜੇ ਹੀ ਡਾਕਟਰ ਹੋਵੇ। ਕਿਉਂਕਿ ਇੱਕ ਤਾਂ ਇਹ ਨਾ ਕਿ ਹਸਪਤਾਲ ਬਣਾਵਾਂਗੇ, ਡਾਕਟਰ ਕਿੱਥੋਂ ਲਿਆਵਾਂਗੇ? ਡਾਕਟਰ ਫਿਰ ਯੂਕਰੇਨ ਤੋਂ ਲਿਆਉਣੇ ਆ। ਯੂਕਰੇਨ ਤੋਂ ਕਿਉਂ ਲਿਆਉਣੇ ਆ? ਕਿਉਂਕਿ ਸਾਡੇ ਬੱਚੇ ਉੱਥੇ ਪੜ੍ਹਨ ਜਾਂਦੇ ਆ। ਸਾਡੇ ਬੱਚੇ ਉੱਥੇ ਪੜ੍ਹਨ ਇਸ ਕਰਕੇ ਜਾਂਦੇ ਆ ਕਿਉਂਕਿ MBBS ਉੱਥੇ 20 ਲੱਖ 'ਚ ਹੁੰਦੀ ਹੈ, ਸਾਡੇ ਇੱਥੇ ਜੇ ਕਰਨੀ ਹੋਵੇ ਤਾਂ ਕਰੋੜ 'ਚ ਹੁੰਦੀ ਹੈ। ਹੁਣ ਇਸੇ ਹੀ ਕਰਕੇ ਸੰਧਾਲੀਆ ਸਾਹਿਬ 4000 ਹਰ ਸਾਲ ਬੰਦਾ ਯੂਕਰੇਨ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਭਾਰਤ ਆਉਂਦਾ, ਇੱਥੇ ਆ ਕੇ ਰਜਿਸਟ੍ਰੇਸ਼ਨ ਦੀ ਯਤਨ ਕਰਦਾ। ਹੁਣ ਸਵਾਲ ਤਾਂ ਆਪਾਂ ਪਹਿਲਾਂ ਵੀ ਕਈ ਵਾਰ ਚੱਕਿਆ ਕਿ ਆਪਾਂ ਕਿਹਾ ਸੀ ਕਿ ਲੋਕਾਂ ਦੇ ਮੁੱਦਿਆਂ ਦੇ ਨਾਲ ਲੋਕ ਚਿਪਕ ਕੇ ਰਹਿਣ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੀਡਰਾਂ ਨੇ ਤੁਹਾਨੂੰ ਮੁੱਦਿਆਂ ਤੋਂ ਪਰੇ ਲਿਜਾਣਾ, ਖੰਡ ਦੇ ਦਿਆਂਗੇ,
ਤੇਲ ਦੇ ਦਿਆਂਗੇ, ਘਿਓ ਦੇ ਦਿਆਂਗੇ, ਆਟਾ ਦੇ ਦਿਆਂਗੇ, ਦਾਲ ਦੇ ਦਿਆਂਗੇ, 1000 ਰੁਪਈਆ ਦੇ ਦਿਆਂਗੇ, 2000। ਮੈਂ ਕਹਿੰਦਾ ਕਿ ਇੱਕ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਹੈ, ਜੇ ਆਪਾਂ ਵਿਧਾਨ ਸਭਾ ਦੀਆਂ ਚੋਣਾਂ 'ਚ ਕੀਤੇ ਵਾਅਦਿਆਂ ਦੇ ਨਾਲ ਤੁਲਨਾ ਕਰਨੀ ਹੋਵੇ ਮੌਜੂਦਾ ਸਥਿਤੀ ਦੀ, ਵੱਧ ਤੋਂ ਵੱਧ ਬੀਬੀਆਂ ਨੂੰ 2100 ਦਾ ਐਲਾਨ ਹੋਇਆ ਸੀ ਨਾ, 2100 ਦਾ, ਉਸ ਹਿਸਾਬ ਦੇ ਨਾਲ 25000 ਰੁਪਈਆ ਬਣਦਾ ਮਸੀਂ ਕਿ ਸਾਲ ਦਾ ਤੁਹਾਨੂੰ 25000 ਦੇ ਦੇਵਾਂਗੇ। ਨਹੀਂ ਤਾਂ ਕਈਆਂ ਨੇ 1000 ਕਿਹਾ ਸੀ, ਉਹ 12000 ਬਣਦਾ ਹੈ। ਜੇ ਮੰਨ ਲਓ ਕਿ ਆਪਾਂ ਉਹਦੇ ਵਿੱਚ 10 ਸਿਲੰਡਰ ਵੀ ਪਾ ਲਈਏ, ਫੇਰ ਵੀ ਕਿੰਨਾ, ਜਾਣੀ ਕਿ ਕੁੱਲ ਮਿਲਾ ਕੇ ਸਾਲ ਦਾ 40-50 ਤੋਂ ਵੱਧ ਨਹੀਂ ਬਣਦਾ। ਤੇ ਜੇ ਉਸੇ ਹੀ ਘਰ ਦੇ ਲੋਕ ਇਹ ਸੋਚ ਕੇ ਵੋਟਾਂ ਪਾਉਣਗੇ ਕਿ ਸਾਨੂੰ 25000 ਰੁਪਈਆ ਦੇਣਾ ਹੈ, ਮੰਨ ਲਓ ਕਿ ਉਸ ਟੱਬਰ ਦਾ ਇੱਕ ਇੱਕ ਬੱਚਾ ਪੜ੍ਹਨ ਨੂੰ ਚੰਗਾ ਹੈ, ਉਹ ਡਾਕਟਰ ਬਣਨ ਦੀ ਸਮਰੱਥਾ ਰੱਖਦਾ ਹੈ, ਉਹ MBBS ਕਰ ਸਕਦਾ ਹੈ, ਤੇ ਜਦੋਂ ਉਹਨੇ ਦੇਖਣਾ ਜੀ ਮੈਨੂੰ ਤਾਂ ਕਰੋੜ ਰੁਪਈਆ ਫੀਸ ਲੱਗਦੀ ਹੈ, ਤੇ ਫਿਰ ਉਹ ਆਖੂਗਾ ਜੀ 20 ਲੱਖ ਰੁਪਈਆ ਉੱਥੇ ਲੱਗਦੀ ਹੈ। ਉਦੋਂ ਵੋਟਾਂ ਦੇ ਵਿੱਚ ਸਿਆਸਤਦਾਨਾਂ ਦਾ ਵੀ ਮੁੱਦਾ ਇਹ ਚਾਹੀਦਾ ਸੀ, ਸਾਡੇ ਲੋਕਾਂ ਦਾ ਵੀ ਇਹ ਮੁੱਦਾ ਚਾਹੀਦਾ ਸੀ ਕਿ ਜੇ ਯੂਕਰੇਨ 'ਚ 20 ਲੱਖ 'ਚ MBBS ਹੋ ਸਕਦੀ ਹੈ, ਤੁਸੀਂ 15 ਲੱਖ 'ਚ ਦਿਓ, ਕਿਉਂਕਿ ਤੁਸੀਂ ਪਹਿਲਾਂ ਦੇ ਆਜ਼ਾਦ ਹੋਏ ਆ। ਉਦੋਂ ਅਸੀਂ ਇਹ ਮੁੱਦਾ ਫੜਿਆ ਨਹੀਂ, ਤੇ ਅੱਜ ਸਾਡੇ ਬੱਚੇ ਉੱਥੇ ਆਧੇ 'ਚ ਫਸੇ ਫਿਰਦੇ ਆ। ਇਹ ਦੇਖੋ ਨਾ, ਇੱਕ ਥਾਂ ਤੋਂ ਗੱਲ ਚੱਲਦੀ ਆ ਤੇ ਉਹ ਘੁੰਮਦੀ ਘਮਾਉਂਦੀ ਕਈ ਥਾਈਂ ਜਾਂਦੀ ਹੈ ਜੀ। ਅੱਜ ਦੀ ਡੇਟ 'ਚ ਇੱਕ ਬਹੁਤ ਵੱਡਾ ਰੌਲਾ ਕਿ ਵੀ ਯਾਰ ਮਹਾਰਾਜ ਨਾ ਕਿਸੇ ਨੂੰ ਬਿਮਾਰ ਨਾ ਕਰੇ, ਵੀ ਜੇ ਦੁਸ਼ਮਣ ਵੀ ਕਿਤੇ ਹਸਪਤਾਲ ਚਲੇ ਗਿਆ ਨਾ ਤੇ ਅਗਲਾ ਨੇ ਲੀੜੇ ਐਸੇ ਲਾਉਣੇ ਆ ਵੀ ਮੁੜ ਕੇ 2 ਸਾਲ ਟੱਬਰ ਮਲਤਾਬ ਨਹੀਂ ਆਉਂਦਾ। ਉਹ ਕਿਉਂ ਆ? ਉਹ ਇਸ ਕਰਕੇ ਆ ਵੀ ਕਿਉਂਕਿ ਹੁਣ ਜੇ ਮੰਨ ਲਓ ਤੁਸੀਂ ਇਸ ਗੱਲ ਦੀ ਗੱਲ ਕਰੀ ਵੀ ਇੱਕ ਹਸਪਤਾਲ ਹੈ, ਡਾਕਟਰ ਸਾਹਿਬ ਦਾ ਸੁਖਨਾ ਮੁੰਡਾ ਜਵਾਨ ਆ, ਉਹ ਕਹਿੰਦੇ ਵੀ ਕਾਕਾ ਬਣਾਉਣਾ ਤੇ ਤੈਨੂੰ ਡਾਕਟਰ ਹੀ ਪੈਣਾ, ਕਿਉਂਕਿ ਹੁਣ ਹਸਪਤਾਲ ਤੇ ਬਣਿਆ, ਹੁਣ ਇਹ ਆਪਾਂ ਕਿਹਨੂੰ ਦੇਣਾ। ਉਹ ਕਹਿੰਦੇ ਵੀ ਪਾਪਾ ਮੈਂ ਕਰ ਤੂੰ ਲੇਤਾ ਹੂੰ, ਲੇਕਿਨ ਉਹ ਇਤਨੀ ਫੀਸ ਮੰਗਦੇ, ਕੋਈ ਗੱਲ ਨਹੀਂ, ਕਹਿੰਦੇ ਚੱਕ ਕਰੋੜ ਰੁਪਈਆ, 1.5 ਕਰੋੜ ਵੀ ਲਾ ਦਿਆਂਗੇ। ਹੁਣ 1.5 ਕਰੋੜ ਲਾ ਕੇ ਜਦੋਂ ਅਗਲਾ ਨੇ ਡਾਕਟਰ ਬਣਾ ਕੇ ਮੁੰਡਾ ਲੈ ਆਉਣਾ, ਤੇ ਉਦੋਂ ਬਾਅਦ ਉਹ ਜਿਹੜਾ ਮਤਲਬ 1.5 ਕਰੋੜ ਦੀ ਇਨਵੈਸਟਮੈਂਟ ਦੇ ਹਿਸਾਬ ਨਾਲ ਮੁੰਡੇ ਨੇ ਇੱਕ ਸਪੈਸ਼ਲਿਸਟ ਵੀ ਬਣ ਜਾਣਾ, ਫਿਰ ਉਹਦੇ ਲਈ ਕਮਰਾ ਸਜਾ, 2-4 ਮਸ਼ੀਨਾਂ, 3-4 ਸਟਾਫ ਲਾ ਕੇ, ਤੇ ਜੇ ਬਾਪੂ ਨਹੀਂ ਜਾਣ ਉੱਥੇ ਤੋਂ ਆਖਣ ਵੀ ਮੈਂ ਪਰਚੀ 10 ਦੀ ਕਟਾਉਣੀ ਹੋ ਤੇ ਮੈਨੂੰ 20 ਦੀ ਦਵਾਈ ਦੇ ਦੇ, ਤੇ ਗੱਲ ਹੋਣੀ ਨਹੀਂ। ਮੈਂ ਨਹੀਂ ਕਹਿੰਦਾ ਵੀ ਉਹ ਗਲਤ ਕਰਦੇ ਆ, ਆਪਾਂ ਇਹ ਗੱਲ ਕਰ ਰਹੇ ਵੀ ਇੱਕ ਚੀਜ਼ ਨੂੰ ਜਦੋਂ ਬਣਾ ਹੀ ਮਹਿੰਗਾ ਦਿੱਤਾ, ਅਗਲਾ ਕਹਿੰਦਾ ਵੀ ਮੈਂ ਇੰਨੇ ਕਰੋੜਾਂ ਦੀ ਜੇ ਐਜੂਕੇਸ਼ਨ ਲਈ ਆ, ਮੈਂ ਪੜ੍ਹਾਈ ਕੀਤੀ, ਇੰਨੀ ਮੇਰੀ ਲਿਆਕਤ ਆ, ਤੇ ਅੱਜ ਦੀ ਡੇਟ 'ਚ ਤੂੰ ਮੈਨੂੰ ਆਖੇ ਵੀ ਤੂੰ ਮੈਨੂੰ ਹੁਣ 50 'ਚ ਮੋੜ ਦੇ ਦਵਾਈ ਦੇ ਕੇ ਵੀ, ਤੇ ਉਦੋਂ ਬਾਅਦ 15 ਦਿਨ ਬਾਅਦ ਮੈਨੂੰ ਫੋਨ ਤੇ ਹੀ ਪੁੱਛ ਲੈ ਵੀ ਦਵਾਈ ਹੁਣ ਮੈਂ ਲੈ ਲਵਾਂ ਕਿ ਨਾ ਲੈ ਲਵਾਂ। ਮੇਰਾ ਖਿਆਲ ਇਸ ਵਕਤ ਜਿਹੜਾ ਖਾਸ ਕਰਕੇ ਹੈਲਥ ਸਿਸਟਮ ਦੇ ਵਿੱਚ ਲੋਕ ਪਿਸ ਰਹੇ ਆ, ਉਹਦੀ ਕਿਤੇ ਸ਼ੁਰੂਆਤ ਇੱਥੋਂ ਤਾਂ ਨਹੀਂ ਹੁੰਦੀ, ਇਹ ਵੀ ਵੇਖਣ ਦੀ ਲੋੜ ਹੈ। ਨਹੀਂ, ਇਹ ਵੀ ਗੱਲ ਤੁਸੀਂ ਚੰਗੀ ਚੁੱਕੀ, ਅੱਜ ਤੁਸੀਂ ਠੀਕ ਗੱਲਾਂ ਕਰ ਰਹੇ ਹੋ। ਨਹੀਂ ਫਰਕ ਪੈ ਗਿਆ, ਮੈਂ ਕੁਦਰਤੀ ਮੀਂਹ ਵੇਚਦੀ ਲੰਘ ਆ ਨਾ, ਉਦੋਂ ਉਹ ਕਦੇ ਕਣੀ ਡਿੱਗ ਪਈ, ਕਦੇ ਤਾਲ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ ਨਾ ਕਿ ਜਿੱਦਾਂ ਦਾ ਅਸੀਂ ਖਾਂਦੇ ਹਾਂ, ਜੋ ਅਨਾਜ ਹੈ ਪੰਜਾਬ ਦਾ, ਜਿੱਦਾਂ ਦਾ ਸਾਡੇ ਦੁੱਧ ਦੇ ਵਿੱਚ ਜਿਹੜੀਆਂ ਚੀਜ਼ਾਂ ਹੁਣ ਪੈ ਰਹੀਆਂ, ਜਿੱਦਾਂ ਦੀਆਂ ਸਾਡੀਆਂ ਬਾਕੀ ਖਾਣ ਪੀਣ ਵਾਲੀਆਂ ਸਜਾਵਟੀ ਚੀਜ਼ਾਂ ਬਣ ਰਹੀਆਂ, ਸਿਹਤ ਤਾਂ ਸਾਡੀ ਖਰਾਬ ਹੀ ਹੈ। ਬਿਮਾਰੀ ਸਾਨੂੰ ਲੱਗਣੀ ਹੈ, ਬਿਮਾਰੀ ਦਾ ਇਲਾਜ ਹਸਪਤਾਲ ਹੋਣਾ, ਹਸਪਤਾਲ ਦੇ ਵਿੱਚ ਡਾਕਟਰ ਨੇ ਕੰਮ ਕਰਨਾ ਹੈ, ਕੰਮ ਕਰਨ ਵਾਲੇ ਨੇ ਕਰੋੜ ਰੁਪਈਏ 'ਚ MBBS ਕੀਤੀ ਹੈ, ਫਿਰ ਉਹਨੇ 10 ਕਰੋੜ ਦਾ ਹਸਪਤਾਲ ਬਣਾਇਆ, ਜਿਹਨੇ ਕਰੋੜ ਰੁਪਈਏ ਦੀ MBBS ਕੀਤੀ ਹੈ, 16000 ਰੁਪਈਏ ਡਾਕਟਰ ਸਰਕਾਰੀ ਦਾ ਨਹੀਂ ਉਹ ਭਰਤੀ ਹੁੰਦਾ, ਹੋਣਾ ਵੀ ਨਹੀਂ ਚਾਹੀਦਾ। ਜਾਣੀ ਕਿਹੜਾ ਬੰਦਾ ਜਾਣੀ ਕਿਸੇ ਵੀ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦੀ, ਫਿਰ ਤਾਂ ਉਹਦੀ ਸਾਰੀ ਉਮਰ ਫੀਸ ਹੀ ਨਹੀਂ ਪੂਰੀ ਹੋਣੀ। ਜੇ ਮੁੜ ਕੇ 50000 ਰੁਪਈਆ ਵੀ ਤਨਖਾਹ ਕਰ ਦੇਣਗੇ ਤਾਂ ਵੀ ਫੀਸ ਨਹੀਂ ਪੂਰੀ ਹੋਣੀ। ਪਿੱਛੇ ਜੇ ਸੀਗੀ ਇੱਕ ਚਰਚਾ ਚੱਲਦੀ, ਉਹ ਕਹਿੰਦੇ ਜੀ ਅਸੀਂ ਨਾ ਹੁਣ 65000 ਕਰ ਦੇਣੀ ਆ, ਥੋੜੇ ਜਿਹੇ ਚਿਰ ਬਾਅਦ ਅਸੀਂ ਲੱਖ ਤਨਖਾਹ ਦਿਆ ਕਰਨੀ। ਹੁਣ ਮੈਂ ਸੋਚਦਾ ਵੀ ਜੇ ਮੰਨ ਲਓ 1.25 ਕਰੋੜ ਦੇ ਵਿੱਚ ਅਗਲੇ ਨੇ ਪੜ੍ਹਾਈ ਕੀਤੀ ਹੈ, ਤੇ ਤੁਸੀਂ ਉਹਨੂੰ ਜੇ ਤਨਖਾਹ ਦਿੰਦੇ ਹੋ ਤੇ ਲੱਖ ਵੀ ਦੇ ਦਿੰਦੇ ਹੋ, ਤੇ ਸਾਲ ਦੇ ਵਿੱਚ ਉਹਨੇ ਆਖਣਾ ਜੀ 12 ਲੱਖ ਬਣਿਆ, ਤੇ ਹੁਣ ਤੁਸੀਂ ਆਪ ਹਿਸਾਬ ਲਾਓ ਵੀ 10 ਸਾਲਾਂ 'ਤੇ ਜਾ ਕੇ ਉਹਦੇ ਉਹੀ ਮੁੜਨੇ ਆ ਜਿਹੜੇ ਪੜ੍ਹਾਈ ਤੇ, ਜੇ ਉਹ ਰੋਟੀ ਨਾ ਖਾਵੇ, ਕੁਛ ਨਾ ਕਰੇ। ਤੇ ਹੁਣ 10 ਸਾਲ ਦੇ ਵਿੱਚ ਤੇ ਫੀਸ ਦੇ ਮੁੜਨੇ, ਤੇ 10 ਸਾਲਾਂ 'ਚੋਂ 1.25 ਕਰੋੜ ਕਿੰਨੇ ਦਾ ਬਣ ਜਾਣਾ ਜੇ ਵਿਆਜੀ ਹੋਵੇ। ਤੇ ਫਿਰ ਅਗਲਾ ਬੰਦਾ ਆਂਦਾ ਵੀ ਨਹੀਂ ਮਹਾਰਾਜ 500 ਦੇ ਦਿਓ ਜੀ, ਪਰਚੀ ਇੰਨੇ ਦੀ ਕਟਾ ਕੇ, ਤੇ ਬਾਕੀ ਟੈਸਟ ਬਾਹਰੋਂ ਕਰਾ ਕੇ, ਫਿਰ ਆ ਦਵਾਈ ਲਿਖਤੀ ਥੱਲੇ ਹੀ ਮੈਡੀਕਲ ਸਟੋਰ ਉੱਥੋਂ ਹੀ ਲੈ ਲਿਓ। ਤੇ ਉਹ ਫਿਰ ਜਦੋਂ ਬੰਦਾ ਆਮ ਜਾਂਦਾ ਵੀ ਯਾਰ ਵਾਹਵਾ ਹੀ ਪੈਸੇ ਲੈ ਲਏ ਡਾਕਟਰ ਨੇ ਥੋੜ੍ਹਾ ਲੈ ਲਏ, ਉਹਦੇ ਆਪਾਂ ਨੂੰ ਇਹ ਚੇਤਾ ਕਰਨਾ ਵੀ ਉਹ ਖੂਹ ਅਸਲ 'ਚ ਪੁੱਟਿਆ ਕਹਿੰਦੇ ਆ, ਜਿਹਦੇ ਵਿੱਚ ਪਹਿਲਾਂ ਉਹ ਆਪ ਡਿੱਗਾ ਉਹ, ਫਿਰ ਨਿਆਣੇ ਡਿੱਗੇ ਹੋਣਗੇ, ਤੇ ਉਦੋਂ ਬਾਅਦ ਉਹ ਕੱਲਾ ਮਰੀਜ਼ ਸੁੱਟੀ ਜਾਓ। ਹੁਣ ਸੰਧਾਲੀਆ ਸਾਹਿਬ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਦਖੋਈ ਕਰਦੇ ਹਾਂ ਕਿਸੇ ਦੀ। ਦੇਖੋ ਚਰਚਾ ਚੱਲਦੀ ਆ ਜੀ ਭਾਰਤ ਦੇ ਵਿੱਚ ਫੀਸਾਂ ਘੱਟ ਕਿਉਂ ਨਹੀਂ, ਮੈਡੀਕਲ ਕਾਲਜ ਵਧਾ ਦਿਓ, ਸੀਟਾਂ ਵਧਾ ਦਿਓ। ਆਖੇ ਜੀ ਥੋੜੀਆਂ ਸੀਟਾਂ ਨੇ ਭਾਰਤ 'ਚ, ਵਧਾ ਦਿਓ। ਜੇ ਇੱਥੇ ਪਾਰਲੀਮੈਂਟ ਵੱਡੀ ਬਣ ਸਕਦੀ ਹੈ, ਰੈਲੀਆਂ ਦੇ ਲਈ ਮੰਗ ਹੋ ਸਕਦੀ ਕਿ ਖੋਲ੍ਹ ਦਿਓ, ਰੈਲੀਆਂ ਕਰਨ ਦਿਓ ਸਾਨੂੰ, ਉਹਨਾਂ ਦੀ ਥਾਂ ਵੱਡੀ ਹੋ ਸਕਦੀ ਹੈ। ਜੇ ਪਾਰਟੀਆਂ ਦੀ ਮੈਂਬਰਸ਼ਿਪ ਸਭ ਤੋਂ ਵੱਡੀ ਹੋ ਸਕਦੀ ਹੈ, MBBS ਦੀਆਂ ਸੀਟਾਂ ਵੀ ਵੱਧ ਸਕਦੀਆਂ। ਜਾਣੀ ਜਿਹੜਾ ਬੱਚਾ ਭਾਰਤ ਦੇ ਵਿੱਚ ਸੀਟ ਨਹੀਂ ਮਿਲੀ, ਯੂਕਰੇਨ ਚਲੇ ਗਿਆ, ਜਾਰਜੀਆ ਚਲੇ ਗਿਆ, ਉੱਥੇ 25 ਲੱਖ 'ਚ MBBS ਹੁੰਦੀ ਹੈ, ਉੱਥੋਂ ਪਾਸ ਕਰਕੇ ਆ ਕੇ ਭਾਰਤ ਦਾ ਟੈਸਟ ਪਾਸ ਕਰਦਾ, ਇਹਦਾ ਮਤਲਬ ਬੱਚਾ ਯੋਗ ਹੈ। ਜੇ ਯੋਗ ਹੈ ਤਾਂ ਫਿਰ ਸੀਟਾਂ ਵਧਾ ਕੇ ਉਹਨੂੰ ਭਾਰਤ 'ਚ ਪੜ੍ਹਾਓ। ਵੈਸੇ ਵੀ ਹੁਣ ਅਗਲੇ ਸਾਲ ਤੋਂ
ਕਿਉਂਕਿ ਜਿਹੜਾ ਯੂਕਰੇਨ ਜਾਰਜੀਆ ਤੋਂ ਮੈਂ MBBS ਕਰਕੇ ਆਉਂਦਾ ਉਹਨੂੰ ਭਾਰਤ 'ਚ ਇੱਕ ਵਿਸ਼ੇਸ਼ ਟੈਸਟ ਪਾਸ ਕਰਨਾ ਪੈਂਦਾ, ਸਾਰਿਆਂ ਤੋਂ ਹੁੰਦਾ ਵੀ ਨਹੀਂ। ਅਗਲੇ ਸਾਲ ਤੋਂ ਤਾਂ ਜਿਹੜਾ ਭਾਰਤ ਦੇ ਵਿੱਚ ਵੀ ਪੜੂਗਾ ਉਹਨੂੰ ਵੀ ਟੈਸਟ ਪਾਸ ਕਰਨਾ ਪੈਣਾ। ਸੀਟਾਂ ਵਧਾਓ, ਤੁਹਾਡੇ ਪੈਸੇ 4 ਇੱਥੇ ਰਹਿਣਗੇ। ਇੱਕ ਸੰਧਾਲੀਆ ਸਾਹਿਬ ਮੈਂ ਹੋਰ ਦੱਸ ਦਿੰਦਾ, ਅੱਜ ਜਾਰਜੀਆ ਦੇ ਵਿੱਚ ਕਹਿੰਦੇ ਜੀ 20,000 ਬੱਚਾ ਇੱਥੇ ਆਪਣੇ ਯੂਕਰੇਨ 'ਚ 18,000 ਬੱਚਾ ਵਿੱਚੋਂ ਡਾਕਟਰੀ ਦੀ ਪੜ੍ਹਾਈ ਕਰਦਾ ਹੈ। ਉਹ ਇਕੱਲੀ 20 ਲੱਖ ਰੁਪਈਆ ਫੀਸ ਨਹੀਂ ਦਿੰਦਾ, ਉਹ ਕਿਤੇ ਕਿਰਾਏ ਤੇ ਰਹਿੰਦਾ, ਉੱਥੇ ਕਿਰਾਇਆ ਵੀ ਦਿੰਦਾ ਹੈ, ਉਹ ਉੱਥੋਂ ਰੋਟੀ ਵੀ ਖਾਂਦਾ ਹੈ, ਉੱਥੋਂ ਸਾਬਣ ਤੇਲ ਵੀ ਖਰੀਦਦਾ ਹੈ। ਜੇ ਕਿਤੇ ਪਰਿਵਾਰ ਦਾ ਕੋਈ ਜੀ ਪਿੱਛੇ ਜਾਂਦਾ ਤੇ ਉਹਨੂੰ ਮਾੜਾ ਮੋਟਾ ਕਮਾਉਂਦਾ ਵੀ ਹੈ। ਮੈਂ ਕਹਿੰਦਾ ਕਿ ਭਾਰਤ ਸਰਕਾਰ ਜਾਰਜੀਆ ਤੋਂ ਯੂਕਰੇਨ ਤੋਂ ਸਿੱਖਦੀ ਵੀ ਹੋਏਗੀ, ਅਸੀਂ ਮਾੜਾ ਨਹੀਂ ਕਹਿੰਦੇ। ਤੁਸੀਂ ਆਗਰੇ ਦੇ ਨੇੜੇ ਮੈਡੀਕਲ ਕਾਲਜ ਖੋਲ੍ਹੋ, ਤੁਸੀਂ ਅੰਮ੍ਰਿਤਸਰ ਦੇ ਨੇੜੇ ਹੋਰ ਮੈਡੀਕਲ ਕਾਲਜ ਖੋਲ੍ਹੋ, ਜਿੱਥੇ ਜਿੱਥੇ ਕਿਤੇ ਖੁੱਲ੍ਹਦੇ ਆ ਖੋਲ੍ਹੋ। ਉਹਦੇ ਨਾਲ ਇੱਕ ਤਾਂ ਵਿਦੇਸ਼ਾਂ 'ਚੋਂ ਬੱਚੇ ਤੁਹਾਡੇ ਪੜ੍ਹਨ ਆਉਣ, ਇੱਥੇ ਉਹ ਪੜ੍ਹਨ ਆਉਣਗੇ, ਤੁਹਾਨੂੰ ਫੀਸ ਦੇ ਕੇ ਜਾਣਗੇ, ਕਣਕ ਤੁਹਾਡੀ ਖਰੀਦ ਕੇ ਰੋਟੀ ਖਾਣਗੇ, ਦਾਲਾਂ ਤੁਹਾਡੇ ਤੋਂ ਲੈਣਗੇ। ਉਹਨਾਂ ਦੇ ਟੱਬਰ ਦਾ ਕੋਈ ਜੀ ਪਿੱਛੇ ਵਿਜ਼ਿਟ ਕਰਨ ਆਊਗਾ, ਉਹ ਤੁਹਾਡੇ ਦੁਰਗਿਆਣਾ ਮੰਦਿਰ ਵੀ ਜਾਊ, ਉਹ ਸ਼੍ਰੀ ਦਰਬਾਰ ਸਾਹਿਬ ਵੀ ਜਾਊ, ਉਹ ਰਾਮ ਤੀਰਥ ਵੀ ਜਾਊ, ਉਹ ਵਾਲਮੀਕ ਮੰਦਿਰ ਵੀ ਜਾਊ, ਉਹ ਬਾਗੇ ਬਾਰਡਰ ਵੀ ਜਾਊ, ਉਹ ਕਿਤੇ ਢਾਬੇ ਤੋਂ ਰੋਟੀ ਵੀ ਖਾਣਗੇ, ਉਹ ਕਿਤੇ ਉਹ ਟੈਕਸੀ ਵੀ ਕਰਨਗੇ, ਉਹ ਹੋਟਲ ਦੇ ਕਮਰੇ ਦੇ ਵਿੱਚ ਵੀ ਰਹਿਣਗੇ। ਨਾਲੇ ਪੁੰਨ ਤੇ ਨਾਲੇ ਫਲੀਆਂ ਹੋ ਜਾਣਗੀਆਂ, ਸਾਡੇ ਵਿਦਿਆਰਥੀ ਤੇ ਇੱਥੇ ਪੜ੍ਹਨਗੇ। ਹੁਣ ਇੱਕ ਹੋਰ ਅਚਾਨਕ ਖਬਰਾਂ ਆਉਂਦੀਆਂ ਜੀ, ਸੁਰੰਗਾਂ 'ਚ ਬੜੇ ਹੋਏ ਨੇ ਸਾਡੇ ਵਿਦਿਆਰਥੀ, ਬੰਕਰਾਂ 'ਚ ਬੜੇ ਹੋਏ ਨੇ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਮਜਬੂਰੀ ਦੀ ਹਾਲਤ ਦੇ ਵਿੱਚ ਸਾਡੇ ਬੱਚੇ ਉੱਥੇ ਜਾਂਦੇ ਆ। ਭਾਰਤ ਦੇ ਵਿੱਚ ਕਿਹੜੇ ਕਾਲਜ ਦੇ ਥੱਲੇ ਸੁਰੰਗ ਹੈ ਜੀ ਦੱਸੋ? ਭਾਰਤ ਦੇ ਕਿਹੜੇ ਕਾਲਜ ਜਾਂ ਸਕੂਲ ਦੇ ਥੱਲੇ ਬੰਕਰ ਹੈ? ਕਿਤੇ ਵੀ ਨਹੀਂ, ਕਿਉਂਕਿ ਉੱਥੇ ਹਰ ਸਾਲ ਜੰਗ ਦਾ ਖਤਰਾ ਮੰਡਰਾਇਆ ਰਹਿੰਦਾ। ਉਹਨਾਂ ਨੇ ਪ੍ਰਬੰਧ ਕੀਤਾ ਕਿ ਭਾਈ ਆਰਜੀ ਤੌਰ ਤੇ ਮਾੜਾ ਮੋਟਾ ਬਚਾਅ ਹੋ ਸਕੇ। ਤੇ ਜੇ ਸਾਡੇ ਬੱਚੇ ਸਿਰਫ ਇਸ ਕਰਕੇ ਕਿ ਉੱਥੇ ਫੀਸ ਘੱਟ ਆ ਤੇ ਉਸ ਦੁਨੀਆ ਦੇ ਖਿੱਤੇ ਦੇ ਵਿੱਚ ਜਾ ਕੇ 5-5 6-6 ਸਾਲ ਲੱਖਾਂ ਰੁਪਈਆ ਦੇ ਕੇ ਪੜ੍ਹਨ ਦੇ ਲਈ ਮਜਬੂਰ ਹੈ, ਤਾਂ ਫਿਰ ਸਾਨੂੰ ਥੋੜਾ ਬਹੁਤ ਤਾਂ ਸੋਚਣਾ ਚਾਹੀਦਾ ਸੀ। ਪਿਛਲੇ 20-25 ਸਾਲਾਂ ਦੇ ਵਿੱਚ ਇਸ ਮੁੱਦੇ ਤੇ ਕੰਮ ਨਹੀਂ ਹੋ ਸਕਿਆ। ਸਾਨੂੰ ਮੈਨੂੰ ਲੱਗਦਾ ਕੁਦਰਤ ਨੇ ਸਬਕ ਦਿੱਤਾ, ਅਸੀਂ ਅੱਗੇ ਹੀ ਕਰ ਲਈਏ। ਇਹ ਕਰ ਲੈਣਾ, ਹੁਣ ਕੋਈ ਚੱਕਰ ਨਹੀਂ। ਇੱਧਰ ਧਿਆਨ ਹੋ ਗਿਆ, ਆਪਾਂ ਹੁਣ ਮੈਡੀਕਲ ਕਾਲਜ ਖੋਲ੍ਹ ਦੇਣੇ ਆ। ਫਿਰ ਉਦੋਂ ਬਾਅਦ ਅੱਜ ਜਿੰਨਾ ਤੁਸੀਂ ਬਿਜ਼ਨਸ ਦੱਸਿਆ ਨਾ ਵੀ ਕਿੱਥੇ ਕਿੱਥੇ ਉਹਨਾਂ ਨੇ ਖਰਚਾ ਕਰਨਾ, ਇਹ ਸਾਰੀਆਂ ਚੀਜ਼ਾਂ ਵੀ ਨਾਲ ਖੋਲ੍ਹਣੀਆਂ ਪੈਣੀਆਂ। ਹੁਣ ਇਹ ਤਾਂ ਸਾਨੂੰ ਮਤਲਬ ਮੁਮਕਿਨ ਨਹੀਂ ਹੋ ਸਕਦਾ ਕਿ ਵੀ ਕੋਈ ਜਵਾਕ ਜੇ ਆਇਆ ਤੇ ਉਹ ਮਤਲਬ ਦੂਜੇ ਦੀ ਹੱਟੀ ਤੋਂ ਜਾ ਕੇ ਸੌਦਾ ਖਰੀਦ ਲਵੇ। ਉਹ ਹੱਟੀਆਂ ਵੀ ਸਾਨੂੰ ਪਾਉਣੀਆਂ ਪੈਣੀਆਂ, ਪ੍ਰਬੰਧ ਸਾਰਾ ਇਹ ਕਰਨਾ ਪੈਣਾ। ਇਹ ਦੇਖੋ ਬੜਾ ਹੁਣ ਨਾ ਨੰਗਾ ਚਿੱਟਾ ਸੱਚ ਬਣ ਚੁੱਕਾ ਵੀ ਕਾਰੋਬਾਰ ਜਿਹੜਾ ਬਣਾ ਲਿਆ ਨਾ ਵੀ ਆਪਾਂ ਲੀਡਰ ਬਣ ਜਾਈਏ, ਪਾਵਰ ਹੋਵੇ ਕੋਲ, ਫਿਰ ਜਿਹੜਾ ਮਰਜ਼ੀ ਕਾਰੋਬਾਰ ਕਰ ਲਓ, ਬੜਾ ਸੌਖਾ ਕਰਨਾ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਮੇਰੇ ਖਿਆਲ ਨਾਲ ਵੱਖ-ਵੱਖ ਕਰਨ ਦੀ ਲੋੜ ਆ ਵੀ ਜਾਂ ਆਪਾਂ ਚੌਧਰ ਲੈ ਲਈਏ ਜੀ, ਜਾਂ ਕਾਰੋਬਾਰੀ ਬਣ ਜਾਈਏ। ਹੁਣ ਕਾਰੋਬਾਰੀ ਤੇ ਨਾਲ ਦੀ ਨਾਲ ਚੌਧਰ ਜਿਹੜੀ ਇਕੱਠੀ ਹੋ ਗਈ ਨਾ, ਮੇਰੇ ਖਿਆਲ ਨਾਲ ਇਹ ਜੋੜ ਤੋੜ ਸਭ ਤੋਂ ਮਾੜਾ। ਤੇ ਇਹਦਾ ਕਰਕੇ ਤੁਸੀਂ ਆਪ ਦੇਖੋ ਨਾ ਵੀ ਜੇ ਮੰਨ ਲਓ ਅੱਜ ਮੈਂ ਇਨਵੈਸਟਮੈਂਟ ਕੀਤੀ ਆ ਤੇ ਮੈਂ ਤਾਂ ਇਹੋ ਦੇਖੂੰਗਾ ਨਾ ਵੀ ਓਕੇ ਜੀ ਮੈਂ 25 ਲਾਇਆ ਤੇ ਮੈਂ ਹੁਣ 1 ਕਰਨਾ ਹੀ। 1 ਕਰੋੜ 'ਚ ਨਹੀਂ ਮੈਂ ਗੱਲ ਕਰ ਰਿਹਾ, ਇਹਨੂੰ ਤੁਸੀਂ ਥੋੜ੍ਹੀ ਜਿਹੀ ਵਧਾ ਲਿਓ ਗੱਲਬਾਤ ਜੀ, ਕਿਉਂਕਿ 25 ਕਰੋੜ 'ਚ ਤੇ ਮਾਂ ਗੱਲ ਹੀ ਬਣਦੀ। ਹੁਣ ਜੇ ਉਹ ਅਗਲਾ ਬੰਦਾ 25 ਦੇ ਹਿਸਾਬ ਨਾਲ 1 ਦੀ ਗੱਲ ਕਰਦਾ ਤੇ ਚਲੋ 75 ਤੱਕ ਤੇ ਅਪੜੂਗਾ ਨਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਅਗਲੀ ਵਾਰ 25 ਦਾ 35 ਲੱਗ ਜਾਣਾ ਮੇਰਾ, ਤੇ ਫਿਰ ਮੈਨੂੰ ਦੁਬਾਰਾ ਉਸ ਦਾ ਸਵਾ ਕਰਨਾ ਪਵੇ। ਉਹ ਤੇ ਰੁੱਝਾ ਵਿਚਾਰਾ ਇਹਨਾਂ ਕੰਮਾਂ ਦੇ ਵਿੱਚ। ਜੇ ਤੁਸੀਂ ਆਖੋ ਵੀ ਤੁਸੀਂ ਫਿਰ ਜਨਾਬ ਹੁਣ ਕਾਲਜ ਖੋਲ੍ਹਦੇ, ਉਹ ਦਫਾ ਕਰਕੇ ਇਹਦੇ ਕੋਲੇ ਟਾਈਮ, ਰੇਤ ਕਿੱਥੋਂ ਮਿਲਦੀ ਹੈ? ਓਕੇ ਫਲਾਨੀ ਥਾਂ ਦੇ ਖੱਡ ਹੈਗੀ, ਢਿੰਡ ਥਾਂ ਦੇ ਜੰਗਲ ਥਾਂ ਨਿਕਲਦੀ ਹੈ, ਤੇ ਓਕੇ ਅੱਛਾ ਯਾਰ ਪਿੰਡ ਕੋਈ ਐਸਾ ਬਚਾ ਜਿੱਥੇ 2 ਠੇਕੇ ਨਹੀਂ ਹੈਗੇ, ਨਹੀਂ ਤੇ ਫਿਰ ਇੱਕ ਦਾ ਬਾਹਰ ਅੱਡੇ 'ਤੇ ਖੋਲ੍ਹ ਦਿਓ ਯਾਰ, ਕੰਮ ਤੇ ਚੱਲੇ ਨਾ। ਹੁਣ ਇਸ ਸੋਚ ਦੇ ਵਿੱਚੋਂ ਜੇ ਤੁਸੀਂ ਕੱਢ ਕੇ ਆਪਾਂ ਆਖੀਏ ਵੀ ਰਾਤੋਂ ਰਾਤ ਆਪਾਂ ਦੇਸ਼ ਨੂੰ ਉੱਪਰ ਚੁੱਕਣ ਦੇ ਹਿਸਾਬ ਨਾਲ ਗੱਲਾਂ ਕਰਨ ਲੱਗ ਪਈਏ, ਨਿਆਣੇ ਪੜ੍ਹਾ ਦਿਓ ਵੀ ਲੋਕਾਂ ਦੇ, ਇਹ ਪੋਸੀਬਲ ਨਹੀਂ ਹੈਗਾ। ਮਾਫੀ ਚਾਹਾਂਗਾ। ਨਹੀਂ ਠੀਕ ਹੈ, ਮਾਫ ਤਾਂ ਅਸੀਂ ਕੌਣ ਹੁੰਦੇ ਆ ਤੁਹਾਨੂੰ ਮਾਫ ਕਰਨ ਵਾਲੇ? ਮੈਂ ਤਾਂ ਹੀ ਕਿਹਾ ਜਨਤਾ ਹੀ ਕਰਦੀ ਹੁੰਦੀ, ਕਿਉਂਕਿ ਬੱਚਿਆਂ ਵੱਡੇ ਹੋ ਜਾਣਾ, ਉਹਨਾਂ ਵੀ ਕੱਲ੍ਹ ਨੂੰ ਇਲੈਕਸ਼ਨ ਲੜਨੀ, ਉਹਨਾਂ ਦਾ ਖਰਚਾ ਵੱਖਰਾ ਪੈ ਜਾਣਾ ਉੱਪਰ। ਉਦੋਂ ਤਾਂ ਕੀ ਪਤਾ ਗਾਂ ਮਤਲਬ ਇਹ ਜਿਹੜੇ ਵੋਟਾਂ ਪਾਉਣ ਵਾਲੇ ਨੇ ਹੁਣ 2000 ਮੰਗਦੇ, 5000 ਵੀ ਮੰਗ ਸਕਦੀ। ਇਨਵੈਸਟਮੈਂਟ ਬਹੁਤ ਵੱਡੀ ਹੈ। ਆ ਦੇਖ ਲਓ ਜੀ, ਲੀਡਰ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਕਹਿੰਦੇ ਕਿ ਲੋਕ ਪੈਸੇ ਮੰਗਦੇ ਆ। ਨਹੀਂ, ਮੇਰੀ ਬੇਨਤੀ ਸੁਣ ਲਿਓ। ਹੁਣ ਮੈਂ ਕਹਿੰਦਾ ਕਿ ਐਤਕੀ ਵੋਟਾਂ ਦਾ ਨਤੀਜਾ ਅਜੇ ਆਉਣਾ ਹੈ। ਜੇ ਤਾਂ ਵੋਟਾਂ ਦੇ ਨਤੀਜੇ ਤੋਂ ਮਗਰੋਂ ਬਹੁਤੇ ਬੰਦੇ ਨੇ ਰੌਲਾ ਪਾ ਲਿਆ ਕਿ ਪੈਸੇ ਸਾਡੇ ਉੱਦਾਂ ਹੀ ਗਏ, ਫਿਰ ਇਹਦਾ ਮਤਲਬ ਹੈ ਕਿ ਤੁਸੀਂ ਪੈਸੇ ਲਏ ਨਹੀਂ, ਜਾਂ ਵੋਟਾਂ ਤੁਸੀਂ ਆਪਣੇ ਬੁੱਧੀ ਤੇ ਵਿਵੇਕ ਦੇ ਮੁਤਾਬਕ ਪਾਈਆਂ। ਬਾਕੀ ਸੰਧਾਲੀ ਮੈਂ ਵੈਸੇ ਗੱਲ ਹੀ ਕਰਦਾ, ਇਹ ਗੱਲ ਆ ਜੇ ਕਿਤੇ ਇਦਾਂ ਹੋ ਜਾਵੇ ਨਾ ਨਜ਼ਾਰਾ ਬਹੁਤ ਆਵੇ ਯਾਰ। ਪਰ ਚਲੋ ਇਹ ਤੇ ਹੁਣ 10 ਤਰੀਕ ਕਈਆਂ ਤੋਂ ਕਹਿ ਹੋ ਜਾਣਾ ਭਾਵੁਕ ਹੋਏ, ਮੇਰੇ ਇੰਨਾ ਲੱਗ ਵੋਟਾਂ ਫੇਰ ਨਹੀਂ ਪਈਆਂ। ਉਹਨੇ ਕਹਿਣਾ ਖਰੀਦੀਆਂ ਵੀ ਨਹੀਂ ਪਈਆਂ ਸਾਡੇ, ਪਾਤੀ ਦਾ ਕੀ ਪੈਣੀਆਂ। ਉਹਨੇ ਰੋਣ ਦਾ ਵਾਹਵਾ ਰਿਵਾਜ ਪੈ ਗਿਆ। ਆਪਾਂ ਐਤਕੀ ਵਾਲੀਆਂ ਇਲੈਕਸ਼ਨਾਂ 'ਚ ਵੀ 1-2 ਬੰਦੇ ਭਾਵੁਕ ਹੋਏ ਵੇਖੇ ਜਾਂਦੇ, ਟਿਕਟ ਕੱਟੀ ਗਈ ਜੀ। ਹੁਣ ਜੇ ਕਿਸੇ ਦੀ ਮੰਨ ਲਓ ਵੀ ਇੱਦਾਂ ਸਾਰਾ ਕੁਝ ਲਾਉਣ, ਜੇ ਵੀ ਕੱਟੀ ਗਈ ਹੋਵੇ ਕਿਸੇ ਲਾਉਣ ਤੋਂ ਬਾਅਦ ਅਗਲਾ ਕਹੇ ਵੀ ਇਹ ਨਤੀਜਾ ਤੇ ਜੀ ਤੁਹਾਡੇ ਹੱਕ 'ਚ ਹੈ ਨਹੀਂ ਗਾ ਜੀ। ਤੇ ਹੋ ਸਕਦਾ ਕਿਸੇ ਵੇਲੇ ਅਗਲਾ ਬੰਦਾ ਬੂਥ ਹੀ ਚੈੱਕ ਕਰਾਉਂਦਾ ਵੀ ਫਲਾਨਾ ਬੂਥ ਚੈੱਕ ਕਰ, ਉੱਥੇ ਤੇ ਮੈਨੂੰ ਪਤਾ ਆਪ ਬੰਦੇ ਗਏ ਸੀ, ਉਹ ਕਲੀਅਰ ਕੱਟ ਕਹਿ ਕੇ ਵੀ ਇੰਨੇ ਦੇ ਆਏ ਆ ਜੀ,
ਤੇ ਉਸ ਬੂਸਟ ਤੋਂ ਬਾਅਦ ਅਗਲਾ ਹੈ ਵੀ ਪਤਾ ਨਹੀਂ ਬਟਨ ਜਾਂ ਕਿਤੇ ਗਲਤ ਨੱਪਿਆ ਗਿਆ। ਦੇਖੋ ਜੀ, ਅਸੀਂ ਬਿਲਕੁਲ ਨਹੀਂ ਮੰਨਦੇ ਕਿ ਕਿਤੇ ਪੈਸਾ ਚੱਲਿਆ ਜਾਂ ਕਿਸੇ ਨੇ ਲਿਆ ਜਾਂ ਕਿਸੇ ਨੇ ਵੰਡਿਆ, ਪਰ ਇੱਕ ਗੱਲ ਪੱਕੀ ਆ ਕਿ ਪਿੰਡ ਦੀਆਂ ਸਾਰੀਆਂ ਵੋਟਾਂ ਦਾ ਜਾਂ ਬੂਥ ਦੀਆਂ ਵੋਟਾਂ ਦਾ ਪਤਾ ਲੱਗਦਾ ਕਿ ਇਸ ਬੂਥ ਤੋਂ ਕਿਹੜੇ ਬੰਦੇ ਨੂੰ ਕਿੱਦਾਂ ਨਿਕਲੀਆਂ, ਇਹ ਲੀਗਲੀ ਪਤਾ ਲੱਗਦਾ ਹੈ, ਇਹ ਬਕਾਇਦਾ ਐਲਾਨ ਹੁੰਦਾ ਹੈ। ਤੇ ਮੰਨ ਲਓ ਕਿ ਜੇ ਕਿਸੇ ਪਿੰਡ ਦੇ ਵਿੱਚ ਜਿਹੜੇ ਉਹ ਲਾਕੜੀ ਫਾਕੜੀ ਸੀਨੀਅਰ ਯੂਥ ਪ੍ਰਧਾਨ ਹੁੰਦੇ ਆ ਜਾਂ ਮੀਤ ਪ੍ਰਧਾਨ ਹੁੰਦੇ ਆ, ਅਸੀਂ ਨਹੀਂ ਕਹਿੰਦੇ ਕਿ ਉਹ ਇਦਾਂ ਕਰਦੇ ਆ, ਪਰ ਜੇ ਕਿਸੇ ਨੇ ਉੱਥੇ ਕਿਹਾ ਜੀ ਉਹ 60 ਬੰਦੇ ਤਾਂ ਇਦਾਂ ਦੇ ਆ, ਉਹ ਲੈ ਦੇ ਕੇ ਵੋਟਾਂ ਪਾਉਂਦੇ ਆ, ਲਿਆਓ ਸੌਦਾ, ਤਾਂ ਮੁੜ ਕੇ ਉਹ 60 ਦਾਅਵਾ ਕਰਨ ਕਿ ਅਸੀਂ ਖਰੀਦ ਲਈਆਂ, ਨਿਕਲਣ 49, ਫਿਰ ਅਗਲੇ ਨੂੰ ਆਪੇ ਪਤਾ ਲੈਣਾ ਕਿੰਨੀਆਂ ਕਿ ਇਹਨੇ ਖਰੀਦੀਆਂ ਤੇ ਕਿੰਨੀਆਂ ਕਿ ਇਹਨੇ ਜੇਬ ਦੇ ਵਿੱਚ ਰੱਖੇ ਤੇ ਕਿੰਨੀਆਂ ਕਿ ਖਰੀਦੀਆਂ ਹੋਈਆਂ ਪਈਆਂ, ਉਹ ਫਿਰ ਉਹਦੇ ਪੈਣੀਆਂ, ਉਹਨੇ ਫਿਰ ਗਾਂ ਮਾਰਨੀਆਂ। ਆ ਨਹੀਂ, ਚਲੋ ਇਹ ਦੇ ਬਾਅਦ ਦੀ ਗੱਲ, ਆਪਾਂ ਉਸ ਚੱਕਰ 'ਚ ਜੇ ਨਾ ਪਈ, ਉਹ ਪਾਵਾਂਗੇ ਆਪਾਂ 11 ਤਰੀਕ 10 ਨੂੰ ਹੀ। 10 ਨੂੰ ਰੌਲਾ 10 ਨੂੰ ਹੀ ਮਾਰ, ਇੱਕ ਦਿਨ ਸੌਰ ਹੋਊਗਾ ਮੁੜ ਕੇ। ਤੁਹਾਡੇ ਤੋਂ ਚਾਹ ਦਾ ਕੱਪ ਹੀ ਲਈ, ਤੁਸੀਂ 3 ਦਿਨ ਗੱਲਾਂ ਸੁਣਾਉਂਦੇ ਹੋ। ਨਹੀਂ, ਸ਼ਾਮ ਤੱਕ ਲਿਸਟ ਨਹੀਂ ਨਾ ਹੋਣੀ। ਚਲੋ ਲਿਸਟ ਨਾ ਵੀ ਆਵੇ, ਅਗਲਾ ਤਾਂ ਕਮਲਾ ਜਿਹਾ ਹੋ ਜਾਂਦਾ ਨਾ। ਨਹੀਂ, ਚਲੋ ਇਹ ਗੱਲ ਤਾਂ ਹੈਗੀ ਆ ਵੀ ਇਹ ਆਪਾਂ ਦੁਬਾਰਾ ਉਸੇ ਮੁੱਦੇ ਤੇ ਆ ਜੀ ਜਿੱਥੋਂ ਆਪਾਂ ਸ਼ੁਰੂ ਹੋਏ ਸੀ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ। ਅੱਜ ਮੈਂ ਪੜ੍ਹ ਰਿਹਾ ਸੀ, ਇੱਕ ਹੋਰ ਬੜੀ ਚਰਚਾ ਚੱਲ ਪਈ ਜੀ। ਦੇਖੋ ਜੀ, ਇਹ ਰੂਸ ਤੇ ਯੂਕਰੇਨ ਦੀ ਆਪਾਂ ਗੱਲ ਕਰੀਏ ਤੇ ਇਹਦੇ ਇਸ ਟਕਰਾਅ ਦੇ ਵਿੱਚ ਮਹਾਰਾਜ ਗੈਸ ਦੇ ਪ੍ਰਾਈਸ ਵੱਧ ਜਾਣੇ ਆ, ਤੇਲ ਦੇ ਪ੍ਰਾਈਸ ਵੱਧ ਜਾਣੇ ਆ, ਕਈ ਚੀਜ਼ਾਂ ਦਾ ਜਿਹੜਾ ਇੰਪੋਰਟ ਐਕਸਪੋਰਟ ਉਹ 'ਤੇ ਫਰਕ ਪੈ ਜਾਣਾ, ਖੇਤੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਫਰਕ ਪੈ ਜਾਊਗਾ। ਹੋ ਸਕਦਾ ਦੁਨੀਆ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਹੋ ਜੇ, ਭਾਰਤ ਵੀ ਬਹੁਤ ਸਾਰੀਆਂ ਚੀਜ਼ਾਂ ਮੰਗਾਉਂਦਾ, ਹੋ ਸਕਦਾ ਉਹਨੂੰ ਵੀ ਉਹ ਵਾਲੀਆਂ ਚੀਜ਼ਾਂ ਨਾ ਮਿਲਣ। ਜੇ ਤੇਲ ਦੀ ਆਪਾਂ ਗੱਲ ਕਰ ਲਈ ਤਾਂ ਉਹਦੀਆਂ ਕੀਮਤਾਂ ਵੱਧ ਜਾਣ। ਮੈਂ ਕੁਦਰਤੀ ਸੋਚਦਾ ਸੀ ਵੀ ਜੇ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਹਿਸਾਬ ਨਾਲ ਹੀ ਆਖੀ ਜਾਂਦੇ ਆ, ਇਹਦਾ ਮਤਲਬ ਮੈਨੇਜਮੈਂਟ ਕਿਤੇ ਉੱਥੇ ਵੀ ਹੈ ਨਹੀਂ ਗੀ ਆਪਣੀ, ਕਿ ਵੀ ਇੱਕ ਪਾਸੇ ਤੇ ਆਪਾਂ ਕਣਕ ਤੇ ਝੋਨੇ ਦੀ ਗੱਲ ਕਰਦੇ ਹਾਂ ਤੇ ਉਦੋਂ ਬਾਅਦ ਆਪਣੇ ਹੀ ਭਾਈਚਾਰੇ ਵੱਲੋਂ ਜਾਂ ਤਾਂ ਵੀਡੀਓ ਪੇਸ਼ ਕੀਤੀ ਜਾਂਦੀ ਜਾਂ ਫੋਟੋਆਂ ਪੇਸ਼ ਕੀਤੀਆਂ ਜਾਂਦੀਆਂ ਵੀ ਆਹ ਖੁੱਲ੍ਹੇ ਅਸਮਾਨ ਦੇ ਥੱਲੇ ਪਿਆ ਸਾਰਾ ਕੁਛ, ਆਹ ਜਾਂ ਤੇ ਕਹਿ ਲਓ ਕਿ ਚੂਹਿਆਂ ਚਾਹਿਆਂ ਨੇ ਬਰਬਾਦ ਕਰਤਾ ਜਾਂ ਫਿਰ ਮੀਂਹ ਕਣੀ ਨਾਲ ਖਤਮ ਹੋ ਗਿਆ। ਤੇ ਜਿਹੜੀ ਦੂਸਰੀ ਚੀਜ਼ ਹੁੰਦੀ ਆ ਵੀ ਫਲਾਨਾ ਤੇਲ ਚਾਹੀਦਾ, ਫਲਾਨੀ ਦਾਲ ਚਾਹੀਦੀ ਆ, ਫਲਾਨਾ ਬੀਜ ਚਾਹੀਦਾ, ਉਹਦਾ ਜਿਹੜਾ ਬਿੱਲ ਉਹ ਆਉਂਦਾ ਵੀ ਫਲਾਨੀ ਬੰਦਰਗਾਹ 'ਤੇ ਕੰਟੇਨਰ ਲੱਗਾ, ਫਲਾਨੀ ਕੰਪਨੀ ਨੇ ਮੰਗਾਇਆ ਅਤੇ ਉਹਦੇ ਵਿੱਚ ਫਲਾਨੇ ਦੇਸ਼ ਤੋਂ ਇੰਨਾ ਤੇਲ ਅਤੇ ਇੰਨੀ ਦਾਲ ਮੰਗਾਈ। ਇਹਦਾ ਮਤਲਬ ਕਿਤੇ ਨਾ ਕਿਤੇ ਉੱਥੇ ਵੀ ਘੁੰਡੀ ਜਾਪਦੀ ਆ ਵੀ ਜੇ ਤਾਂ ਇਹਨਾਂ ਨੇ ਬੀਜਣਾ ਤਾਂ ਕੋਈ ਨਹੀਂ, ਕਣਕ ਲਾ ਦੇ, ਝੋਨਾ ਲਾ ਦੇ, ਤੇ ਜੇ ਕਿਤੇ ਉਧਰੋਂ ਕੰਮ ਚੱਲਦਾ ਉਹ ਕਹਿੰਦੇ ਨਹੀਂ ਇੱਥੋਂ ਨਹੀਂ, ਬਾਹਰੋਂ ਮੰਗਾਵਾਂਗੇ, ਉਧਰ ਥੋੜਾ ਕੰਮ ਠੀਕ ਆ। ਦੇਖੋ ਸੰਧਾਲੀਆ ਸਾਹਿਬ, ਜੇ ਤਾਂ ਕਿਤੇ ਕਣਕ ਝੋਨਾ ਜਾਂ ਕੋਈ ਵੀ ਅਨਾਜ ਖਰਾਬ ਹੁੰਦਾ ਹੈ, ਖਰਾਬ ਹੋਣ ਦੇ ਨਾਂ 'ਤੇ ਕਿੰਨਿਆਂ ਦੇ ਘਰ ਭਰਦੇ ਆ। ਤਰਪਾਲਾਂ ਖੁੱਲ੍ਹੇ ਅਸਮਾਨ, ਦੇਖੋ ਜੇ ਤਾਂ ਸ਼ੈੱਡ ਬਣਾਤੀ, ਫਿਰ ਉੱਥੇ ਤਾਂ 2 ਸੁਰੱਖਿਆ ਕਰਮਚਾਰੀ ਰੱਖਣੇ, ਉਹਨਾਂ ਦੀ ਤਨਖਾਹ ਆ। ਜੇ ਖੁੱਲ੍ਹੇ ਅਸਮਾਨ 'ਚ ਪਈ ਹਰ ਸਾਲ ਤਰਪਾਲਾਂ ਖਰੀਦਣੀਆਂ, ਫਿਰ ਕਹਿਣਾ ਜੀ ਮੀਂਹ ਆ ਗਿਆ, ਤਰਪਾਲਾਂ ਪਾਟ ਗਈਆਂ, ਫਿਰ ਨਵੀਆਂ ਖਰੀਦਣੀਆਂ, ਠੇਕੇ ਮਿਲਣੇ ਉਹਨਾਂ ਦੇ, ਬਹੁਤ ਕੁਝ ਹੁੰਦਾ ਜਿਹਦੇ ਵਿੱਚੋਂ 2-4 ਰੁਪਈਏ ਇੱਧਰ ਉੱਧਰ ਮਾੜੇ ਮੋਟੇ, ਤੁਹਾਡੇ ਹਿਸਾਬ ਨਾਲ ਨਾ ਕਿੰਨੇ 2 ਰੁਪਈਏ ਮੇਰੇ 2 ਰੁਪਈਏ, ਉਹ ਲੋਕਾਂ ਨੂੰ ਥੋੜ੍ਹਾ ਪਤਾ 2 ਰੁਪਈਏ ਕਿੰਨੇ ਆ। ਇਹਦੇ ਤੋਂ ਬਾਅਦ ਜੇ ਬਾਹਰੋਂ ਮੰਗਵਾਉਣੀ ਹੈ ਤਾਂ ਕਿਹਦੇ ਹੱਥ ਮੰਗਵਾਉਣੀ ਹੈ, ਕਿੰਨੀ ਮੰਗਵਾਉਣੀ ਹੈ, ਕਿੱਦਾਂ ਦੀ ਮੰਗਵਾਉਣੀ ਹੈ, ਕਿੰਨੀ ਕੀਮਤ 'ਤੇ ਮੰਗਵਾਉਣੀ ਹੈ, ਡਿਸਕਾਊਂਟ, ਸਾਡੇ ਤੇ ਇੱਥੇ ਤੋਪਾਂ ਵਾਲਾ ਡਿਸਕਾਊਂਟ ਦਾ ਵੀ ਰੌਲਾ ਪਿਆ ਰਹਿੰਦਾ ਵਿੱਚੋਂ, ਤਾਂ ਇਹ ਤਾਂ ਫੇਕ ਕਣਕ ਹੈ। ਨਹੀਂ, ਮੈਂ ਉਹੀ ਸੋਚਦਾ ਵੀ ਤੁਸੀਂ ਇਹ ਦੇਖੋ ਵੀ ਕਿਤੇ ਜਹਾਜ਼, ਤੋਪ ਜਾਂ ਇਹੋ ਜਿਹਾ ਕੁਝ ਲੈਣਾ ਹੋਵੇ, ਉਹਦੇ ਕਿਤੇ ਵਰੇਸ਼ਮਾਈ ਲੈਣਾ ਹੁੰਦਾ। ਵਰੇਸ਼ਮਾਈ ਮਤਲਬ ਹੁੰਦੇ 40-50-100 ਆਹੋ 25 ਸਾਲੀ। ਤੇ ਤੁਸੀਂ ਦੇਖੋ ਵੀ ਜਿਹੜੀ ਹਰੇਕ ਸਾਲ ਚੀਜ਼ ਆਉਣੀ ਹੈ ਜੀ, ਉਹਦੇ ਵਿੱਚ ਤੇ ਫਿਰ ਹੁੰਦਾ ਹੀ ਨਾ, ਕਿਉਂਕਿ ਉਹਦੇ ਇੱਕ ਦੇਖੋ ਜਹਾਜ਼ ਦੇ ਵਿੱਚ ਤੇ ਕਿਹਾ ਨਹੀਂ ਜਾ ਸਕਦਾ ਨਾ ਵੀ ਅਸੀਂ ਜਹਾਜ਼ ਲਿਆ ਸੀ ਜੀ ਉਹਦਾ ਇੱਕ ਖੰਭ ਟੁੱਟਾ ਨਿਕਲ ਆਇਆ। ਇੱਥੇ ਤੇ ਕਿਹਾ ਜਾ ਸਕਦਾ ਜੀ ਉਹ ਆਏ ਤੇ ਸੀਗੇ, ਕੰਟੇਨਰ ਕਿਤੇ ਕੁਦਰਤੀ ਥੋੜਾ ਲੀਕ ਹੋ ਗਿਆ ਜੀ, ਸਮੁੰਦਰ ਚੋਂ ਇੰਨਾ ਕੁ ਥੋੜਾ ਜਿਹਾ ਨੁਕਸਾਨ ਹੋ ਗਿਆ, ਚਲੋ ਕੋਈ ਗੱਲ ਨਹੀਂ, ਇੰਨਾ ਕੁ ਆਪਾਂ ਪਾ ਹੀ ਸਕਦੇ ਹਾਂ ਜੀ ਵੀ ਕੁਦਰਤੀ ਕਰੋਪੀ 'ਚ ਪਾ ਦਿਓ ਜੀ, ਹੈ ਨਾ। ਬਾਕੀ ਸੰਧਾਲੀਆ ਸਾਹਿਬ ਦੇਖੋ, ਕੁੱਲ ਮਿਲਾ ਕੇ ਜੇ ਆਪਾਂ ਲੜਾਈ ਵਾਲੇ ਪਾਸੇ ਆਈਏ ਕਿ ਕੀਮਤਾਂ ਵੱਧ ਜਾਣੀਆਂ, ਹੁਣ ਰੂਸ ਤੇ ਯੂਕਰੇਨ ਦੁਨੀਆ ਦੇ ਐਸੇ ਖਿੱਤੇ ਨੇ, ਲੜਾਈ ਲੱਗ ਗਈ ਹੈ, ਰੂਸ ਤੇ ਪਾਬੰਦੀਆਂ ਨੇ, ਯੂਕਰੇਨ ਦੇ ਵਿੱਚ ਤਾਂ ਬੰਬ ਚੱਲ ਰਹੇ ਨੇ। ਕੁੱਲ ਦੁਨੀਆ ਦੇ ਵਿੱਚ ਜਿੰਨੀ ਸੂਰਜਮੁਖੀ ਹੁੰਦੀ ਹੈ 75% ਇਹਨਾਂ ਦੋਨਾਂ ਦੇਸ਼ਾਂ 'ਚ ਹੁੰਦੀ ਹੈ। ਸੂਰਜਮੁਖੀ ਤੋਂ ਜਿਹੜੀ ਵੀ ਚੀਜ਼ ਬਣਦੀ ਹੈ ਜਾਂ ਯੂਰਪ ਦੇ ਵਿੱਚ ਉਹਦੀ ਸਪਲਾਈ ਹੁੰਦੀ ਹੈ, ਤਾਂ ਉਹਨੂੰ ਹੁਣ ਬ੍ਰੇਕਾਂ ਲੱਗ ਗਈਆਂ। 13, 14, 15% ਜਿਹੜਾ ਉਹ ਕਣਕ ਦੁਨੀਆ ਭਰ ਦੀ ਇਹਨਾਂ ਦੋਨਾਂ ਦੇਸ਼ਾਂ 'ਚ ਹੁੰਦੀ ਹੈ। 35% ਦੇ ਕਰੀਬ ਅਨਾਜ ਦੁਨੀਆ ਭਰ ਦਾ ਉਹ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਪੈਦਾ ਹੁੰਦਾ ਹੈ। ਹੁਣ ਜੇ ਉਹਦੇ ਵਿੱਚੋਂ ਇੱਕ ਛੋਟੇ ਦੇਸ਼ ਦੇ ਵਿੱਚ ਬੰਬ ਡਿੱਗ ਪਏ, ਉੱਥੇ ਤਾਂ ਤਬਾਹੀ ਹੋ ਗਈ। ਰੂਸ ਦੇ ਉੱਤੇ ਪਾਬੰਦੀਆਂ ਲੱਗ ਗਈਆਂ, ਉਹਦੇ ਨਾਲ ਵਪਾਰ ਬਹੁਤ ਸਾਰੇ ਦੇਸ਼ਾਂ ਨੇ ਘਟਾ ਦਿੱਤਾ। ਇਹ ਉਸ ਵੇਲੇ ਦੀਆਂ ਗੱਲਾਂ ਨੇ ਜਦੋਂ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਭੁੱਖਮਰੀ ਦੇ ਕੰਢੇ ਤੇ ਨੇ, ਖਾਸ ਤੌਰ ਤੇ ਉੱਤੇ ਅਫਰੀਕੀ ਦੇਸ਼, ਕਈ ਏਸ਼ੀਆਈ ਦੇਸ਼ ਵੀ। ਤੇ ਜੇ ਉਦੋਂ ਅਨਾਜ ਦੀ ਸਪਲਾਈ ਦੇ ਵਿੱਚ ਵਿਘਨ ਪਊਗਾ, ਅਨਾਜ ਦੀਆਂ ਕੀਮਤਾਂ ਵਧਣਗੀਆਂ, ਵੱਡੇ ਲੋਕਾਂ ਨੂੰ ਤਾਂ ਕੋਈ ਫਰਕ ਨਹੀਂ ਹੈ। ਫਰਕ ਤਾਂ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੂੰ 1 ਰੁਪਈਆ ਵੀ ਜੇ ਕਣਕ ਜਾਂ ਚੌਲ ਦਾ ਭਾਅ ਵੱਧ ਜਾਵੇ ਤਾਂ ਉਹਨਾਂ ਦੀ ਰਸੋਈ ਦਾ ਬਜਟ ਹਿੱਲ ਜਾਂਦਾ। ਇਸ ਕਰਕੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠਾ ਕੋਈ ਬੰਦਾ ਸੋਚੇ ਕਿ ਸਾਨੂੰ ਕੀ ਫਰਕ ਹੈ। ਫਰਕ ਕੀ ਹੈ?
ਹੁਣ ਰੂਸ ਦੇ ਉੱਤੇ ਪਾਬੰਦੀ ਲਾਤੀ ਕਿ ਰੂਸ ਦਾ ਕੋਈ ਵੀ ਜਹਾਜ਼ ਯੂਰਪ ਦੇ ਉੱਪਰ ਦੀ ਨਹੀਂ ਨਿਕਲੂਗਾ। ਇਸੇ ਤਰੀਕੇ ਰੂਸ ਨੇ ਪਾਬੰਦੀਆਂ ਲਾਤੀਆਂ ਕਿ 30-40 ਦੇਸ਼ ਨੇ ਜਿਹੜੇ ਸਾਡੇ ਖਿਲਾਫ ਤੁਰਦੇ ਆ, ਉਹਨਾਂ ਦਾ ਜਹਾਜ਼ ਕੋਈ ਸਾਡੇ ਉੱਪਰ ਦੀ ਨਹੀਂ ਆਊ। ਜਹਾਜ਼ ਹੁਣ ਆਉਣਗੇ ਘੁੰਮ ਕੇ ਜਹਾਜ਼ ਆਉਣਗੇ ਤਾਂ ਤੇਲ ਫੂਕ ਹੋਊਗਾ ਵੱਧ, ਸਮਾਂ ਲੱਗੂਗਾ ਵੱਧ, ਤੇਲ ਵੱਧ ਫੂਕ ਹੋਊਗਾ ਤੇ ਟਿਕਟਾਂ ਦੀ ਕੀਮਤ ਵਧੂਗੀ। ਟਿਕਟਾਂ ਦੀ ਕੀਮਤ ਵਧੂਗੀ ਤੇ ਜਿਹੜਾ ਡਾਲਰ ਇਕੱਠਾ ਕਰਕੇ ਬੰਦੇ ਨੇ ਸਾਲ ਬਾਅਦ ਜਾਣਾ ਹੁੰਦਾ ਹੈ, ਉਹਨੂੰ ਫਿਰ ਵੱਧ ਪੈਸੇ ਚਾਹੀਦੇ ਹੋਣਗੇ। ਹੁਣ ਉਹਨੂੰ ਵੱਧ ਪੈਸੇ ਚਾਹੀਦੇ ਆ ਤਾਂ ਫਿਰ ਤੁਸੀਂ ਦੇਖ ਲਓ ਕਿ ਹਾਲਾਤ ਕਿੱਧਰਲੇ ਪਾਸੇ ਨੂੰ ਜਾਣੇ। ਯਾਨੀ ਕੁੱਲ ਮਿਲਾ ਕੇ ਚਾਹੇ ਤੇਲ ਦੀ ਸਪਲਾਈ ਹੈ, ਚਾਹੇ ਕਣਕ ਦੀ ਸਪਲਾਈ ਹੈ, ਸੂਰਜਮੁਖੀ ਦੀ ਸਪਲਾਈ ਹੈ, ਕੁਦਰਤੀ ਗੈਸ ਦੀ ਜਿਹੜੀ ਹੈ ਉਹ ਸਪਲਾਈ ਹੈ, ਹਰ ਇੱਕ ਚੀਜ਼ ਪ੍ਰਭਾਵਿਤ ਹੋਣੀ ਹੈ। ਤੇ ਸਭ ਤੋਂ ਵੱਡੀ ਗੱਲ, ਚਾਹੇ ਅਮਰੀਕਾ, ਕੈਨੇਡਾ, ਭਾਰਤ, ਰੂਸ, ਯੂਰਪ ਦੇ ਦੇਸ਼, ਪੈਸੇ ਹੁੰਦੇ ਬਜਟ ਦੇ, ਉਹਨਾਂ ਨੂੰ ਆਪਣਾ ਡਿਫੈਂਸ ਦਾ ਬਜਟ ਜਿਹੜਾ ਹੈ, ਰੱਖਿਆ ਬਜਟ ਵਧਾਉਣਾ ਪਊਗਾ। ਹਥਿਆਰਾਂ ਤੇ ਵੱਧ ਪੈਸੇ ਲਾਉਣੇ ਪੈਣਗੇ ਤੇ ਜਦੋਂ ਹਥਿਆਰਾਂ ਦੇ ਪੈਸੇ ਲਾਉਣੇ ਪੈਣਗੇ, ਸਿੱਖਿਆ ਚੋਂ ਕੱਟਣੇ ਆ। ਫਿਰ ਇਹਦੇ ਜ਼ਰੂਰ ਆਪਾਂ ਤੁਸੀਂ ਜ਼ਿਕਰ ਕੀਤਾ ਸੂਰਜਮੁਖੀ ਦਾ ਜੀ। ਹੁਣ ਤੁਸੀਂ ਦੇਖੋ, ਮੈਂ ਬੇਨਤੀ ਕਰਾਂ, ਪੰਜਾਬ ਵਾਲਿਆਂ ਨੇ ਕਦੀ ਨਹੀਂ ਦੇਖਣਾ ਸੂਰਜਮੁਖੀ ਕੀ ਹੁੰਦਾ, ਕਿਉਂਕਿ ਇਹਨਾਂ ਨੂੰ ਕੀ ਪਤਾ ਸੂਰਜਮੁਖੀ ਦੇ ਨਾਂ ਦੇ ਨਾਲ ਕੋਈ ਜ਼ਮੀਨ ਹੈ, ਕਿੱਦਾਂ ਦੀ ਫਸਲ ਹੁੰਦੀ ਹੈ, ਵੀ ਪਤਾ ਨਹੀਂ ਕਿਹੜਾ ਜ਼ਮੀਨ ਦੇ ਆਲੂਆਂ ਨੂੰ ਥੱਲੇ ਹੁੰਦੀ ਹੋਣੀ, ਪਤਾ ਕੋਈ ਨਹੀਂ ਹੋ ਸਕਦਾ ਸੂਰਜਮੁਖੀ ਦਾ ਕਿਤੇ ਫੁੱਲ ਜ਼ਮੀਨ 'ਚ ਹੁੰਦਾ ਹੋਵੇ, ਹੈ ਨਾ। ਇਹ ਮੈਂ ਤਾਂ ਗੱਲ ਛੇੜੀ, ਮੈਂ ਤੁਹਾਨੂੰ ਯਾਦ ਕਰਾਵਾਂ, ਅੱਜ ਤੋਂ 1.5-2-2.5 ਸਾਲ ਪਿੱਛੇ ਵੀ ਤੁਸੀਂ ਚਲੇ ਜਾਓ, ਹੋ ਸਕਦਾ ਲਗਾਤਾਰ 2 ਵਾਰੀਆਂ ਹੀ ਅਖਬਾਰਾਂ 'ਚ ਵੀ ਸ਼ਾਇਦ ਖਬਰ 'ਚ ਵੀ ਵੇਖੀ ਹੋਵੇ। ਸੂਰਜਮੁਖੀ ਉਹ ਫਸਲ ਹੈ ਜਿਹਨੂੰ ਇਹਦੇ 'ਚ ਗਿਣਦੇ MSP 'ਚ ਜੀ। ਤੇ ਉਹ ਗੱਲ ਅਦਾਲਤਾਂ ਤੱਕ ਪਹੁੰਚੀ ਵੀ ਮਹਾਰਾਜ ਸੂਰਜਮੁਖੀ ਕਿਉਂ ਨਹੀਂ ਖਰੀਦੋ, ਕਹਿੰਦੇ ਅਸੀਂ ਨਹੀਂ ਖਰੀਦ ਸਕਦੇ, ਕੇਂਦਰ ਨੂੰ ਕਹਦੋ ਖਰੀਦ ਲਵੇ। ਇਹ ਪੰਜਾਬ ਵਾਲਿਆਂ ਦੀ ਮੈਂ ਗੱਲ ਕਰਦਾ। ਮਤਲਬ ਇਹ ਕਹਿਣ ਦੋ ਵੀ ਪੰਜਾਬ ਦੀ ਉਹ ਜ਼ਮੀਨ ਹੈ ਜਿੱਥੇ ਸੂਰਜਮੁਖੀ ਹੁੰਦਾ, ਉਦੋਂ ਆਪਾਂ ਸਰਕਾਰੀ ਹਿਸਾਬ ਨਾਲ ਉਹ ਗਿਣਦੇ ਵੀ ਆ ਵੀ ਜੇ ਤੁਸੀਂ 23 ਫਸਲਾਂ ਗਿਣੋ ਤੇ ਉਹਦੇ 'ਚੋਂ ਇੱਕ ਫਸਲ ਸੂਰਜਮੁਖੀ ਵੀ ਆਉਂਦੀ ਹੈ, ਉਹਦਾ ਭਾਅ ਵੀ ਨਿਰਧਾਰਿਤ ਹੈ, ਪਰ ਉਹਦੇ ਬਾਵਜੂਦ ਆਪਾਂ ਖਰੀਦਦੇ ਨਹੀਂ। ਅੱਜ ਦੀ ਡੇਟ ਦੇ ਵਿੱਚ ਇਹ ਚਰਚਾਵਾਂ ਚੱਲਦੀਆਂ ਵੀ ਦੁਨੀਆ ਭਰ ਦੇ ਵਿੱਚ ਯਾਰ ਜੇ ਸੂਰਜਮੁਖੀ ਦੀ ਗੱਲ ਚੱਲਦੀ ਫਲਾਣੇ ਦੇਸ਼ 'ਚ ਹੋਊਗਾ, ਤੇ ਫਿਰ ਤੁਸੀਂ ਕੀ ਕਰਦੇ ਹੋ, ਤੁਹਾਨੂੰ ਕਿਤੇ ਪਤਾ ਨਹੀਂ। ਦੂਜੀ ਗੱਲ ਰਹੇਗੀ ਗੱਲ ਜੌਆਂ ਦੀ, ਫਿਰ ਕਹਿੰਦੇ ਜੀ ਉਧਰਲੇ ਪਾਸੇ ਉਹ ਜੌਆਂ ਤੋਂ ਬਣਾਉਂਦੇ ਆ ਬੀਅਰ ਬੂਰ ਦੂਜਾ ਤੀਜਾ, ਆਪਣੇ ਵਾਲੇ ਪਾਸੇ ਜੌਆਂ ਦਾ ਦੂਜਾ ਤੀਜਾ ਨਹੀਂ ਬੀਅਰ ਹੀ ਬਣਾਉਂਦੇ ਆ, ਮਤਲਬ ਬੀਅਰ ਦੇ ਗਾਂ ਕਈ ਪ੍ਰੋਡਕਟ ਬਣਾਉਂਦੇ ਹੋਣਗੇ। ਅੱਛਾ, ਆਪਣੇ ਵਾਲੇ ਪਾਸੇ ਜੌਂ ਦੀ ਜਵੀ ਦੀ ਗੱਲ ਕਰ ਲਈਏ, ਵੱਧ ਤੋਂ ਵੱਧ ਡੰਗਰਾਂ ਨੂੰ ਪਾਉਣ ਦੇ ਆਪਾਂ ਬੀਜ ਲੈਂਦੇ ਆ, ਵੀ ਫਲਾਣਾ ਲੈ ਤੂੰ ਜੌਂ ਬੀਜ ਤੇ ਜਾਂ ਜਵੀ ਬੀਜ ਲਈ, ਤੂੰ ਡੰਗਰਾਂ ਨੂੰ ਪਾਈ ਜਾ। ਆਪਣੇ ਵਾਲੇ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਯਾਰ ਇਹ ਤੋਂ ਕੁਝ ਹੋਰ ਵੀ ਬਣਦਾ, ਇਹਨੂੰ ਕੁਝ ਹੋਰ ਪਾਸੇ ਬਣਾ ਲਓ, ਵੀ ਜ਼ਰੂਰੀ ਵੀ ਕਣਕ ਬੀਜ ਕੇ ਖਰਾਬ ਕਰਨੀ, ਸੇਮ ਟਾਈਮ ਤੇ ਦੋਵੇਂ ਫਸਲਾਂ ਹੁੰਦੀਆਂ ਕਿ ਨਹੀਂ। ਸੰਧਾਲੀਆ ਸਾਹਿਬ, ਤੁਸੀਂ ਦੇਖੋ ਕਿ ਲੋਕ ਤਾਂ ਬੀਜਦੇ ਨੇ, ਸਰਕਾਰ ਮੰਡੀ 'ਚ ਖਰੀਦਣ ਦੇ ਪ੍ਰਬੰਧ ਨਹੀਂ ਕਰਦੀ। ਮੈਨੂੰ ਯਾਦ ਹੈ ਕਿ 15 ਜਾਂ 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਹੀ ਪੰਜਾਬ ਦੇ ਇੱਕ ਬਹੁਤ ਵੱਡੇ ਖਿੱਤੇ ਦੇ ਵਿੱਚ ਸੂਰਜਮੁਖੀ ਬੀਜੀ ਗਈ ਸੀ, ਤੇ ਉਹ ਸੂਰਜਮੁਖੀ ਦਾ ਫੁੱਲ ਉੱਪਰਲੇ ਪਾਸੇ ਕਾਫੀ ਭਾਰਾ ਹੋ ਜਾਂਦਾ, ਤੇ ਜਦੋਂ ਛੋਟਾ ਫੁੱਲ ਹੁੰਦਾ ਤਾਂ ਜਿੱਧਰਲੇ ਪਾਸੇ ਨੂੰ ਸੂਰਜ ਆ ਉਧਰਲੇ ਪਾਸੇ ਨੂੰ ਕਹਿੰਦੇ ਉਹ ਘੁੰਮੀ ਜਾਂਦਾ ਹੀ। ਫਿਰ ਜਦੋਂ ਫੁੱਲ ਭਾਰਾ ਹੋ ਜਾਂਦਾ, ਬੀ ਵਿੱਚ ਲੱਗ ਜਾਂਦੇ ਆ, ਤੇ ਆਮ ਤੌਰ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ, ਜਾ ਕੇ ਕਿਸੇ ਦੇ ਵੀ ਖੇਤ 'ਚ ਵੜ ਜਾਣਾ ਤਾਂ ਫਿਰ ਉਹਨੂੰ ਘੇਰ ਕੇ ਜਾਣੀ ਉਹਦੇ ਫੁੱਲ ਦੇ ਵਿੱਚੋਂ, ਕਿਉਂਕਿ ਇੱਕ ਫੁੱਲ ਤਾਂ ਤੁਹਾਡੇ ਕੰਮ ਦਾ ਕਿਸੇ ਨਹੀਂ 25 ਬੰਦੇ ਖਾ ਲੈਣ, ਉਹਦੇ ਵਿੱਚੋਂ ਥੋੜੇ ਇੱਕ ਪਾਸੇ ਉਹਨੂੰ ਖੋਰਾ ਜਿਹਾ ਲਾ ਕੇ ਨਾ, ਤਾਂ ਮੁੜ ਕੇ ਫਿਰ ਦੰਦਾਂ ਦੇ ਨਾਲ ਹੀ ਉਹਦੀ ਛਿੱਲ ਜੀ ਲਾ ਕੇ ਵਿੱਚੋਂ ਚਿੱਟਾ ਬੀ ਨਿਕਲਦਾ ਸੀ। ਪੜਾਸ ਸ਼ਬਦ ਤੁਸੀਂ ਸੁਣਿਆ, ਬੜੀ ਪੜਾਸ ਹੁੰਦੀ ਜਿੱਧਰਲੇ ਪਾਸੇ ਜਾਣਾ, ਪਰ ਮੁੜ ਕੇ ਜਿਹੜੀ ਪੜਾਸ ਕਿਸਾਨ ਕੱਢਦੇ ਸੀ ਕਿ ਭਾਈ ਆ ਦੇਖੋ ਸੂਰਜਮੁਖੀ ਪਾਲੀ ਵੀ ਆ, ਇਹਨੂੰ ਜਦੋਂ ਪਾਣੀ ਲਾਇਆ ਤੇ ਐਨ ਪੂਰੀ ਪੜਾਸ, ਪੂਰੀ ਗਰਮੀ ਦੇ ਵਿੱਚ ਦੀ ਤੁਰੇ ਫਿਰਦੇ, ਕੰਡ ਬੜੀ ਹੁੰਦੀ ਉਹਦੀ। ਤੇ ਹੁਣ ਜਦੋਂ ਸਾਡੀ ਫਸਲ ਮੰਡੀ 'ਚ ਜਾ ਕੇ ਵਿਕੀ ਨਹੀਂ, ਫਿਰ ਉਹ ਸਰਕਾਰ ਦੇ ਖਿਲਾਫ ਪੜਾਸ ਕੱਢਦੇ ਸੀ। ਅੱਜ ਜਦੋਂ ਇਹ ਅੰਕੜਾ ਆਉਂਦਾ ਕਿ 75% ਸੂਰਜਮੁਖੀ ਉੱਥੇ ਹੁੰਦੀ ਹੈ, ਉਹ ਬੀਜ ਵੀ ਲੈਂਦੇ ਆ, ਉਹ ਵਾਹ ਵੀ ਲੈਂਦੇ ਆ, ਉਹ ਵੇਚ ਵੀ ਲੈਂਦੇ ਆ, ਸਰਕਾਰ ਖਰੀਦ ਵੀ ਲੈਂਦੀ ਹੈ। ਜੇ ਅੱਜ ਉਧਰਲੇ ਪਾਸੇ ਕੰਮ ਖਰਾਬ ਹੋ ਗਿਆ ਤਾਂ ਭਾਈ ਤੁਹਾਡੇ ਕੋਲੇ ਅਲਟਰਨੇਟਿਵ ਕਿਉਂ ਨਹੀਂ ਆਇਆ? ਤੁਸੀਂ ਕਿਸਾਨਾਂ ਨੇ ਤਾਂ ਆਪਣੇ ਲਈ ਉਦਮ ਕੀਤਾ, ਇਹਦਾ ਮਤਲਬ ਹੈ ਕਿ ਕੰਮ ਤਾਂ ਕਿਤੇ ਸਰਕਾਰੀ ਪੱਖ ਤੋਂ ਢਿੱਲਾ ਰਹਿ ਗਿਆ ਨਾ। ਨਹੀਂ ਹੋ ਗਿਆ। ਆਪਾਂ ਜਦੋਂ ਇੱਥੇ ਵੀ ਵਿਚਰਦੇ ਆ, ਕੈਨੇਡਾ ਦੇ ਵਿੱਚ ਵੀ ਜਦੋਂ ਆਪਾਂ ਨੂੰ ਕਈ ਵਾਰ ਸ਼ਬਦ ਲਿਖਿਆ ਤਾਂ ਵਾਈਨਰੀਜ਼ ਜੀ, ਤੇ ਬਹੁਤ ਸਾਰੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਜਿਹਨਾਂ ਦੇ ਵੱਡੇ ਵੱਡੇ ਫਾਰਮ ਨੇ ਤੇ ਉੱਥੇ ਅੰਗੂਰ ਹੁੰਦੇ ਆ। ਇਹ ਕਿਹੜਾ ਜੀ? ਇਹ ਤਾਂ ਜੀ ਖਾਣ ਖੂਣ ਵਾਲੇ ਨਹੀਂ ਜੀ, ਇਹ ਤਾਂ ਫਿਰ ਦੂਜੇ ਕੰਮ ਵਾਲੇ ਹੈ ਜੀ, ਇਹਨਾਂ ਦੀ ਚੰਗੀ ਵਾਈਨ ਬਣਦੀ ਜੀ। ਹੁਣ ਮੈਂ ਸੋਚਿਆ ਵੀ ਅੰਗੂਰ ਦੀ ਵੱਲ ਕੀ ਗੱਲ ਆਪਣੇ ਪੰਜਾਬ 'ਚ ਨਹੀਂ ਹੁੰਦੀ, ਜਾਂ ਮਤਲਬ ਉਸ ਧਰਤੀ ਨੂੰ ਸਮਝ ਨਹੀਂ ਲੱਗਦੀ ਵੀ ਉਹ ਤੀਰਾ ਭਲਾ ਜੀ, ਇਹੀ ਪਤਾ ਨਹੀਂ ਕੀ ਬੀਜਤਾ ਹੀ, ਮੈਂ ਹੁਣ ਇਹਨੂੰ ਕਿੱਦਾਂ ਪੈਦਾ ਕਰੂੰ। ਉਸ ਵਾਲੇ ਪਾਸੇ ਕੋਈ ਜਾ ਕੇ ਰਾਜ਼ੀ ਨਹੀਂ, ਜਾਂ ਫਿਰ ਅਗਲੇ ਨੂੰ ਇਹ ਜਾਂ ਮੈਂ ਨਾ ਚਲੋ ਜੇ ਇਸੇ ਗੱਲ 'ਤੇ ਹੀ ਆ ਤੁਹਾਨੂੰ ਲੱਗਦਾ ਵੀ ਯਾਰ ਆਮ ਬੰਦਾ ਨਾ ਬਣਾਵੇ ਵਾਈਨ, ਨਹੀਂ ਅਸੀਂ ਬਣਦੇ ਨਹੀਂ, ਸਾਰਾ ਕੁਝ ਸਾਡੇ ਹੱਥਾਂ 'ਚ ਹੀ ਹੋਵੇ, ਉਹ ਯਾਰ ਫੈਕਟਰੀ ਤੁਸੀਂ ਲਾ ਲਓ, ਘੱਟੋ ਘੱਟ ਲੋਕਾਂ ਨੂੰ ਕਹੋ ਤਾਂ ਸਹੀ ਯਾਰ ਅੰਗੂਰ ਹੀ ਬੀਜ ਲਓ ਜੀ। ਆਪਾਂ ਨਿਕਲਾਂਗੇ ਤੇ ਤਾਂ ਹੀ ਨਾ ਉਸ ਫਸਲੀ ਚੱਕਰ ਦੇ ਵਿੱਚੋਂ। ਪਰ ਮੁਸ਼ਕਿਲ ਇਹ ਆ ਵੀ ਇੰਨਾ ਸਾਰਾ ਕੁਝ ਸੋਚਣ ਦੇ ਲਈ, ਬਣਾਉਣ ਦੇ ਲਈ ਬੜੀ ਮਿਹਨਤ ਲੱਗਣੀ ਹੈ। 5 ਸਾਲ ਤੇ ਐਂ ਹੀ ਲੰਘ ਜਾਂਦੇ ਆ, ਤੇ ਉਹ ਤੇ ਮਹਾਰੀਤ ਰੂਤ 'ਚ ਨਿਕਲਦੇ ਯਾਰ, ਇੰਨਾ ਕਿਹੜਾ ਟਾਈਮ ਲਾਵੇ ਦੱਸੋ। ਅਨੇ ਔਖਾ ਹੋ ਜਾਂਦਾ, ਪਾਰਟੀ ਬਦਲਣ 'ਚ, ਮੁੜ ਕੇ ਸਸਪੈਂਸ਼ਨ ਰੱਦ ਕਰਾਉਣ 'ਚ, ਸਸਪੈਂਡ ਹੋਣ ਦੇ ਵਿੱਚ ਹੀ ਨਿਕਲ ਜਾਂਦੇ ਆ। ਤੇ ਬਾਕੀ ਸੰਧਾਲੀਆ ਸਭ ਕੁੱਲ ਮਿਲਾ ਕੇ ਜੇ ਹੁਣ ਆਪਾਂ ਸਮੇਟਣਾ ਹੋਵੇ ਸਾਰੇ ਮਸਲੇ ਨੂੰ, ਤਾਂ ਹਲਕੀ ਜੀ ਆਸ ਵੱਜੀ ਸੀ ਕਿ ਰੂਸ ਤੇ ਯੂਕਰੇਨ ਦੇ ਵਿਚਾਲੇ ਜਿਹੜੀ ਲੜਾਈ ਲੱਗੀ ਹੈ ਸ਼ਾਇਦ ਮੁੱਕ ਜਾਏ, ਕਿਉਂਕਿ ਗੁਆਂਢੀ ਦੇਸ਼ ਹੈ ਬੇਲਾਰੂਸ ਹੈਗਾ ਤਾਂ ਰੂਸ ਦੇ ਪੱਖ 'ਚ ਹੀ ਹੈ। ਉਹਦੇ ਬਾਰਡਰ ਦੇ ਉੱਤੇ ਫਿਰ ਇਕੱਠੇ ਹੋਏ ਦੋਨੋਂ ਦੇਸ਼,
ਰੂਸ ਕਹਿੰਦਾ ਸੀ ਕਿ ਪਹਿਲਾਂ ਤੁਸੀਂ ਹਥਿਆਰ ਸਿੱਟੋ, ਗੱਲ ਫੇਰ ਕਰਨੀ ਹੈ। ਯੂਕਰੇਨ ਕਹਿੰਦਾ ਸੀ ਤੁਸੀਂ ਆਪਣੀਆਂ ਫੌਜਾਂ ਪਹਿਲਾਂ ਬਾਹਰ ਕੱਢੋ, ਗੱਲ ਫੇਰ ਕਰਨੀ ਹੈ। ਚਲੋ ਜੈਸੇ ਥੇ ਸਥਿਤੀ, ਉਧਰਲੇ ਪਾਸੇ ਬੰਬ ਧਮਾਕੇ ਵੀ ਹੋਏ ਗਏ ਤੇ ਇਧਰਲੇ ਪਾਸੇ ਦੋਨਾਂ ਦੇਸ਼ਾਂ ਦੇ ਅਫਸਰ ਮਿਲੇ। ਕੋਈ ਕਹਿੰਦਾ ਜੀ 4 ਘੰਟੇ ਗੱਲਬਾਤ ਹੋਈ, ਕੋਈ 6 ਤੇ ਕੋਈ 5 ਘੰਟੇ, ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ, ਸਿਰੇ ਨਹੀਂ ਲੱਗ ਸਕੀ। ਪਰ ਇਸ ਵਾਅਦੇ ਦੇ ਨਾਲ ਦੁਬਾਰਾ ਉਹ ਉੱਠੇ ਹੈ ਕਿ ਆਪਾਂ ਛੇਤੀ ਦੁਬਾਰਾ ਫੇਰ ਮੁਲਾਕਾਤ ਕਰਾਂਗੇ ਤੇ ਸ਼ਾਇਦ ਐਤਕੀ ਯੂਕਰੇਨ ਤੇ ਪੋਲੈਂਡ ਦਾ ਜਿਹੜਾ ਬਾਰਡਰ ਹੈ ਉਹਦੇ ਨੇੜੇ ਉਹ ਮੁਲਾਕਾਤ ਹੋ ਸਕਦੀ ਹੈ। ਤੇ ਸਭ ਤੋਂ ਵੱਡਾ ਖਤਰਾ, ਇਹ ਤਾਂ ਆਸ ਦੀ ਕਿਰਨ ਹੈ, ਖਤਰਾ ਇਸ ਗੱਲ ਤੋਂ ਪੈਦਾ ਹੋ ਰਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਹੜੇ ਨੇ, ਉਹਨਾਂ ਨੇ ਜਿਹੜੀ ਆਪਣੀ ਐਟਮੀ ਟੀਮ ਹੈ, ਜਿਹੜੀ ਫਰੰਟ ਟੀਮ ਹੈ, ਜਿਹੜੀ ਸਿਰੇ ਦੀ ਟੀਮ ਹੈ, ਕਹਿੰਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਨੂੰ ਸਟੈਂਡ ਬਾਈ ਰਹਿਣ ਨੂੰ ਕਿਹਾ। ਐਟਮੀ ਜਿਹੜੇ ਹਥਿਆਰਾਂ ਨੂੰ ਚਲਾਉਣ ਵਾਲੇ ਬੰਦੇ ਨੇ ਜਾਂ ਉਹਨਾਂ ਦੀ ਦੇਖ ਰੇਖ ਕਰਨ ਵਾਲੇ, ਉਹਨਾਂ ਦੀਆਂ ਛੁੱਟੀਆਂ ਰੱਦ ਕਰਤੀਆਂ ਗਈਆਂ। ਕਿਤੇ ਨਾ ਕਿਤੇ ਇਹ ਯੁੱਧ ਹੋਰ ਰੂਪ ਲਈ ਜਾਂਦਾ ਹੈ, ਕਿਉਂਕਿ ਜਦੋਂ ਰੂਸ ਦੇ ਉੱਤੇ ਪਾਬੰਦੀਆਂ ਲੱਗ ਗਈਆਂ, ਜਿਹੜੀ ਓਲੰਪਿਕ ਕਮੇਟੀ ਆ ਉਹਨਾਂ ਨੇ ਰੂਸ ਤੇ ਬੇਲਾਰੂਸ ਦੇ ਐਥਲੀਟਾਂ ਦੇ ਉੱਤੇ ਪਾਬੰਦੀ ਲਾਤੀ ਕਿ ਤੁਸੀਂ ਨਹੀਂ ਆ ਸਕਦੇ ਭਾਈ ਕਿਸੇ ਵੀ ਪ੍ਰੋਗਰਾਮ 'ਚ। ਇਹਦੇ ਤੋਂ ਇਲਾਵਾ ਰੂਸ ਦੇ ਇੱਕ ਮੰਤਰੀ ਦੀ ਵਿਦੇਸ਼ ਫੇਰੀ ਵੀ ਰੱਦ ਹੋ ਗਈ ਕਿਉਂਕਿ ਹਵਾਈ ਜਹਾਜ਼ ਨਹੀਂ ਸੀ ਉੱਪਰ ਦੀ ਉੜ ਸਕਦਾ। ਇਹਦੇ ਨਾਲ ਬਹੁਤ ਸਾਰੀਆਂ ਉਹਨਾਂ ਦੀਆਂ ਬੈਂਕਾਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਅਮਰੀਕਾ ਨੇ ਕਈ ਦੇਸ਼ਾਂ ਦੇ ਵਿੱਚੋਂ ਜਿਹੜੇ ਪ੍ਰਭਾਵਿਤ ਨੇ ਉੱਥੋਂ ਆਪਣੀਆਂ ਐਮਬੈਸੀਆਂ ਦੇ ਬਾਰੇ ਵੀ ਫੈਸਲਾ ਕੀਤਾ। ਇਹ ਸਾਰੀ ਚੀਜ਼ ਦੱਸਦੀ ਹੈ ਕਿ ਇਹ ਵੱਡੀ ਜੰਗ ਦਾ ਖਤਰਾ ਹੋ ਸਕਦਾ। ਬਹੁਤ ਸਾਰੇ ਲੋਕ ਕਹਿੰਦੇ ਜੀ ਨਹੀਂ ਹੋ ਸਕਦਾ। ਇਹ ਕਿਹੜਾ ਲੱਗਦਾ ਸੀ ਕਿ ਯੂਕਰੇਨ ਦੇ ਉੱਤੇ ਹਮਲਾ ਹੋ ਜਾਣਾ। ਹੁਣ ਜਦੋਂ ਰੂਬਲ ਦੀ ਕੀਮਤ ਡਿੱਗ ਪਈ, ਇਹ ਅੰਦਾਜ਼ੇ ਲੱਗਣ ਲੱਗ ਪਏ ਕਿ ਜੇ ਲੰਬਾ ਸਮਾਂ ਯੁੱਧ ਚੱਲਿਆ ਜਾਂ ਰੂਸ ਦੇ ਉੱਤੇ ਪਾਬੰਦੀਆਂ ਇੱਦਾਂ ਹੀ ਲੱਗੀਆਂ ਰਹੀਆਂ, ਵਿੱਤੀ ਤੌਰ ਤੇ ਡਾਵਾਡੋਲ ਹੋ ਜੂ ਤੇ ਜਿਹੜਾ ਡਾਵਾਡੋਲ ਹੋ ਜੂ ਗੁੱਸੇ 'ਚ ਫੇਰ ਪਊਗਾ। ਸੋ ਇਸ ਕਰਕੇ ਥੋੜਾ ਜਿਹਾ ਸੰਜਮ ਤੋਂ ਕੰਮ ਲੈ ਕੇ ਅੱਗੇ ਵਧਣਾ ਚਾਹੀਦਾ। ਤੇ ਜਿਹੜੇ ਸੋਸ਼ਲ ਮੀਡੀਆ ਵਰਤਦੇ ਆ, ਪੋਸਟਾਂ ਪਾ ਦਿੰਦੇ, ਕੋਈ ਕਹਿੰਦਾ ਜੀ ਯੂਕਰੇਨ ਦੇ ਵਿੱਚ ਆ ਹੋ ਗਿਆ ਭਾਰਤੀ ਵਿਦਿਆਰਥੀਆਂ ਨਾਲ, ਕੋਈ ਕਹਿੰਦਾ ਜੀ ਵਧੀਆ ਹੋ ਗਿਆ। ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਇਹ ਸੋਚੋ ਜ਼ਰੂਰ ਕਿ ਸਾਡੇ ਬੱਚੇ ਅਜੇ ਉੱਥੇ ਨੇ, ਉਹਨਾਂ ਨੂੰ ਆਪਾਂ ਸੁਰੱਖਿਅਤ ਬਾਹਰ ਲੈ ਕੇ ਆਉਣਾ। ਤੇ ਜਦੋਂ ਬਾਹਰ ਲੈ ਕੇ ਆਉਣਾ ਤੇ ਕੋਈ ਵੀ ਐਸੀ ਪੋਸਟ ਨਾ ਪਾ ਦਿਓ ਜਿਹਦੇ ਨਾਲ ਕਿ ਉੱਥੇ ਸਥਾਨਕ ਪੱਧਰ ਤੇ ਕੋਈ ਵੀ ਗੁੱਸਾ ਫੈਲੇ। ਇਹ ਬੜਾ ਜ਼ਰੂਰੀ ਆ। ਮੇਰਾ ਖਿਆਲ ਆ ਵੀ 1-2 ਵੀਡੀਓਜ਼ ਉਹ ਵੀ ਸੀਗੀਆਂ ਜਿਨ੍ਹਾਂ ਦੇ ਉੱਪਰ ਬੜਾ ਰੋਸ ਸੀਗਾ। ਉਹ ਪਤਾ ਨਹੀਂ ਸ਼ਾਇਦ ਕੋਈ ਬਾਹਰ ਹੀ ਉਹਨਾਂ ਜਵਾਕਾਂ ਨੂੰ ਜਿਹੜੇ ਕਿ ਉੱਥੇ ਵਾਕਈ ਅਸਲ 'ਚ ਫਸੇ ਨੇ, ਉਹਨਾਂ ਨੂੰ ਮਿਮਿਕ ਕੀਤਾ। ਯਾਨੀ ਕਿ ਵੀ ਉਹ ਕਿਤੇ ਹੋਰ ਫਿਰਦੇ ਹੋਣਗੇ ਤੇ ਉਹਨਾਂ ਨਾਲ ਵੇਖ ਕੇ ਜਿੱਦਾਂ ਬੰਦਾ ਮਜ਼ਾਕ ਉਡਾਉਂਦਾ ਵੀ ਹਮੇ ਨਿਕਾਲ ਲਓ ਜੀ, ਇਹ ਜੀ ਉਹ ਜੀ। ਸੋ ਮੇਰੇ ਖਿਆਲ ਨਾਲ ਇਹ ਜਿਹੜੀ ਸਮਝਦਾਨੀ ਛੋਟੀ ਦੀਆਂ ਗੱਲਾਂ ਹੁੰਦੀਆਂ, ਇਹੋ ਜਿਹੀਆਂ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ, ਆਪਾਂ ਨੂੰ ਨਹੀਂ ਕਰਨਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ। ਦੂਜੀ ਗੱਲ ਜਿਹੜੀ ਤੁਸੀਂ ਕਹੀ ਵੀ ਇਹ ਕੰਮ ਵੱਧ ਸਕਦਾ, ਉਹ ਜੇ ਐਤਕੀ ਨਾ ਵਧਿਆ ਤੇ ਹੋ ਸਕਦਾ ਕਿ ਰੂਸ ਆਪਣੇ ਦਿਲ 'ਚ ਗੁੱਸਾ ਰੱਖੇ, ਕਿਉਂਕਿ ਜੇ ਇਸ ਚੀਜ਼ ਦੇ ਵਿੱਚ ਉਹ ਫਸਿਆ ਤੇ ਉਹਦੇ ਨਿਗਾਹ 'ਚ ਰਡਾਰ ਤੇ ਉਹ ਦੇਸ਼ ਤੇ ਆਉਂਦੇ ਹੀ ਹੈ ਨਾ ਜਿਹੜੇ ਇਸ ਵਕਤ ਉਹਦੇ ਉਲਟ ਭੁਗਤਦੇ ਪਏ ਆ। ਹੋ ਸਕਦਾ ਅਗਲਾ ਆਖੇ ਵੀ ਮੈਂ ਕਰਾਂ ਇਹਨਾਂ ਨੂੰ ਨਜਿੱਠ ਲਾਂ, ਬਾਕੀਆਂ ਨੂੰ ਮੈਂ ਬਾਅਦ 'ਚ ਨਜਿੱਠੂੰਗਾ। ਇਹ ਕੜੱਤਣ ਜਿਹੜੀ ਇੱਥੋਂ ਪੈਦਾ ਹੋਈ ਆ, ਹੋ ਸਕਦਾ ਕਿ ਦੂਰ ਤੱਕ ਜਾਵੇ। ਜੀ, ਬਾਕੀ ਸੰਧਾਲੀਆ ਸਾਹਿਬ ਅਸੀਂ ਬਿਲਕੁਲ ਕਹਿੰਦੇ ਆ ਕਿ ਇਹ ਯੁੱਧ ਨਹੀਂ ਸੀ ਹੋਣਾ ਚਾਹੀਦਾ। ਰੂਸ ਨੂੰ ਬਿਲਕੁਲ ਵੀ ਹਮਲਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਉੱਥੋਂ ਦੇ ਸਥਾਨਕ ਲੋਕ ਭੁਗਤ ਰਹੇ ਆ। ਇੱਕ ਬੱਚੀ ਦੀ ਉੱਥੇ ਡੈੱਡ ਬੋਡੀ ਪਈ ਹਸਪੀਟਲ ਦੇ ਵਿੱਚ, ਕੋਈ ਲੈਣ ਵਾਲਾ ਨਹੀਂ ਆਇਆ। ਹੁਣ ਉਹਨਾਂ ਦਾ ਪਰਿਵਾਰ ਕਿੱਥੇ, ਕਿਉਂਕਿ ਆਪਦਾ ਬੱਚਾ ਜੇ ਹਸਪਤਾਲ 'ਚ ਹੋਵੇ, ਇਲਾਜ ਲਈ ਆਇਆ ਹੋਵੇ, ਪਰਿਵਾਰ ਦਾ ਕੋਈ ਜੀ ਠੀਕ ਹਾਲਤ ਦੇ ਵਿੱਚ ਹੋਵੇ ਤਾਂ ਹਸਪਤਾਲ ਜ਼ਰੂਰ ਪਹੁੰਚੂਗਾ। ਹੁਣ ਇਹ ਨਹੀਂ ਸਮਝ ਆਉਂਦੀ ਕਿ ਜੇ ਬੱਚੀ ਦੀ ਡੈੱਡ ਬੋਡੀ ਉੱਥੇ ਪਈ ਹੈ ਤਾਂ ਉਹਦਾ ਪਰਿਵਾਰ ਕਿੱਥੇ ਹੈ। ਦੂਸਰਾ, ਇੱਕ ਔਰਤ ਦੀ ਫੋਟੋ ਜਿਹੜੀ ਹੈ ਉਹ ਸਾਰੇ ਪਾਸੇ ਚਰਚਿਤ ਹੋ ਰਹੀ ਹੈ। ਉਹਨੇ ਆਪਣਾ ਇੱਕ ਛੋਟਾ ਜਿਹਾ ਬੱਚਾ, ਮਹੀਨਿਆਂ ਦਾ ਹੀ ਲੱਗਦਾ, ਉਹ ਗੋਦੀ 'ਚ ਫੜਿਆ, ਇੱਕ 2 ਸਾਲ ਦਾ 3 ਸਾਲ ਦਾ ਬੱਚਾ ਹੇਠਾਂ ਖੜਾ ਤੇ ਉਹ ਫੋਟੋ ਲੈ ਖੜਾ ਕਿ ਯੂਕਰੇਨ ਤੇ ਹਮਲਾ ਬੰਦ ਕਰ ਦਿਓ। ਸਾਨੂੰ ਨਹੀਂ ਪਤਾ ਕਿ ਫੀਤੀ ਕਿਹਦੇ ਮੋਢੇ ਤੇ ਲੱਗਣੀ ਹੈ, ਪਰ ਬਹੁਤ ਸਾਰੇ ਪਰਿਵਾਰਾਂ ਦੇ ਜੀ ਚਲੇ ਜਾਣੇ ਆ, ਜਿਨ੍ਹਾਂ ਦੇ ਘਰ ਟੁੱਟ ਜਾਣੇ ਆ, ਦੁਬਾਰਾ ਕਦੋਂ ਬਣਨੇ ਪਤਾ ਨਹੀਂ। ਲੱਖਾਂ ਲੋਕ ਸ਼ਰਨਾਰਥੀ ਹੋ ਗਿਆ, ਕੋਈ ਪੋਲੈਂਡ ਵੜ ਗਿਆ, ਕੋਈ ਰੋਮਾਨੀਆ ਵੜ ਗਿਆ, ਕੋਈ ਕਿਤੇ ਵੜ ਗਿਆ। ਉਹ ਲੋਕਾਂ ਨੇ ਟੈਂਟਾਂ 'ਚ ਹੀ ਰਹਿਣਾ, ਘਰ-ਬਾਰ ਛੱਡ ਕੇ, ਨੌਕਰੀਆਂ ਛੱਡ ਕੇ, ਕਾਰੋਬਾਰ, ਹੱਟੀਆਂ, ਦੁਕਾਨਾਂ ਛੱਡ ਕੇ ਉਧਰਲੇ ਪਾਸੇ ਚਲੇ ਗਏ। ਸੁਖਾਲਾ ਥੋੜੀ ਆ, ਦੇਸ਼ਾਂ ਨੇ ਤਾਂ ਇੱਕ ਇੱਦਾਂ ਜਾਰੀ ਕਰਨਾ 1 ਲੱਖ ਸ਼ਰਨਾਰਥੀ ਉੱਥੇ ਬੈਠਾ ਜੀ, ਸਾਡੇ ਲਈ 10 ਸਕਿੰਟਾਂ ਦੇ ਵਿੱਚ ਟਾਈਟਲ ਫੜ ਹੋ ਜਾਂਦਾ। ਉਹ 1 ਲੱਖ ਬੈਠਾ ਕਿੱਦਾਂ ਆ, ਉਹਨਾਂ ਦਾ ਡਾਕਟਰ ਕਿਹੜਾ ਆ, ਉਹਨਾਂ ਨੂੰ ਹਸਪਤਾਲ ਕਿਹੜਾ ਆ, ਉਹਨਾਂ ਨੇ ਖਾਣਾ ਕਿੱਥੋਂ ਆ, ਉਹਨਾਂ ਦੇ ਵਾਸ਼ਰੂਮ ਦਾ ਕੀ ਪ੍ਰਬੰਧ ਹੈ, ਨਹਾਉਣ ਦਾ ਕੀ ਪ੍ਰਬੰਧ ਹੈ, ਕੁਝ ਵੀ ਨਹੀਂ ਪਤਾ। ਕਿੰਨੇ ਵਿਦਿਆਰਥੀ ਨੇ, ਕੋਈ ਕਿਤੇ ਫਸਿਆ ਬੈਠਾ, ਕੋਈ ਕਿਤੇ, ਕਿਸੇ ਕੋਲ 2 ਦਿਨ ਦੀ ਰੋਟੀ, ਕਿਸੇ ਕੋਲ 1 ਦਿਨ ਦੀ ਰੋਟੀ, ਕੋਈ ਚਾਕਲੇਟ ਖਾ ਕੇ ਗੁਜ਼ਾਰਾ ਕਰੀ ਜਾਂਦਾ। ਉੱਥੇ ਕਈ ਜਣ ਤਾਂ ਕਈ ਦਿਨ ਹੋ ਗਏ ਨਹਾਉਣਾ ਨਹੀਂ ਮਿਲਿਆ। ਅਜੇ ਤਾਂ ਇੰਨਾ ਸ਼ੁਕਰ ਹੈ ਕਿ ਟੈਲੀਫੋਨ ਚੱਲਦੇ ਆ ਤੇ ਘਰਾਂ ਦੇ ਵਿੱਚ ਗੱਲਬਾਤ ਹੋਈ ਜਾਂਦੀ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ, ਆਹ ਸਮਾਂ ਕਿਸੇ ਦੀਆਂ ਕਮੀਆਂ ਕੱਢਣ ਦਾ ਨਹੀਂ। ਹੁਣ ਭਾਰਤ ਸਰਕਾਰ ਦੇ 4 ਮੰਤਰੀ ਜਿਹੜੇ ਆ ਉਹ ਜਾ ਰਹੇ ਨੇ, ਉਹਦੇ ਵਿੱਚ ਜਿਹੜੇ ਇਸ ਵੇਲੇ ਕਿਰਨ ਰਿਜੀਜੂ ਵੀ ਨੇ, ਹਰਦੀਪ ਸਿੰਘ ਪੁਰੀ ਸਾਹਿਬ ਵੀ ਨੇ, ਵੀਕੇ ਸਿੰਘ ਹੋਰੀ ਵੀ ਨੇ ਤੇ ਜੋਤਿਰਾਦਿੱਤਿਆ ਸਿੰਧੀਆ ਸਾਹਿਬ। ਉਹ ਯੂਕਰੇਨ ਦੇ ਨੇੜਲੇ ਦੇਸ਼ਾਂ 'ਚ ਜਾਣਗੇ, ਇੱਕ ਦੇਸ਼ 'ਚ। ਉੱਥੇ ਜਿਹੜੇ ਭਾਰਤੀ ਬਾਰਡਰ ਪਾਰ ਕਰਕੇ ਆ ਰਹੇ ਉਹਨਾਂ ਨੂੰ ਬਾਹਰ ਲਿਜਾਣ ਦਾ ਇੰਤਜ਼ਾਮ ਕਰਨਗੇ। ਲੇਟ ਹੋ ਗਏ, ਕੁਛ ਹੋ ਗਿਆ,
ਪਰ ਇਸ ਵੇਲੇ ਜੋ ਕੁਝ ਵੀ ਸਾਂਭਿਆ ਜਾ ਸਕਦਾ ਸਾਂਭਣਾ ਚਾਹੀਦਾ। ਨਹੀਂ, ਬੜਾ ਜ਼ਰੂਰੀ ਆ। ਚਲੋ ਆਸ ਕਰਦੇ ਆ ਵੀ ਹੁਣ ਜੇ ਗੱਲ ਇਹ ਤੁਰੀ ਆ, ਪਹਿਲੀ ਗੱਲ ਤੇ ਵੀ ਹੁਣ ਉਹਨਾਂ ਨੇ ਦੁਬਾਰਾ ਬੈਠਣਾ, ਉਹ ਉੱਥੋਂ ਕੋਈ ਨਾ ਕੋਈ ਹੱਲ ਨਿਕਲ ਆਵੇ, ਕੋਈ ਨਾ ਕੋਈ ਰਾਹ ਨਿਕਲ ਆਵੇ ਵੀ ਆਪਾਂ ਜੇ ਸਭ ਤੋਂ ਪਹਿਲਾਂ ਕਰਨਾ ਤੇ ਗੋਲੀਬੰਦੀ ਕਰ ਦਈਏ ਵੀ ਜੋ ਹੈ ਜਿੱਥੇ ਹੈ ਐਜ਼ ਇਟ ਇਜ਼ ਹੈ। ਆਪਾਂ ਨੂੰ ਘੱਟੋ ਘੱਟ ਜਿਹੜੇ ਲੋਕ ਪੈਨਿਕ ਹੋ ਕੇ ਭੱਜ ਰਹੇ ਨੇ ਉਹ ਕੰਮ ਨਾ ਹੋਵੇ। ਤੇ ਦੂਜੀ ਗੱਲ, ਜਿਹੜੇ ਉੱਥੇ ਹੁਣ ਫਸੇ ਨੇ ਜਾਂ ਘਰੋਂ ਬੇਘਰ ਹੋਏ ਨੇ, ਉਹਨਾਂ ਦੀ ਸਾਰ ਪਹਿਲਾਂ ਲੈਣ ਦੀ ਲੋੜ ਆ, ਕਿਉਂਕਿ ਜੇ ਜਿਹੜਾ ਬੰਦਾ ਘਰੋਂ ਬੇਘਰ ਹੈ ਨਾ, ਆਪਾਂ ਨੂੰ ਕਿਸੇ ਵੇਲੇ ਲੱਗਦਾ ਹੁੰਦਾ ਵੀ ਯਾਰ ਕੀ ਫਰਕ ਪੈਂਦਾ। ਤੁਸੀਂ ਦੇਖੋ, ਸ਼ਾਇਦ ਵੀਡੀਓਜ਼ ਵੀ ਦੇਖੀਆਂ ਹੁਣ, ਫੋਟੋਜ਼ ਵੀ ਦੇਖੀਆਂ ਹੁਣ, ਵੀ ਉੱਥੇ ਕਈਆਂ ਥਾਵਾਂ ਤੇ ਲਾਈਨਾਂ 'ਚ ਲੱਗਿਆ ਝੁੰਡ ਤੇ ਉੱਤੋਂ ਬਰਫ਼ ਪੈ ਰਹੀ ਜੀ ਹੈ ਨਾ। ਹੁਣ ਇੱਕ ਜਿਹੜੀ ਬਰਫ਼ ਪੈਂਦੀ, ਹੋ ਸਕਦਾ ਵੀ ਇੱਥੇ ਜੇ ਭਾਰਤ ਦੇ ਹਿਸਾਬ ਨਾਲ ਦੇਖਿਆ ਤੇ ਉਹ ਵਾਓ ਟਾਈਪ ਫੀਲਿੰਗ ਆਉਂਦੀ ਹੁੰਦੀ, ਸੈਲਾਨੀ ਗਏ ਆ ਜੀ, ਕਈ ਵਾਰ ਫੋਟੋਆਂ ਦੇ ਰਮਨੀਕ ਦ੍ਰਿਸ਼ ਵੇਖਿਆ ਗਿਆ, ਉੱਥੇ ਸਨੋ ਪਈ। ਪਰ ਇੱਥੇ ਜਿੱਥੇ ਆਪਾਂ ਪੈਂਦੀ ਦੇਖ ਲੈਂਦੇ, ਉੱਥੇ ਆਪਾਂ ਨੂੰ ਅੰਦਾਜ਼ਾ ਲੱਗ ਸਕਦਾ ਵੀ ਜਦੋਂ ਸਨੋਫਾਲ ਹੁੰਦੀ ਆ ਤੇ ਉਹ ਵੀ ਜਦੋਂ ਬੰਦਾ ਘੰਟਿਆਂ ਬੱਧੀ ਜਾਂ ਦਿਨਾਂ ਬੱਧੀ ਲਾਈਨਾਂ 'ਚ ਲੱਗਾ ਹੋਵੇ ਤੇ ਉਹਨੂੰ ਇਹ ਸਾਹਮਣੇ ਦਿਸਦਾ ਹੋਵੇ ਕਿ ਯਾਰ ਜੇ ਮੈਂ ਉਹ ਗੇਟ ਲੰਘ ਗਿਆ ਤੇ ਮੇਰੀ ਜ਼ਿੰਦਗੀ ਬਚ ਜਾਣੀ, ਉਦੋਂ ਬੰਦਾ ਇਹ ਨਹੀਂ ਭਾਲਦਾ ਵੀ ਮੈਂ ਬਰਫ਼ ਤੋਂ ਬਚ ਜਾਵਾਂ, ਉਹਨੂੰ ਹੁੰਦਾ ਵੀ ਯਾਰ ਮੈਂ ਗੋਲੀ ਤੋਂ ਬਚ ਜਾਵਾਂ, ਕਿ ਜੇ ਮੈਂ ਇੱਥੋਂ ਬਚ ਗਿਆ ਤੇ ਫਿਰ ਜ਼ਿੰਦਗੀ ਰਹਿ ਜੂਗੀ, ਨਹੀਂ ਤੇ ਔਖਾ। ਸੰਧਾਲੀਆ ਸਾਹਿਬ, ਬਹੁਤ ਨਾ ਵੀਡੀਓ 35 ਕਿਲੋਮੀਟਰ ਤੁਰ ਕੇ ਸਾਡੇ ਜਵਾਕ ਬਾਰਡਰ ਤੇ ਪਹੁੰਚੇ, ਉੱਥੇ ਹੁਣ 2-3 ਦਿਨ ਤੋਂ ਬੈਠੇ ਆ। ਅੰਦਾਜ਼ਾ ਲਾਓ ਕਿ 35 ਕਿਲੋਮੀਟਰ ਤੁਰ ਕੇ ਪਹੁੰਚੇ, ਸਮਾਨ ਕਿੰਨਾ ਕੁ ਹੋਊਗਾ ਕੋਲ? ਜਿਹੜੇ ਕੱਪੜੇ ਪਾਏ ਹੋਏ ਹੋਣੇ, ਛੋਟਾ ਜਿਹਾ ਇੱਕ ਬੈਗ ਹੋਣਾ, ਹੋਰ ਤਾਂ ਕੁਝ ਨਹੀਂ ਹੋ ਸਕਦਾ ਨਾ। ਤੁਸੀਂ 35 ਕਿਲੋਮੀਟਰ ਕਿੰਨੇ ਬੈਗ ਚੱਕ ਕੇ ਤੁਰ ਪਾਓਗੇ? ਫਿਰ ਤੁਰਦਿਆਂ ਉੱਪਰ ਬਰਫ਼ ਪੈਂਦੀ ਆ, ਮਾਈਨਸ ਦੇ ਵਿੱਚ ਟੈਂਪਰੇਚਰ ਹੈ। ਫਿਰ ਇਹ ਨਹੀਂ ਪਤਾ ਕਿ ਜਿਹੜੀ ਸੜਕੇ ਤੁਰੇ ਜਾ ਰਹੇ ਜਾਂਦੀ ਕਿੱਧਰ ਨੂੰ ਆ। ਇਹ ਵੀ ਨਹੀਂ ਪਤਾ ਕਿ ਤੁਰ ਪਹੁੰਚਣਾ ਕਿ ਨਹੀਂ ਪਹੁੰਚਣਾ, ਤੇ ਜੇ ਤੁਰ ਪਹੁੰਚ ਵੀ ਗਿਆ ਤਾਂ ਉੱਥੇ ਮੂਹਰੇ ਕੌਣ ਵਾਸੀ ਬੈਠੀ ਹੈ। ਇਸ ਕਰਕੇ ਸਮਾਂ ਬਹੁਤ ਜ਼ਿਆਦਾ ਔਖਾ। ਦੂਰ ਬੈਠਿਆਂ ਨੂੰ ਹਾਸੇ ਆਉਂਦੇ ਆ, ਦੂਰ ਬੈਠਿਆਂ ਦੇ ਲਈ ਉਹ ਖਬਰ ਲੱਗਦੀ ਹੈ। ਅੱਛਾ, ਹੁਣ ਮੰਨ ਲਓ ਕਿਸੇ ਗੁਆਂਢ ਦੇ ਵਿੱਚ ਹੋਵੇ, ਅੱਛਾ ਭੈਣ ਜੀ ਕੁੜੀ ਦਾ ਲੱਗਾ ਕੁਛ ਪਤਾ, ਮੁੰਡੇ ਦਾ ਲੱਗਾ ਕੁਛ ਪਤਾ, ਹੁਣ ਉਹ ਕੀ ਜਵਾਬ ਦੇਣਗੇ? ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਸੰਧਾਲੀਆ ਸਾਹਿਬ, ਜਿਨ੍ਹਾਂ ਲੋਕਾਂ ਦੇ ਵਿੱਚ ਫਿਕਰ ਘੱਟ ਹੋ ਰਿਹਾ ਉਹ ਯੂਕਰੇਨ ਦੇ ਆਪਣੇ ਲੋਕ ਨੇ। ਠੀਕ ਹੈ, ਸਾਡੇ ਕੋਲੇ ਤਸਵੀਰਾਂ ਆ ਰਹੀਆਂ ਜੀ, ਉੱਥੋਂ ਦੇ ਲੋਕਾਂ ਨੇ ਹਥਿਆਰ ਚੱਕ ਲਏ ਜੀ। ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਸਾਂਭਦੇ ਉਹਨਾਂ ਨੇ ਹਥਿਆਰ ਥੋੜੀ ਚੱਕਣੇ ਆ। ਹੁਣ ਸਾਡੇ ਬੱਚੇ ਜੇ ਉੱਥੋਂ ਨਿਕਲ ਵੀ ਆਉਣ, ਯੂਕਰੇਨ ਦੇ ਸਥਾਨਕ ਲੋਕਾਂ ਦਾ ਕਸੂਰ ਥੋੜੀ, ਅਰਦਾਸ ਤਾਂ ਉਹਨਾਂ ਦੀ ਵੀ ਬਣਦੀ ਹੈ ਕਿ ਭਾਈ ਉਹ ਵੀ ਸੁਰੱਖਿਅਤ ਰਹਿਣ। ਬਿਲਕੁਲ ਸਹੀ। ਸੋ ਆਸ ਕਰਦੇ ਹਾਂ ਜੀ ਵੀ ਇਹ ਜੋ ਕੁਝ ਵੀ ਹੈਗਾ ਇਹ ਛੇਤੀ ਨਿਬੜੇ, ਕਿਸੇ ਨਾ ਕਿਸੇ ਪਾਸਿਓਂ ਕੋਈ ਠੰਡੀ ਹਵਾ ਦਾ ਬੁੱਲਾ ਆਵੇ। ਦੂਜਾ, ਜੇ ਆਪਾਂ ਮੋੜਾ ਕੱਟੀਏ ਪੰਜਾਬ ਵਾਲੀਆਂ ਖਬਰਾਂ ਵਾਲੇ ਪਾਸੇ, ਤੇ ਕੱਲ੍ਹ ਦੇ ਬਾਬਾ ਜੀ ਜਿਹੜੇ 21 ਦਿਨਾਂ ਦੀ ਫਰਲੋ ਤੇ ਪੈਰੋਲ ਤੇ ਆਏ ਸੀਗੇ, ਉਹਨਾਂ ਨੂੰ ਕਹਿੰਦੇ ਵੀ ਪੂਰੀ ਸੁਰੱਖਿਆ ਦੇ ਨਾਲ ਦੁਬਾਰਾ ਮਾਨ ਸਨਮਾਨ ਨਾਲ ਅੰਦਰ ਛੱਡ ਆਏ ਆ। ਤੇ ਹੁਣ ਤੇ ਹੋ ਸਕਦਾ ਵੀ ਸਰਕਾਰਾਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਹੋਵੇ ਵੀ ਚਲੋ ਕੋਈ ਨਹੀਂ, ਜਿਹੜਾ ਕੰਮ ਹੋਣਾ ਸੀ ਹੋ ਗਿਆ, ਹੁਣ ਨਿਬੜ ਗਿਆ। ਦੇਖੋ, ਬਹੁਤ ਜ਼ਰੂਰੀ ਸੀ। ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ, ਨਿਯਮਾਂ ਤੇ ਕਾਨੂੰਨਾਂ ਦਾ। ਗੁਰਮੀਤ ਰਾਮ ਰਹੀਮ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਸੀ, ਮੁੜ ਕੇ ਅੰਦਰ ਜਾਣਾ ਕਿੰਨਾ ਕਿਤੇ ਫਰਕ ਪਿਆ। ਇੱਕ ਸੜਕ ਹੀ ਬੰਦ ਕੀਤੀ। ਦੇਖੋ, ਰਾਮ ਰਹੀਮ ਵਰਗਾ ਬੰਦਾ ਹੋਵੇ, ਉਹਨੇ ਆਪਣੇ ਡੇਰੇ ਤੋਂ ਜੇਲ੍ਹ ਤੱਕ ਜਾਣਾ ਹੋਵੇ, ਸੜਕ ਤਾਂ ਬੰਦ ਕਰਨੀ ਬਣਦੀ ਆ ਨਾ। ਪਤਾ ਨਹੀਂ ਉਹਨੇ ਕਿੰਨੇ ਵਜੇ ਜਾਣਾ, ਸਵੇਰੇ 7 ਵਜੇ ਸੜਕ ਬੰਦ ਕਰਤੀ, ਕਿ ਆਮ ਬੰਦਾ ਨਹੀਂ ਆ ਸਕਦਾ, ਇੱਥੋਂ ਖਾਸ ਬੰਦਾ ਹੀ ਆ ਸਕਦਾ। ਜਾਣੀ ਉਹਦੀ ਸਿਕਿਉਰਿਟੀ ਦਾ ਮਸਲਾ ਸੀ ਕਿ ਇੱਕ ਸੜਕ ਬੰਦ ਕਰਕੇ ਆਮ ਲੋਕ ਪਰੇਸ਼ਾਨ ਹੋਏ ਨੇ। ਤਾਂ ਫਿਰ ਉਹਨੇ ਕਿਹੜਾ ਖੂਨ ਖੋਇਆ ਹੋਊਗਾ, ਮੰਨ ਲਓ ਕਿ ਬਾਹਰ ਜਾ ਕੇ, ਵੀ ਜਿਹੜਾ ਐਡਾ ਹੀ ਜ਼ਰੂਰੀ ਸੀ ਉਹਨੇ ਕਾਗਜ਼ ਪੱਤਰ ਉੱਥੇ ਦਸਤਖਤ ਕਰਨੇ ਸੀ, ਜਾਂ ਜਿਹੜਾ ਕੰਮ ਉਹਦੇ ਜਾਣ ਤੋਂ ਬਿਨਾਂ ਹੁੰਦਾ ਨਹੀਂ ਸੀ। ਹੁਣ ਚਲੋ 21 ਦਿਨ ਦੀ ਫਰਲੋ ਸੀ, ਪੈਰੋਲ ਸੀ, ਅੰਦਰ ਚਲੇ ਗਏ। ਕੇਸ ਕੂਸ ਜਿਹੜੇ ਚੱਲਦੇ ਆਪੇ ਹੀ ਰਫਾ ਦਫਾ ਜਿਹਾ ਹੋ ਜਾਣੇ ਆ, ਜਾਣੀ ਜਿਹੜੇ ਕੇਸ ਕਿ ਉਹਨਾਂ ਨੂੰ ਫਰਲੋ ਕਿਉਂ ਦਿੱਤੀ ਗਈ, ਕੀ ਦਿੱਤੀ ਗਈ। ਬਾਕੀ ਸੰਧਾਲੀਆ ਸਾਹਿਬ ਜਾਂਦਿਆਂ ਜਾਂਦਿਆਂ ਕਹਿੰਦੇ ਮੀਟਿੰਗ ਕੀਤੀ ਇੱਕ ਉਹਨਾਂ ਨੇ, ਕਿਉਂਕਿ ਫਿਰ ਦਿਨ ਸੀ ਸਤਨਾਮ ਸ਼ਾਹ ਹੋਰਾਂ ਦਾ, ਉਹਨਾਂ ਦਾ ਦਿਨ ਸੀ, ਮੀਟਿੰਗ ਕੀਤੀ ਹੈ ਡੇਰੇ ਦੇ ਪ੍ਰਬੰਧਕਾਂ ਦੇ ਨਾਲ ਵੀ, ਪਰਿਵਾਰ ਦੇ ਮੈਂਬਰ ਵੀ ਸੀ। ਹੁਣ ਉਸ ਮੀਟਿੰਗ ਤੋਂ ਬਾਅਦ ਡੇਰਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰਲੇ ਪਾਸੇ ਨੂੰ ਤੁਰੂਗਾ, ਕਿਉਂਕਿ ਆਹ ਵੋਟਾਂ ਤਾਂ ਗਈਆਂ ਪੈ 24 ਕਿਹੜਾ ਦੂਰ ਆ। ਇਹ ਦੇਖੋ, ਗੱਲ ਇਹ ਆ ਵੀ ਇਹ ਜਿਹੜਾ ਵੋਟਾਂ ਵਾਲਾ ਕੰਮ ਇਸ ਪਾਸੇ ਨੂੰ ਤੁਰ ਪਿਆ, ਮੇਰਾ ਖਿਆਲ ਜ਼ਰੂਰ ਆਪਾਂ ਇਹ ਇਸ ਗੱਲ 'ਚ ਨਹੀਂ ਪੈਂਦੇ ਵੀ ਕਿਹਦੀ ਕਿੱਥੇ ਸ਼ਰਧਾ ਜੀ, ਕਿਉਂਕਿ ਇੱਕ ਡੇਰਾ ਤਾਂ ਹੈ ਨਹੀਂ, ਡੇਰੇ ਤੇ ਬਹੁਤ ਨੇ, ਤੇ ਬੜੇ ਲੋਕਾਂ ਦੀ ਬੜੇ ਥਾਵਾਂ ਦੇ ਉੱਪਰ ਆਸਥਾ ਹੁੰਦੀ ਹੈ। ਕਿਸੇ ਦੀ ਧਰਮ 'ਚ ਆਸਥਾ, ਕਿਸੇ ਦੀ ਡੇਰੇ 'ਚ ਆਸਥਾ, ਕਿਸੇ ਦੀ ਕਿਸੇ ਹੋਰ ਥਾਂ ਆਸਥਾ। ਆਸਥਾ ਆਪਣੀ ਥਾਂ ਹੋਣੀ ਚਾਹੀਦੀ ਹੈ, ਸਮਝਦਾ ਨਹੀਂ ਆਪਣੀ ਥਾਂ ਹੋਣੀ ਚਾਹੀਦੀ ਹੈ। ਕਿਉਂਕਿ ਆਹ ਜੋ ਕੁਛ ਇਸ ਵਕਤ ਚੱਲ ਰਿਹਾ, ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿੰਨੀ ਦੇਰ ਤੱਕ ਦੇ ਲੀਡਰ ਸਿਰ ਤੇ ਰਹੇ, ਉਨੀ ਦੇਰ ਤੱਕ ਦੇ ਗੁਆਂਢੀ ਵੀ ਕਾਂਗਰਸੀ, ਅਕਾਲੀ, ਬੀਜੇਪੀ ਵਾਲੇ, ਆਪ ਵਾਲੇ ਰਹੇ। ਤੇ ਜਿੱਦਣ ਉਹ ਥੋੜ੍ਹੇ ਜਿਹੇ ਪਾਸੇ ਹੋ ਗਏ ਤੇ ਪਤਾ ਲੱਗਿਆ ਵੀ ਉਹ ਦੁਨੀਆ ਦੇ ਦੂਸਰੇ ਹਿੱਸੇ ਦੇ ਵਿੱਚ ਰੌਲਾ ਪੈ ਗਿਆ ਤੇ ਸਾਡੇ ਜਵਾਕ ਉੱਥੇ ਫਸੇ ਨੇ। ਤੇ ਦੂਰੋਂ ਨੇੜਿਓਂ ਵੀ ਜਿਹੜਾ ਕਿਸੇ ਨੂੰ ਹੋ ਸਕਦਾ ਵੀ ਪਹਿਲਾਂ ਕਿਤੇ ਕੁੰਦਾ ਬੋਲਦਾ ਨਾ ਹੋਵੇ, ਹੋ ਸਕਦਾ ਕਿਤੇ ਵੋਟਾਂ 'ਚ ਹੀ ਲੜੇ ਹੋਣ, ਉਹ ਵੀ ਜਾ ਕੇ ਪਤਾ ਲੈ ਕੇ ਆਉਂਦਾ ਵੀ ਪਤਾ ਕੁਛ ਲੱਗਾ। ਅਸਲ ਜਿਹੜੀ ਮਤਲਬ ਆਪਣੀ ਭਾਈਚਾਰਕ ਸਾਂਝ ਹੈ ਨਾ, ਉਹ ਇੱਕ ਦੂਸਰੇ ਨਾਲ ਮਿਲ ਕੇ ਰਹਿਣ ਵਾਲੀ ਹੈ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਉਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਠੀਕ ਹੈ, ਜੇ ਬਾਬਾ ਜੀ ਕਹਿਣ ਵੀ ਫਲਾਣੇ ਨੂੰ ਪਾਉਣੀ ਆ ਵੋਟ, ਤੇ ਬਾਬੇ ਨੂੰ ਕਹਦੇ ਵੀ ਚੰਗਾ ਬਾਬਾ ਜੀ, ਜਿੱਦਾਂ ਤੁਸੀਂ ਕਹਿੰਦੇ ਉੱਦਾਂ ਕਰ ਲਾਂਗੇ। ਮਾਫੀ ਵੀ ਤੇ ਮੰਗਣੀ ਹੁੰਦੀ ਆ, ਫਿਰ ਮਹਾਰਾਜ ਅੱਗੇ ਅਰਦਾਸ ਕਰਦੇ ਵੀ ਚਲੋ ਜੀ ਅਸੀਂ ਇਹ ਬਾਬਾ ਜੀ ਨੇ ਆਹ ਕਿਹਾ ਵੀ ਅਸੀਂ ਹੁਣ ਆਪਣੇ ਹਿਸਾਬ ਨਾਲ ਕਰਨ ਲੱਗੇ ਹਾਂ ਜੀ। ਤੇ ਬਾਬੇ ਤੋਂ ਵੀ ਉੱਤੇ ਕੋਈ ਬਾਬਾ ਬੈਠਾ ਹੀ ਆ, ਉਹ ਤੇ ਵੇਂਦਾ ਹੀ ਆ ਨਾ ਵੀ ਉਹਨੇ ਸਹੀ ਕਿਹਾ ਕਿ ਗਲਤ ਕਿਹਾ। ਆਪਾਂ ਇੱਕ ਦੀ ਗੱਲ ਨਹੀਂ ਕਰਦੇ, ਮੈਂ ਸਾਰਿਆਂ ਦੀ ਗੱਲ ਕਰਦਾ। ਸੰਧਾਲੀਆ ਸਾਹਿਬ, ਬੱਸ 'ਚ ਬਹਿ ਜਾਓ ਪੰਜਾਬ 'ਚ,
ਤੁਹਾਨੂੰ ਬੜੇ ਇਸ਼ਤਿਹਾਰ ਲੱਭਣਗੇ ਜੀ, ਆਹ ਵਸ਼ੀਕਰਨ, ਆਹ ਕਰ ਦਿਆਂਗੇ, ਫਨਾਹ ਕਰ ਦਿਆਂਗੇ, ਹੈ ਨਾ, ਵੱਸ 'ਚ ਕਰ ਲਿਆਂਗੇ। ਬੜੇ ਬਾਬੇ ਨੇ, ਜਿਉਂਦੇ ਵੀ ਨੇ, ਕਈ ਦੁਨੀਆ ਤੋਂ ਵੀ ਚਲੇ ਗਏ, ਕਿਉਂ ਨਾ ਉਹ ਗਿਆ ਨਾਲ ਦੇ, ਉਹ ਅੱਧ ਵਿਚਾਲੇ ਤੁਰੇ ਫਿਰਦੇ ਆ, ਰੱਖਿਓ। ਉਹ ਸਾਰੇ ਇਹ ਦਾਅਵਾ ਕਰਦੇ ਆ ਕਿ ਭਾਈ ਕਿਹੜੀ ਗੱਲ ਹੈ, ਸਾਡੇ ਕੋਲੇ ਕਿਹੜੀ ਸ਼ਕਤੀ ਨਹੀਂ। ਮੈਂ ਕਹਿੰਦਾ ਕਿ ਠੀਕ ਹੈ, ਤੁਸੀਂ ਬਹੁਤ ਦਾਅਵੇ ਕੀਤੇ, ਆ ਮਾੜਾ ਜਿਹਾ ਕਿਤੇ ਉਹਨਾਂ ਦੇ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਚੱਲਦੀ ਉਹਨਾਂ ਦੇ ਮਨਸਮੱਤਿਆ ਪਾ ਦਿਓ, 2 ਕੁ ਦਿਨ ਦੇ ਦਿਓ, ਸਾਡੇ ਮੁੰਡੇ ਕੁੜੀਆਂ ਬਾਹਰ ਕਢਾ ਦਿਓ। ਯਾਨੀ ਜੇ ਤੁਸੀਂ ਕੁਝ ਕਰਨ ਜੋਗੇ ਆ, ਨੌ ਸੱਸ ਦੀ ਲੜਾਈ ਕਰਾਉਣਾ ਹੀ ਥੋੜ੍ਹਾ ਤੁਹਾਡਾ ਫਰਜ਼ ਹੈ ਇੱਕ, ਜਾਂ ਘਰ ਦੇ ਵਿੱਚ ਕਿ ਮੁੰਡਾ ਹੋ ਜੂ, ਕੁੜੀ ਹੋ ਜੂ, ਆਹ ਹੋ ਜੂ, ਉਹ ਹੋ ਜੂ, ਵਿਦੇਸ਼ ਚਲੇ ਜਾਓ, ਤੁਸੀਂ ਜਹਾਜ਼ ਜੇ ਚੜਾ ਸਕਦੇ ਆ, 15-16 ਜਹਾਜ਼ ਇੱਧਰੋਂ ਯੂਕਰੇਨ ਦੇ ਵਿੱਚੋਂ ਕਢਾ ਦਿਓ। ਸਾਡੇ ਨਿਆਣੇ ਵਿਚਾਰੇ ਫਸੇ ਫਿਰਦੇ ਆ। ਮਾੜਾ ਜਿਹਾ ਇੱਕ ਤਾਂ ਮੰਤਰ ਮਾਰੋ, ਜੇ ਕਿਤੇ ਯੰਤਰ ਤੁਹਾਡੇ ਕੋਲ ਕੋਈ ਹੈਗਾ ਇਦਾਂ ਦਾ ਕਾਲਾ ਚਿੱਟਾ ਨੀਲਾ ਪੀਲਾ ਇਲਮ ਕੋਈ, ਤਾਂ ਭਾਈ ਜਿਹੜੇ ਬੰਕਰਾਂ 'ਚ ਬੈਠੇ ਉਹਨਾਂ ਨੂੰ 2-4 ਬੋਰੀਆਂ ਆਟੇ ਦੀਆਂ, ਕੋਈ ਦਾਲ, ਕੋਈ ਬਣੀ ਚੀਜ਼, ਕੋਈ ਮਟਰ ਪਨੀਰ, ਮਾੜਾ ਮੋਟਾ ਕਰੋ ਜੁਗਾੜ। ਤੇ ਜੇ ਹੁਣ ਨਹੀਂ ਕਰਨਾ, ਤੁਹਾਨੂੰ ਅਸੀਂ ਰਗੜ ਕੇ ਗੋਡੇ ਤੇ ਲਾਉਣਾ। ਨਹੀਂ, ਉਹ ਤਾਂ ਆਉਂਦੇ ਵੀ ਗੋਡੇ ਤੇ ਮੈਂ ਦੋਵਾਂ ਤੇ ਲਾ ਲਓ, ਉਹਨੂੰ ਫਰਕ ਪੈਂਦਾ। ਅੱਛਾ, ਜੇ ਜੇਲ੍ਹ ਦੀ ਗੱਲ ਚੱਲੀ ਆ ਤੇ ਜੇਲ੍ਹ 'ਚ ਬੰਦ ਨੇ ਅਕਾਲੀ ਲੀਡਰ ਵੱਡੇ ਮਜੀਠੀਆ ਸਾਹਿਬ ਜੀ। ਹੁਣ ਵਕੀਲ ਸਾਹਿਬ ਤੋਂ ਉਹਨਾਂ ਦੇ ਆਂਦੇ ਵੀ ਫਾਈਲ ਅਸੀਂ ਤਿਆਰ ਕਰ ਰਹੇ ਹਾਂ, 1 ਦਿਨ ਦੇ ਵਿੱਚ ਹਾਈ ਕੋਰਟ ਪਹੁੰਚ ਕਰ ਲੈਣੀ ਆ, ਤੇ ਉੱਥੇ ਜਾ ਕੇ ਫਿਰ ਪੱਕੀ ਜ਼ਮਾਨਤ ਦੇ ਲਈ ਰਜੋਈ ਕਰਾਂਗੇ। ਕਿਉਂਕਿ ਜਿੰਨੀ ਵਾਰ ਛੋਟੇ ਤੋਂ ਲੈ ਕੇ ਵੱਡੇ ਲੀਡਰ ਸਾਹਿਬਾਨ ਉਹਨਾਂ ਦੇ ਇਹੀ ਕਹਿੰਦੇ ਆ ਵੀ ਪੋਲੀਟੀਕਲ ਵੈਂਡੇਟਾ ਜੀ, ਬਦਲਾਖੋਰੀ ਦੀ ਭਾਵਨਾ ਦੇ ਨਾਲ ਸਾਡੇ ਲੀਡਰ ਸਾਹਿਬ ਨੂੰ ਫਸਾਇਆ ਗਿਆ। ਚਲੋ ਸੱਚ ਝੂਠ ਦਾ ਨਿਬੇੜਾ ਤਾਂ ਅਦਾਲਤਾਂ ਨੇ ਕਰਨਾ, ਪਰ ਹੁਣ ਗੱਲ ਇਹ ਆ ਵੀ ਮਜੀਠੀਆ ਸਾਹਿਬ ਅੰਦਰ ਨੇ ਤੇ ਜੇਲ੍ਹ ਤੋਂ ਕਹਿੰਦੇ ਥੋੜ੍ਹਾ ਜਿਹਾ ਅੱਗੇ ਕਰਕੇ ਇੱਕ ਤੰਬੂ ਲੱਗਾ, ਉਹਦੇ 'ਚ ਵੀ ਅਕਾਲੀ ਲੀਡਰ ਬੈਠੇ ਨੇ। ਹੁਣ ਬੰਦਾ ਸੋਚਦਾ ਵੀ ਯਾਰ ਮਤਲਬ ਤੰਬੂ ਕਿਉਂ ਲੱਗਾ ਜੇਲ੍ਹ ਦੇ ਬਾਹਰ? ਕਿਉਂਕਿ ਕਾਰਨ ਹੈ ਵੀ ਮੁਲਾਕਾਤ ਵੈਸੇ ਤਾਂ ਕਹਿੰਦੇ ਵੀ ਕਰੋਨੇ ਦਾ ਕਰਕੇ ਉੱਥੇ ਵਿਚਾਰਿਆਂ ਦੀ ਮੁਲਾਕਾਤ ਹੁੰਦੀ ਨਹੀਂ, 2-2 ਸਾਲ ਹੋ ਗਏ ਆ, ਪਰ ਹੁਣ ਉਹ ਵੱਡੇ ਲੀਡਰ ਸਾਹਿਬ ਨੇ, ਇਸ ਕਰਕੇ ਉਹਨਾਂ ਦੇ ਨਾਲ ਮੁਲਾਕਾਤੀ ਆਉਂਦੇ ਨੇ, ਤੇ ਮੁਲਾਕਾਤੀਆਂ ਦੀ ਆਓ ਭਗਤ ਦੇ ਲਈ ਵੀ ਬਾਹਰ ਤੰਬੂ ਲੱਗਾ ਵੀ ਆਓ ਜੀ। ਨਹੀਂ ਦੇਖੋ, ਪਹਿਲੇ ਦਿਨ ਤੋਂ ਹੀ ਲੱਗਾ, ਪਹਿਲੇ ਦਿਨ ਵੀ ਕੋਸ਼ਿਸ਼ ਕੀਤੀ ਸੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਾਣ ਕੇ ਮਜੀਠੀਆ ਸਾਹਿਬ ਦਾ ਪਤਾ ਲਈਏ, ਸਲਾਹ ਬਲਾਹ ਕੋ ਕਰਨੀ ਹੁੰਦੀ ਹੈ। ਕਹਿੰਦੇ ਸੁਰਜੀਤ ਸਿੰਘ ਰਖੜਾ ਸਾਹਿਬ ਜ਼ਰੂਰ ਜਾ ਕੇ ਆਏ ਸੀ, ਕੱਪੜੇ ਜਾਂ ਕੁਛ ਹੋਰ ਡਿਊਟੀ ਦੇ ਵਿੱਚ ਮੁਲਾਕਾਤ ਹੋਈ, ਬਾਕੀਆਂ ਨੂੰ ਨਹੀਂ ਸੀ ਜਾਣ ਦਿੱਤਾ। ਫਿਰ ਉਹਨਾਂ ਨੇ ਬਾਹਰ ਟੈਂਟ ਲਾ ਲਿਆ, ਸਾਰੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉੱਥੇ ਬਹਿੰਦੀ ਹੈ, ਹੁਣ ਵਰਕਰ ਵੀ ਆਉਂਦੇ ਜਾਂਦੇ, ਕਿਉਂਕਿ ਮਜੀਠੀਆ ਸਾਹਿਬ ਵੱਡੇ ਲੀਡਰ ਨੇ। ਹੁਣ ਪਰ ਕਹਿੰਦੇ ਮੁਲਾਕਾਤ ਹੋਈ ਹੈ, ਬੀਬੀ ਜਗੀਰ ਕੌਰ ਹੋਰੀ, ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਰਖੜਾ ਸਾਹਿਬ ਵੀ। ਹੁਣ ਉਹ ਮੁਲਾਕਾਤ ਕਰਕੇ ਆਏ ਤੇ ਬਾਅਦ 'ਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੜ੍ਹਦੀ ਕਲਾ 'ਚ ਨੇ ਬਿਕਰਮ ਸਿੰਘ ਮਜੀਠੀਆ ਹੋਰੀ। ਉਹ ਕਹਿੰਦੇ ਜੀ ਸਾਨੂੰ ਫਸਾਇਆ ਜਾ ਰਿਹਾ ਹੈ, ਪਰ ਆਪਾਂ ਚੜ੍ਹਦੀ ਕਲਾ ਦਾ ਪੱਲਾ ਜਿਹੜਾ ਉਹ ਘੁੱਟ ਕੇ ਫੜ ਕੇ ਰੱਖਣਾ ਹੈ। ਹੁਣ ਫਾਈਲ ਜਾਊਗੀ ਮਾਣਯੋਗ ਹਾਈ ਕੋਰਟ ਦੇ ਵਿੱਚੋਂ, ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਹਾਈ ਕੋਰਟ 'ਚੋਂ ਪਤਾ ਲੱਗੂ। ਬਾਕੀ 8 ਤਰੀਕ ਤੱਕ ਨਹੀਂ ਤਾਂ ਉਹਨਾਂ ਦੇ ਅੰਦਰ ਰਹਿਣ ਦੇ ਹੁਕਮ ਨੇ। ਨਹੀਂ ਹੈਗੇ ਆ। ਉਹਨਾਂ ਨੇ ਇਹ ਵੀ ਕਿਹਾ ਬੀਬੀ ਜਗੀਰ ਕੌਰ ਹੋਣਾ, ਉਹ ਕਹਿੰਦੇ ਵੀ ਅੰਦਰੋਂ ਨਾ ਜੇਲ੍ਹ ਦੇ ਵਿੱਚ ਜਿਹੜੇ ਬੰਦ ਕੈਦੀ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਪਏ ਆ, ਸਮਝਦੇ ਪਏ ਆ ਵੀ ਕਈਆਂ ਦੀਆਂ ਮੁਲਾਕਾਤਾਂ ਨਹੀਂ ਹੋਈਆਂ, ਕਈਆਂ ਨੂੰ ਹੋਰ ਉੱਥੇ ਸਮੱਸਿਆਵਾਂ ਆਉਂਦੀਆਂ ਨੇ, ਕਈ ਬੰਦੇ ਵਿਚਾਰੇ ਜਿਹੜੇ ਨੇ ਉਹਨਾਂ ਨੂੰ ਮਤਲਬ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਹੈ ਉਹ ਨਹੀਂ ਮਿਲ ਰਹੀ, ਕੋਈ ਮਾਤੜ ਧਮਾਤੜ ਵੀ ਹੁੰਦਾ, ਕਿਸੇ ਵੇਲੇ ਇੱਧਰ ਉੱਧਰ ਕੋਈ 1.5-2 ਕਰਕੇ ਵੀ ਫਸਾਇਆ ਹੁੰਦਾ। ਉਹ ਕਹਿੰਦੇ ਵੀ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ, ਤੇ ਜਦੋਂ ਹੀ ਉਹ ਬਾਹਰ ਆਉਂਦੇ ਆ ਉਹਨਾਂ ਦੀਆਂ ਮੁਸ਼ਕਲਾਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜੀ। ਮੈਂ ਕੁਦਰਤੀ ਸੋਚਦਾ ਸੀ ਵੀ ਪਟਿਆਲੇ ਜੇਲ੍ਹ ਜਿਹੜੇ ਵਿਚਾਰੇ ਬੰਦ ਹੋਣੇ ਆ ਕੈਦੀ, ਉਹਨਾਂ ਨੂੰ ਵੀ ਓਨਾ ਹੀ ਹੌਸਲਾ ਆਇਆ ਹੋਣਾ ਜਿੰਨਾ ਹੌਸਲਾ ਉਦੋਂ ਜਦੋਂ ਖਹਿਰਾ ਸਾਹਿਬ ਬਾਹਰ ਆ ਕੇ ਆਏ, ਕਹਿੰਦੇ ਸੀ ਵੀ ਮੈਂ ਜੇਲ੍ਹ 'ਚ ਦੇਖਿਆ ਬਹੁਤ ਮੁਸ਼ਕਲਾਂ ਨੇ, ਮੈਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਨੇ। ਹੁਣ ਜਿਹੜੀ ਜੇਲ੍ਹ 'ਚੋਂ ਉਹ ਆਏ ਸੀ ਉਹਨਾਂ ਦੀਆਂ ਤੇ ਹੱਲ ਹੋ ਗਈਆਂ, ਪਟਿਆਲੇ ਵਾਲੀਆਂ ਫਿਰ ਉਦੋਂ ਹੋ ਜਾਣਗੀਆਂ ਜੇ ਮਜੀਠੀਆ ਸਾਹਿਬ ਬਾਹਰ ਆਉਣਗੇ। ਦੇਖੋ ਹੋ ਸਕਦਾ ਜੇਲ੍ਹ ਵਾਲੇ ਕਹਿੰਦੇ ਹੋ ਯਾਰ ਵੀ ਟਾਈਮ ਨਾਲ ਹੀ ਆ ਜਾ ਕਰਨ ਤਾਂ ਕੋਈ ਨਾ ਕੋਈ ਸ਼ਾਇਦ ਸਾਡੀ ਕੋਈ ਮੁਸ਼ਕਿਲ ਹੀ ਹੱਲ ਕਰਦਾ। ਖਹਿਰਾ ਸਾਹਿਬ ਇਹ ਵੀ ਕਹਿੰਦੇ ਨੇ ਕਈਆਂ ਦੇ ਕਾਗਜ਼ ਪੱਤਰ ਵੀ ਮੈਂ ਉੱਥੇ ਖੈਨੀ ਸੀ, ਉਹਨਾਂ ਕੋਲ ਜ਼ਮਾਨਤਾਂ ਹੋਈਆਂ ਪਈਆਂ, ਕੈਦੀ ਕਹਿੰਦੇ ਤਾਂ ਹੋਣੇ ਆ ਵੀ ਕੋਈ ਨਾ ਕੋਈ ਆਇਆ ਗਿਆ ਰਿਹਾ ਕਰੇ ਤਾਂ ਚੰਗਾ। ਬਾਕੀ ਅਸੀਂ ਨਹੀਂ ਕਹਿੰਦੇ, ਚੰਗੇ ਕੰਮ ਕਰੋ ਸਾਰੇ ਜਣੇ, ਜਿਹੜਾ ਬੰਦਾ ਕੋਈ ਦੋਸ਼ੀ ਆ ਉਹਨੂੰ ਅੰਦਰ ਕਰੋ, ਜਿਹੜਾ ਬੰਦਾ ਬੇਦੋਸ਼ ਆ ਉਹਨੂੰ ਬਰੀ ਕਰੋ, ਕੰਮ ਨਿਬੜੇ। ਪਰ ਜੇ ਆਹੀ ਕੰਮ ਕਿਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਹੁੰਦਾ ਲਾ ਹੋ ਜਾਣੀ ਸੀ। ਹੁਣ ਸਾਰੇ ਚੁੱਪ ਬੈਠੇ ਆ। ਨਹੀਂ ਹੁਣ ਚੁੱਪ ਥੋੜਾ ਚਿਰ ਹੀ ਹੈ, ਤਰੀਕ 10 ਆਉਣ ਦੀ ਦੇਰ ਹੈ, ਜਿੱਦਣ 10 ਤਰੀਕ ਆ ਗਈ ਜੀ 11 ਨੂੰ ਫੇਰ ਲਾ ਹੋ ਜਾਣੀ ਜੇ ਨਾ 8 ਤੱਕ ਬਾਹਰ ਆਏ ਤੇ ਜੀ। ਇੱਕ ਸੰਧਾਲੀਆ ਸਾਹਿਬ ਵਿੱਚੋਂ 2 ਚੀਜ਼ਾਂ ਜਿਹੜੀਆਂ ਭਗਵੰਤ ਮਾਨ ਹੋਰਾਂ ਨੇ ਉਹ ਮਹਿੰਗੀ ਸਿੱਖਿਆ ਦਾ ਮੁੱਦਾ ਚੁੱਕਿਆ। ਉਹ ਕਹਿੰਦੇ ਜੀ ਦੱਸੋ ਕਿ ਅੱਜ ਜਦੋਂ ਯੂਕਰੇਨ ਵਾਲਾ ਮਸਲਾ ਚੱਲਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਮੁਖੀ ਨੇ, ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਬਾਕੀ ਕੁਝ ਲੀਡਰਾਂ ਵਾਂਗੂ, ਉਹ ਕਹਿੰਦੇ ਜੀ ਸੀਟਾਂ ਕਿਉਂ ਨਹੀਂ ਵਧਾਈਆਂ ਗਈਆਂ ਪਿਛਲੇ 30-40 ਸਾਲਾਂ 'ਚ? ਜੇ ਵਧਾਈਆਂ ਤਾਂ ਬਹੁਤ ਥੋੜ੍ਹੀਆਂ ਵਧਾਈਆਂ MBBS ਦੀਆਂ। ਮਹਿੰਗੀ ਸਿੱਖਿਆ ਕਿਉਂ ਆ? ਉਹਨਾਂ ਨੇ ਕੇਂਦਰ ਸਰਕਾਰ ਵੀ ਘੇਰ ਲਈ ਤੇ ਸੂਬਾ ਸਰਕਾਰਾਂ ਵੀ ਘੇਰ ਲਈਆਂ। ਉਹ ਕਹਿੰਦੇ ਜੀ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਕਿ ਸਾਡੇ ਜਵਾਕ ਜਿਹੜੇ ਆ ਵਿਦੇਸ਼ ਜਾ ਕੇ ਪੜ੍ਹਨ ਦੇ ਲਈ ਮਜਬੂਰ ਕਿਉਂ ਆ। ਤੇ ਔਜਲਾ ਸਾਹਿਬ ਨੇ ਗੱਲ ਦੂਜੀ ਕਰਤੀ ਆ। ਆਹੋ ਔਜਲਾ ਸਾਹਿਬ ਤੇ ਬਹੁਤ ਦਿਨਾਂ ਦੇ ਲੱਗੇ। ਉਹ ਕਹਿੰਦੇ ਵੀ ਹੁਣ ਨਹੀਂ ਕੋਈ ਸੁਣਵਾਈ ਕਰਦਾ ਤੇ ਫਿਰ ਮੈਂ ਮਾਪਿਆਂ ਨੂੰ ਲੈ ਕੇ ਦਿੱਲੀ ਚਲੇ ਜਾਣਾ, ਵੀ ਘੱਟੋ ਘੱਟ ਉੱਥੇ ਜਾ ਕੇ ਉਹਨਾਂ ਦੇ ਬੂਹੇ ਅੱਗੇ ਰੋਵਾਂਗੇ, ਪਿੱਟਾਂਗੇ ਵੀ ਮਹਾਰਾਜ ਅਸੀਂ ਤੁਹਾਡੇ ਦੇਸ਼ ਦੇ ਵਾਸੀ ਹਾਂ, ਵੀ ਜੇ ਇੱਥੇ ਸਹੂਲਤ ਸੁੱਖ ਨਹੀਂ ਮਿਲਦੀ, ਕੋਈ ਸਿੱਖਿਆ ਨਹੀਂ ਮਿਲਦੀ, ਤਾਂ ਹੀ ਅਸੀਂ ਭੇਜਿਆ ਜਵਾਕਾਂ ਨੂੰ। ਉਹਦੇ 'ਚ ਵੀ ਇਹ ਤਾਂ ਹੈ ਨਹੀਂ ਵੀ ਸਰਕਾਰ ਨੇ ਵੱਖਰੇ ਕਾਰਡ ਬਣਾਏ ਸੀ ਵੀ ਓਕੇ ਨਿਆਣਾ ਬਾਹਰ ਭੇਜਣਾ ਇਸ ਕਾਰਡ 'ਤੇ ਭੇਜ ਦਿਓ।
ਵੀ ਕਿਸੇ ਨੇ ਕੋਈ ਜ਼ਮੀਨ ਗਹਿਣੇ ਧਰ ਕੇ, ਕਿਸੇ ਨੇ ਕੁਝ ਹੋਰ ਇੱਧਰੋਂ ਉੱਧਰੋਂ ਟੂਮਾ ਛਾਲਾ ਵੇਚ ਕੇ ਤੇ ਆਪਣਾ ਜਵਾਕ ਜੇ ਬਾਹਰ ਘੱਲਿਆ, ਤੇ ਅਗਲਾ ਭਾਲਦਾ ਵੀ ਯਾਰ ਹੋਰ ਤੇ ਚਲੋ ਮੇਰਾ ਜੋ ਗਿਆ ਘੱਟੋ ਘੱਟ ਜਵਾਕ ਤੇ ਮੁੜਿਆ ਵੀ। ਸੰਧਾਲੀਆ ਸਾਹਿਬ, ਚੰਗੀ ਗੱਲ ਹੈ ਕਿ ਹੁਣ ਭਾਜਪਾ ਦੀ ਪੰਜਾਬ ਇਕਾਈ ਨੇ ਵੀ ਨੰਬਰ ਜਾਰੀ ਕੀਤਾ, ਭਗਵੰਤ ਮਾਨ ਸਾਹਿਬ ਨੇ ਵੀ ਕੀਤਾ, ਅਕਾਲੀ ਦਲ ਵਾਲੇ ਵੀ ਕਰ ਰਹੇ, ਹੁਣ ਬਹੁਤ ਸਾਰੇ ਹਲਕਿਆਂ ਦੇ ਲੀਡਰ ਵੀ ਲੋਕਾਂ ਦੇ ਘਰੀਂ ਜਾਣ ਲੱਗੇ ਆ। ਪਰ ਔਜਲਾ ਸਾਹਿਬ ਥੋੜੀ ਜਿਹੀ ਨਿੱਠ ਕੇ ਕੰਮ ਕਰ ਰਹੇ ਆ, ਕਿਉਂਕਿ ਪਹਿਲਾਂ ਤੋਂ ਹੀ ਹੁਣ ਉਹਨਾਂ ਨੇ ਜਦੋਂ ਪਰਿਵਾਰ ਸਾਰੇ ਇਕੱਠੇ ਕੀਤੇ ਕਿ ਆਓ ਭਾਈ ਜਿਹੜੇ ਵੀ ਪਰਿਵਾਰਾਂ ਦੇ ਜੀ ਫਸੇ ਆ, ਉਹਨਾਂ ਨੇ ਉੱਥੇ ਕਿਹਾ ਸੀ ਕਿ 3 ਦਿਨ ਪਹਿਲਾਂ ਤੱਕ ਮੇਰੀ ਈਮੇਲ ਦਾ ਰਿਪਲਾਈ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਦਿੰਦਾ ਸੀ ਕਿ ਮੈਂ ਈਮੇਲ ਕਰਦਾ ਸੀ ਕਿ ਆ ਸਾਡੇ ਬੱਚੇ ਨੇ ਇਸ ਥਾਂ ਤੇ ਫਸਿਆ, ਇਹਦਾ ਕੰਟੈਕਟ ਨੰਬਰ ਆ, ਪਾਸਪੋਰਟ ਨੰਬਰ ਆ, ਬੱਚੇ ਦਾ ਨਾਮ ਆ, ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਬਾਹਰ ਕਢਾਓ। ਹੁਣ ਕਹਿੰਦੇ 2-3 ਦਿਨ ਹੋ ਗਏ ਮੈਂ ਈਮੇਲ ਕਰਦਾ ਤੇ ਆਟੋ ਰਿਪਲਾਈ ਆ ਜਾਂਦਾ ਹੈ, ਤੇ ਇਸ ਕਰਕੇ ਕਹਿੰਦੇ ਜੇ ਮੈਨੂੰ ਜਾਣਾ ਪਿਆ ਤਾਂ ਮੈਂ ਆ ਪਰਿਵਾਰ ਮਾਪੇ ਲੈ ਕੇ ਦਿੱਲੀ ਚਲੇ ਜਾਣਾ ਵਿਦੇਸ਼ ਮੰਤਰਾਲੇ ਦੇ ਕੋਲ ਕਿ ਭਾਈ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ, ਅਸੀਂ ਇਹਨਾਂ ਨੂੰ ਜਵਾਬ ਦੇ ਆ, ਲੋਕਾਂ ਦੇ ਚੁਣੇ ਨੁਮਾਇੰਦੇ ਆ ਵੋਟਾਂ ਨਾਲ। ਤੇ ਉਹਨਾਂ ਇਹ ਵੀ ਸਵਾਲ ਕੀਤਾ, ਉਹ ਕਹਿੰਦੇ ਜੀ ਮੈਨੂੰ ਇੱਕੋ ਗੱਲ ਦਾ ਸ਼ੱਕ ਹੈ ਕਿ ਜੇ ਭਾਰਤ ਦੇ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੀ ਈਮੇਲ ਦਾ ਵੀ ਆਟੋ ਰਿਪਲਾਈ ਲਾ ਦਿੱਤਾ ਤਾਂ ਜੇ ਉੱਥੋਂ ਕੋਈ ਬੱਚਾ ਸੰਪਰਕ ਕਰਦਾ ਹੋਊਗਾ ਫਿਰ ਕੀ ਹੁੰਦਾ ਹੋਊਗਾ। ਉਹਨਾਂ ਨੇ ਕਈ ਤਰ੍ਹਾਂ ਦੇ ਤੌਖਲੇ ਜ਼ਾਹਿਰ ਕੀਤੇ ਆ। ਚਲੋ ਅਚਾਨਕ ਪਏ ਕੰਮ ਨੇ ਸੰਧਾਲੀਆ ਸਾਹਿਬ, ਠੀਕ ਹੈ, ਜੇ ਕਿਤੇ ਇਦਾਂ ਦੀ ਗੱਲ ਹੈ ਵੀ ਤਾਂ ਉਹਦੀ ਤੁਸੀਂ ਕਾਰਗਰਤਾ ਵਧਾਓ ਭਾਈ, ਉਹ ਕਾਰਗਰ ਜੇ ਸਿਸਟਮ ਨਹੀਂ ਸਿੱਧ ਹੋ ਰਿਹਾ ਤੇ ਜਿਹੜੀ ਵੀ ਉਹਦੇ ਵਿੱਚ ਕਮੀ ਪੇਸ਼ੀ ਆ ਦੂਰ ਕਰੋ। ਇੱਕ ਉਹਨਾਂ ਨੇ ਡਾਕੂਮੈਂਟਾਂ ਦੀ ਗੱਲ ਕੀਤੀ ਸੀ, ਕਹਿੰਦੇ ਜੀ ਡਾਕੂਮੈਂਟ ਬਹੁਤ ਮੰਗੇ ਜਾ ਰਹੇ ਆ ਕਿ ਉੱਥੇ ਜਿਹੜਾ ਬੱਚਾ ਫਸਿਆ ਕਿਸੇ ਦੇ ਕੋਲ ਡਾਕੂਮੈਂਟ ਹੈਗੇ ਆ, ਕਿਸੇ ਦੇ ਘਰੇ ਰਹਿ ਗਿਆ, ਕਿਤੇ ਬਲਾਸਟ ਹੋ ਗਿਆ। ਤੇ ਇਹ ਪਤਾ ਲੱਗਿਆ ਕਿ ਹੁਣ ਭਾਰਤ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਆਹ ਚੀਜ਼ਾਂ ਜਿਹੜੀਆਂ ਸਧਾਰਨ ਯਾਤਰੀ ਨੇ ਜੇ ਸਫ਼ਰ ਕਰਨਾ ਹੋਵੇ ਜਹਾਜ਼ ਦੇ ਵਿੱਚ ਤਾਂ ਅਪਲੋਡ ਕਰਨੀਆਂ ਦੇਣੀਆਂ ਜ਼ਰੂਰੀ ਹੁੰਦੀਆਂ, ਤੁਹਾਨੂੰ ਛੂਟ ਹੈ ਚੀਜ਼ਾਂ, ਕਿਉਂਕਿ ਜਦੋਂ ਕੰਮ ਚੱਲਦਾ ਹੈ ਵਿੱਚੋਂ ਬਹੁਤ ਸਾਰੀਆਂ ਪ੍ਰੈਕਟੀਕਲੀ ਗੱਲਾਂ ਪਤਾ ਲੱਗਦੀਆਂ ਤੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਇਦਾਂ ਕਰਨਾ ਚਾਹੀਦਾ ਭਾਈ, ਜਿਹੜੀ ਕੋਈ ਸਮੱਸਿਆ ਆ ਰਹੀ ਹੈ ਚੱਕੋ ਵੱਧ ਠੋਕ ਕੇ। ਜ਼ਰੂਰੀ ਆ, ਕਿਉਂਕਿ ਗੱਲ ਪਤਾ ਕੀ ਹੈ WhatsApp ਦਿਨ ਤੇ ਇਹੋ ਹੀ 4 ਨੇ ਜਦੋਂ ਅਗਲਿਆਂ ਨੂੰ ਲੋੜ ਆ ਜੀ, ਤੇ ਜੇ ਇਸ ਮੌਕੇ ਤੇ ਸਰਕਾਰ ਜਾਂ ਸਰਕਾਰ ਦੇ ਚੁਣੇ ਨੁਮਾਇੰਦੇ ਕੰਮ ਕਰ ਗਏ ਤੇ ਫਿਰ ਹੋ ਸਕਦਾ ਅਗਲਿਆਂ ਨੂੰ ਬਾਕੀ ਇੱਧਰ ਉੱਧਰ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਭੁੱਲ ਵੀ ਜਾਣ। ਪਰ ਜੇ ਕਿਸੇ ਦਾ ਜਵਾਕ ਮੰਨ ਲਓ ਅੱਗੇ ਪਿੱਛੇ ਹੋ ਗਿਆ, ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਉਹਨੂੰ ਸਾਰੀ ਉਮਰ ਨਹੀਂ ਭੁੱਲਣਾ ਜੀ। ਫਿਰ ਭਾਵੇਂ ਲੱਖ ਉੱਥੇ ਜਾ ਕੇ ਹੱਥ ਜੋੜੀ ਜਾਵੇ ਜੀ ਗਲਤੀ ਹੋ ਗਈ ਜੀ, ਟਾਈਮ ਜੀ, ਇੱਦਾਂ ਜੀ ਉੱਦਾਂ ਜੀ, ਗਾਂਹ ਖਿਆਲ ਰੱਖੇ, ਗਾਂਹ ਮੁੜ ਕੇ ਕੀ ਕਿਹਨੇ ਦੇਖਿਆ। ਨਹੀਂ ਇੱਦਾਂ ਹੀ ਹੈ ਜੀ। ਦੂਜੀ ਗੱਲ ਇਹ ਆ ਕਿ ਵੀ ਆਪਾਂ ਹੁਣ ਥੋੜ੍ਹੀ ਬਹੁਤ ਇਲੈਕਸ਼ਨ ਦੀ ਗੱਲ ਕਰਨੀ। ਦੇਖੋ ਮੈਨੂੰ ਐਂ ਲੱਗਦਾ ਸੀ ਕਿ ਆਪਾਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਮੋਹਾਲੀ ਇੱਕ ਧਰਨਾ ਲੱਗਾ ਉਹਦੀ ਗੱਲ ਜ਼ਰੂਰ ਕਰੀਏ, ਦੂਸਰਾ ਜਿਹੜਾ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਪਾਣੀ ਦਾ ਮੁੱਦਾ ਚੁੱਕਿਆ ਉਹਦੀ ਗੱਲ ਜ਼ਰੂਰ ਕਰੀਏ, ਇੱਕ ਤੀਸਰੀ ਗੱਲ ਜਿਹੜੀ ਆ ਉਹ BBMB ਦੇ ਮੁੱਦੇ ਤੇ ਵੀ ਕਰ ਲਈਏ। ਇਹ ਆਪਾਂ ਤਿੰਨੇ ਗੱਲਾਂ ਕਰਦੇ ਹਾਂ ਬਸ। ਚਲੋ ਜੇ ਮੈਂ ਗੱਲ ਛੇੜੀ ਤੇ ਸਿਰਫ ਇੰਨਾ ਹੀ ਕਹਿਣਾ ਸੀ ਵੀ ਜੇ ਮਣੀਪੁਰ 'ਚ ਵੋਟਾਂ ਪੈਂਦੀਆਂ ਤੇ 78% ਵੋਟਿੰਗ, ਤੇ ਜੇ ਯੂਪੀ 'ਚ ਪਈਆਂ ਤੇ 55%। ਪੰਜਵੇਂ ਗੇੜ ਦੀਆਂ ਯੂਪੀ ਵਾਲੀਆਂ 55%, ਪਹਿਲੇ ਗੇੜ ਦੀਆਂ ਮਣੀਪੁਰ ਦੀਆਂ ਜੇ ਆਪਾਂ ਦੇਖੀਏ ਤੇ 78%। ਸੰਧਾਲੀਆ ਸਾਹਿਬ ਇਹ ਤਾਂ ਸਾਡੀਆਂ ਸਿਆਸੀ ਪਾਰਟੀਆਂ ਨਾ ਗਿਣਤੀਆਂ ਮਿਣਤੀਆਂ ਪਤਾ ਕਿੱਦਾਂ ਕਰਦੀਆਂ, ਜੇ VOTING ਘਟ ਜਾਏ ਤਾਂ ਇੰਨੇ ਜਿੱਤ ਜਾਣਾ, ਆਪਾਂ ਵੀ ਇੱਦਾਂ ਕਰਦੇ ਹਾਂ, ਜੇ VOTING ਵੱਧ ਜਾਏ ਤਾਂ ਇਹਨੂੰ ਫਾਇਦਾ ਹੁੰਦਾ। ਮੈਂ ਹੈਰਾਨ ਹਾਂ ਕਿ ਇੱਕ ਵੀ ਸਿਆਸੀ ਪਾਰਟੀ ਦੇ ਲੀਡਰ ਦੀ 5 ਗੇੜਾਂ ਦੀਆਂ ਵੋਟਾਂ ਹੋ ਗਈਆਂ ਯੂਪੀ 'ਚ ਤੇ 5 ਦੇ 5 ਗੇੜਾਂ ਦੇ ਵਿੱਚ ਪਿਛਲੀ ਵਾਰ ਨਾਲੋਂ ਘੱਟ ਵੋਟਾਂ ਪਈਆਂ। ਸਮਾਜਵਾਦੀ ਪਾਰਟੀ ਵਾਲੇ ਕਹਿੰਦੇ ਅਸੀਂ ਬੜੇ ਸਰਗਰਮ ਆ, ਬਸਪਾ ਵਾਲੇ ਕਹਿੰਦੇ ਜੀ ਸਰਕਾਰ ਸਾਡੀ ਵੱਟ ਤੇ ਆ, ਬੀਬੀ ਪ੍ਰਿਯੰਕਾ ਗਾਂਧੀ ਕਹਿੰਦੀ ਕਿ ਜਿੰਨਾ ਮੈਂ ਸਰਗਰਮ ਰਹੀ ਹਾਂ ਕੋਈ ਰਿਹਾ ਨਹੀਂ, ਤੇ ਯੋਗੀ ਸਾਹਿਬ ਕਹਿੰਦੇ ਕਿ ਕੰਮ ਹੀ ਐਸੇ ਕਰ ਦਿੱਤੇ ਆ ਕਿ ਬੱਲੇ ਬੱਲੇ ਹੋਈ ਪਈ ਹੈ। ਜੇ ਤੁਸੀਂ ਸਾਰੇ ਹੀ ਚੰਗੇ ਹੋ, ਬਹੁਤ ਵਧੀਆ ਹੋ, ਤਾਂ ਲੋਕ ਵੋਟਾਂ ਪਾਉਣ ਕਿਉਂ ਨਹੀਂ ਆਉਂਦੇ? 40 42 43 44% ਵੋਟਰ ਗੈਰ ਹਾਜ਼ਰ ਕਿਉਂ ਰਹਿੰਦਾ? ਇਸ ਮੁੱਦੇ ਤੇ ਇੱਕ ਵੀ ਯੂਪੀ ਦੇ ਸਿਆਸੀ ਲੀਡਰ ਦਾ ਕੋਈ ਬਿਆਨ ਨਹੀਂ ਆਇਆ, ਕਿਉਂਕਿ ਉਹ ਗਿਣਤੀਆਂ ਮਿਣਤੀਆਂ 'ਚ ਲੱਗੇ ਹੋ। ਇਸ ਗੱਲ ਦਾ ਕੋਈ ਲੈਣਾ ਦੇਣਾ ਹੀ ਨਹੀਂ ਕਿ ਲੋਕ ਵੋਟਾਂ ਪਾਉਣ। ਇਹਦੇ ਨਾਲ ਹੈਗਾ ਕਿ ਸਾਡੇ ਲੋਕ ਵੋਟਾਂ ਪਾਉਣ, ਦੂਜੇ ਵਾਲੇ ਭਾਵੇਂ ਘਰੇ ਬੈਠੇ ਰਹਿਣ, ਸਾਨੂੰ ਤਾਂ ਜਿੱਤ ਚਾਹੀਦੀ ਹੈ। ਬਸ ਆਹ ਇੱਕ ਫਰਕ ਹੈ। ਆਪਾਂ ਅੱਗੇ ਗੱਲ ਕਰਦੇ ਸੀ ਵੀ ਉਦੋਂ ਚਲੋ 60-61% ਸੀਗੀ ਪਿਛਲੀ ਵਾਰ, ਚਲੋ ਤਾਂ ਵੀ ਕਹਿੰਦੇ ਵੀ 40%, ਵੀ 100 ਚੋਂ 40 ਵੋਟ ਨਹੀਂ ਪਾਈ, ਹੁਣ ਤਾਂ 100 ਚੋਂ 45 ਨੇ ਨਹੀਂ ਪਾਈ। ਤੇ ਜੇ ਪਾਰਟੀਆਂ ਦੀ ਗੱਲ ਕਰੀ ਤੇ 4-5 ਤਾਂ ਹੈਗੀਆਂ ਹੀ ਆ ਜੀ। ਇਹਦਾ ਮਤਲਬ 100 ਦੇ ਵਿੱਚੋਂ 10 ਇੱਕ ਕੋਲੇ, 10 ਇੱਕ ਕੋਲੇ, 10 ਇੱਕ ਕੋਲੇ, ਜਿਹਦੇ ਕੋਲੇ 11 ਹੋਏ ਉਹਦੀ ਸਰਕਾਰ ਆ। ਬਾਕੀ ਜਿਹੜੇ ਉਹ 45 ਲੋਕ ਨੇ ਉਹਨਾਂ ਦੀ ਕੋਈ ਪੁੱਛਗਿੱਛ ਹੀ ਨਹੀਂ, ਵੀ ਉਹ ਆਏ ਨਹੀਂ, ਉਹਨਾਂ ਨੂੰ ਪੁੱਛਣਾ ਹੀ ਕਿਸੇ ਨੇ ਵੀ ਹਾਂ ਵੀਰ ਮੇਰਿਆ ਵੀ ਤੂੰ ਕੀ ਚਾਹੁੰਦਾ। ਨਹੀਂ ਬਸ ਉਹ ਕੰਮ ਨਿਬੜ ਗਿਆ। ਹੁਣ ਤਾਂ 2 ਗੇੜਾਂ ਦੀਆਂ ਰਹਿ ਗਈਆਂ ਚੋਣਾਂ, ਉਹ ਕਹਿੰਦੇ ਹੁਣ ਇੱਕ 4 ਨੂੰ ਇੱਕ 7 ਨੂੰ ਪਵਾ ਕੇ ਤੇ ਫਿਰ 10 ਨੂੰ ਮੁੜ ਕੇ ਨਤੀਜਾ, ਮੁੜ ਕੇ 5 ਸਾਲ ਜਿਹੜੀਆਂ ਮੌਜਾਂ, ਯਾਨੀ ਕਹਾਣੀ ਕੋਈ ਨਹੀਂ। ਹਾਂ ਮਣੀਪੁਰ ਵਾਲੇ ਵਧਾਈ ਦੇ ਪਾਤਰ ਨੇ, ਅਸੀਂ ਜ਼ਰੂਰ ਪੰਜਾਬ ਵਾਲੇ 78 ਤੋਂ 71-72 ਤੇ ਆ ਗਏ ਹਾਂ, ਉਹ 75 ਤੋਂ ਉੱਪਰ ਹੀ ਰਹੇ ਨੇ। ਗੋਆ ਵਾਲਿਆਂ ਨੂੰ ਵੀ ਵਧਾਈਆਂ ਕਿ ਉਹਨਾਂ ਨੇ ਵੀ ਠੋਕ ਵਜਾ ਕੇ ਵੋਟਾਂ ਪਾਈਆਂ, ਚੰਗੀ ਗੱਲ ਹੈ। 80% ਤਾਂ ਹੋਣੀ ਚਾਹੀਦੀ ਹੈ ਪੋਲਿੰਗ ਨਾ, 80% ਦੇ ਆਸ-ਪਾਸ ਤਾਂ ਹੋਵੇ, ਘਰੇ ਕਿਉਂ ਬੈਠਾ ਰਹੇ। ਪਰ ਹਾਂ ਸਾਡੇ ਲੀਡਰਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ। ਚਲੋ ਲੀਡਰਾਂ ਨੂੰ ਨਹੀਂ ਲੈਣਾ ਦੇਣਾ, ਇਸੇ ਕਰਕੇ ਤੇ ਉੱਥੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਲੱਗਿਆ ਧਰਨਾ, ਕਿਉਂਕਿ ਅਗਲੇ ਕਹਿੰਦੇ ਵੀ ਹਾਂਜੀ ਆਹ ਦੇਖੋ ਜੀ ਇਹ ਜੇ ਕਿਤਾਬ ਲੱਗੀ ਹੈ ਸਿਲੇਬਸ ਦੇ ਵਿੱਚ ਤੇ ਇਹਦੇ ਜੋ ਕੁਝ ਲਿਖਿਆ ਇਹ ਤਾਂ ਹੈ ਨਹੀਂ ਨਾ ਵੀ ਹਾਂ ਵੀ ਅੱਛਾ ਵੀ ਉੱਥੋਂ ਰੈਕ ਦੇ ਵਿੱਚ ਪਈ ਕਿਤੇ ਕਿਤਾਬ ਚੱਲ ਆਹ ਲਾ ਦਿਓ ਕੋਈ ਗੱਲ ਨਹੀਂ,
ਕਿਸੇ ਨੇ ਤੇ ਪ੍ਰੂਵ ਕੀਤੀ ਹੋਊ, ਕਿਸੇ ਨੇ ਲਿਖੀ ਹੋਊ, ਕਿਸੇ ਨੇ ਆਖਿਆ ਹੋਊ ਵੀ ਹਾਂਜੀ ਇਹ ਇਤਿਹਾਸ ਆ, ਆਪਾਂ ਨੂੰ ਇਹ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਉਣਾ ਚਾਹੀਦਾ ਵੀ ਸਾਡਾ ਇਤਿਹਾਸ ਇਹ ਸੀ। ਇਹਦਾ ਮਤਲਬ ਜਾਂ ਤਾਂ ਕਿਸੇ ਨੇ ਪੜ੍ਹ ਕੇ ਦੇਖਿਆ ਨਹੀਂ, ਜਾਂ ਫਿਰ ਕਿਸੇ ਨੇ 3-4 ਵਾਰ ਪੜ੍ਹ ਕੇ ਰੱਖਿਆ ਵੀ ਹਾਂ ਇਹੋ ਹੀ ਲਾਉਣਾ ਹੀ। ਸੰਧਾਲੀਆ ਸਾਹਿਬ 3 ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ। ਬਲਦੇਵ ਸਿੰਘ ਸਿਰਸਾ ਸਾਹਿਬ ਜਿਹੜੇ ਕਿਸਾਨ ਆਗੂ ਵੀ ਨੇ, ਧਾਰਮਿਕ ਪੱਖ ਤੋਂ ਵੀ ਬਹੁਤ ਧਿਆਨ ਰੱਖਦੇ ਆ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਧਰਨੇ ਤੇ ਆ। ਬੀਤੇ ਕੱਲ ਦਾ ਦਿਨ ਰੈਲੀ ਦਾ ਦਿਨ ਸੀ, ਇਕੱਠ ਦਾ ਦਿਨ ਸੀ। ਡੱਲੇਵਾਲ ਸਾਹਿਬ ਵੀ ਉੱਥੇ ਗਏ, ਲੱਖਾ ਸਧਾਣਾ ਹੋਰੇ ਵੀ ਉੱਥੇ ਗਏ, ਹੋਰ ਬਹੁਤ ਸਾਰੇ ਲੋਕ ਉੱਥੇ ਗਏ। ਮੈਂ ਨਾ ਉੱਥੇ ਫੋਟੋ ਦੇਖੀਆਂ, ਵੀਡੀਓ ਦੇਖੀਆਂ, ਮੈਂ ਕਿਹਾ ਕਿਤੇ ਦੇਖਾਂ ਕਿ 6 ਕੋਣਾ ਮੁਕਾਬਲਾ ਵੀ ਸੀ, 5 ਕੋਣਾ ਵੀ ਸੀ, ਕਿ ਪੰਜਾਬ ਦਾ 1200 ਉਮੀਦਵਾਰ ਤਾਂ ਮੈਂ ਉਮੀਦ ਕਰਦਾ ਸੀ ਕਿ ਉੱਥੇ ਹੋਊਗਾ। ਯਾਨੀ ਵੱਖ-ਵੱਖ ਸਿਆਸੀ ਪਾਰਟੀਆਂ ਦੇ 1200 ਉਮੀਦਵਾਰ, ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਨੇ ਕਿਸੇ ਗੁਰੂ ਘਰ, ਕਿਸੇ ਮੰਦਿਰ ਜਾ ਕੇ ਅਰਦਾਸ ਕਰਕੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਤਾਂ ਜਿਨ੍ਹਾਂ ਨੇ ਫਿਰ 3 ਮਹੀਨੇ ਪੰਜਾਬ ਦੇ ਲੋਕਾਂ ਦੇ ਕੋਲੇ ਜਾ ਕੇ ਕਿਹਾ ਅਸੀਂ ਬਹੁਤ ਵਧੀਆ ਪ੍ਰਬੰਧ ਦਿਆਂਗੇ, ਹਮੇਸ਼ਾ ਤੁਹਾਡੇ ਨਾਲ ਖੜਾਂਗੇ। ਐਤਕੀ ਤਾਂ ਮੈਨੂੰ ਲੱਗਦਾ ਕਿ ਬਲਦੇਵ ਸਿੰਘ ਸਿਰਸਾ ਜਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇਹ ਵੀ ਨਹੀਂ ਸੀ ਕਿਹਾ ਕਿ ਸਿਆਸੀ ਪਾਰਟੀ ਦਾ ਲੀਡਰ ਇੱਥੇ ਵੜ ਨਹੀਂ ਸਕਦਾ। ਹੁਣ ਜੇ ਇਹ ਗੱਲ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗ ਸਕਦੀ ਹੈ ਕਿ ਸਿਲੇਬਸ ਦੇ ਵਿੱਚ ਕੁਝ ਗਲਤ ਲਿਖਿਆ ਹੈ, ਉਹਨਾਂ ਨੇ 3 ਮੰਗਾਂ ਰੱਖੀਆਂ, ਕਹਿੰਦੇ ਜੀ ਜਿਨ੍ਹਾਂ ਨੇ ਉਹ ਲਿਖਿਆ ਉਹਨਾਂ ਤੇ ਪਰਚੇ। ਦੂਸਰੀ ਗੱਲ, ਜਿਨ੍ਹਾਂ ਨੇ ਮੁੜ ਕੇ ਉਹ ਲਾਤੀਆਂ, ਉਹਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਦੇ ਪਰਚੇ। ਪ੍ਰਕਾਸ਼ਕ ਸਾਰੇ ਉਹਨਾਂ ਨੇ ਧੱਕੇ ਵਿੱਚ ਹੀ। ਹੁਣ ਆਮ ਲੀਡਰਾਂ ਨੂੰ ਤਾਂ ਸਾਡਿਆਂ ਨੂੰ ਪਤਾ ਲੱਗ ਗਿਆ, ਜਿਹੜੇ ਦਿੱਲੀ ਦੇ ਵਿੱਚ ਵੀ ਸੰਘਰਸ਼ ਲੜ ਕੇ ਆਏ ਆ, ਪਰ ਸਿਆਸੀ ਲੀਡਰ ਕਿਸੇ ਵੀ ਧਿਰ ਦਾ ਹੋਵੇ, ਕੋਈ ਉੱਥੇ ਵੜਿਆ ਨਹੀਂ 1-2 ਨੂੰ ਛੱਡ ਕੇ। ਹੁਣ ਕੀ ਵੋਟਾਂ ਪੈਣ ਤੋਂ ਪਹਿਲਾਂ ਜੇ ਕੰਮ ਹੁੰਦਾ ਸਾਰਿਆਂ ਨੇ ਆਉਣਾ ਸੀ? ਕਹਿੰਦੇ ਸੀ ਨਾ ਕਿ ਸਾਨੂੰ ਤਾਂ ਜੀ ਉਹ ਦਿੱਲੀੋਂ ਜਾਣ ਹੀ ਨਹੀਂ ਦਿੱਤਾ ਜੀ, ਉਹ ਸਾਨੂੰ ਮਨਾ ਕਰਦੇ ਸੀ ਜੀ, ਅਸੀਂ ਤਾਂ ਇਸ ਕਰਕੇ ਨਹੀਂ ਗਏ ਜੀ ਦਿੱਲੀ ਵਾਲੇ। ਤਾਂ ਇੱਥੇ ਤਾਂ ਕਿਸੇ ਨੇ ਵੀ ਨਹੀਂ ਸੀ ਮਨਾ ਕੀਤਾ। ਕਿੰਨੇ ਕੁ ਜਣੇ ਪਹੁੰਚੇ ਦੱਸੋ? ਜੇ ਅਗਲਿਆਂ ਨੂੰ 3 ਹਫ਼ਤੇ ਹੋ ਸਕਦੇ ਧਰਨਾ ਲਾ ਕੇ ਬੈਠੇ ਨੂੰ, ਤੁਸੀਂ ਵੀ 20 ਤਰੀਕ ਤੋਂ ਬਾਅਦ ਦੇ ਵਿਹਲੇ ਹੀ ਹੋ ਨਾ। ਨਹੀਂ ਹੈਗੇ ਆ। ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ, ਹੁਣੇ ਆਪਾਂ ਜਿਹੜੀ ਇਸ ਤੋਂ ਪਹਿਲਾਂ ਡਿਸਕਸ਼ਨ ਕਰਦੇ ਸੀ ਵੀ ਗੱਲ ਕਰਦੇ ਜੀ ਸਿੱਖਿਆ ਦੀ, ਜੀ ਸਾਨੂੰ ਵੋਟਾਂ ਪਾ ਦਿਓ ਐਤਕੀ ਸਿੱਖਿਆ 'ਚ ਤੋਪਾਂ ਬੀੜ ਦੇਣੀਆਂ। ਜਿੰਨੇ ਪਿਛਲੀਆਂ 20 ਤੋਂ ਪਹਿਲਾਂ ਆਪਾਂ ਭਾਸ਼ਣ ਸੁਣੇ, ਇਹੋ ਕੁਝ ਹੋਇਆ। ਉਦੋਂ ਬਾਅਦ ਆ ਜਿਹੜਾ ਸੱਚ ਸੀ ਉਹ ਸਾਹਮਣੇ ਆ ਗਿਆ ਵੀ ਜੇ ਤਾਂ ਜਵਾਕ ਆਪਣਾ ਪੜ੍ਹਨਾ ਚਾਹੁੰਦਾ, ਡਾਕਟਰ ਬਣਨਾ ਚਾਹੁੰਦਾ, ਤੇ ਆਪਾਂ ਮੂੰਹ ਅੱਡਿਆ ਵੀ ਵੀਰ ਇੰਨੇ ਕੁ ਪੈਸੇ ਦੇ ਦੇ ਵੀ ਅਗਲਾ ਹੋ ਸਕਦਾ ਵੀ ਅੱਧਾ ਪਿੰਡ ਵੇਚ ਕੇ ਵੀ ਨਾ ਦੇ ਸਕੇ, ਮਾਤੜ ਬੰਦਾ। ਜੇ ਹੁਣ ਆਪਾਂ ਗੱਲ ਕਰਦੇ ਵੀ +2 ਲੈਵਲ ਤੱਕ ਦੀ ਇੱਕ ਬੇਸਿਕ ਐਜੂਕੇਸ਼ਨ ਜਿਹੜੀ ਆ, ਉਸ ਐਜੂਕੇਸ਼ਨ ਦੇ ਵਿੱਚ ਵੀ ਜੇ ਕਿਤਾਬ ਲਾਉਣ ਦੇ ਲਈ ਆਪਾਂ ਇੰਨੇ ਕੁ ਵੇਸਲੇ ਆ ਵੀ ਪਤਾ ਨਹੀਂ ਉਹ 'ਚ ਕੀ ਲਿਖਿਆ ਜਾਂ ਕੀ ਨਹੀਂ ਲਿਖਿਆ, ਕੋਈ ਨਹੀਂ ਲਾ ਦਿਓ ਯਾਰ ਵੇਖਿਓ ਕਿਹੜਾ ਵਹਿੰਦਾ ਹੀ। ਇਸ ਲੈਵਲ ਦੇ ਹਿਸਾਬ ਨਾਲ ਜੇ ਆਪਾਂ ਇਹ ਆਖੀਏ ਵੀ ਆਪਾਂ ਭਾਰਤ ਨੂੰ ਇੱਕ ਸੁਪਰ ਪਾਵਰ ਬਣਾ ਦੇਣਾ ਹੀ, ਤੇ ਉਦੋਂ ਬਾਅਦ ਫਿਰ ਆਪਾਂ ਇਹ ਗੱਲਾਂ ਕਰਦੇ ਵੀ ਵੇਖਿਓ ਆਪਾਂ ਹੁਣ ਛਾ ਜਾਣਾ ਹੀ, ਉਹ ਕਿੱਦਾਂ ਪੋਸੀਬਲ ਹੋਣਗੀਆਂ ਦੋਵੇਂ ਚੀਜ਼ਾਂ? ਇਹਨਾਂ 'ਚੋਂ ਕੋਈ ਗੱਲ ਵੀ, ਇੱਕ ਵੀ ਗੱਲ ਲੱਗਦੀ ਹੈ ਵੀ ਜੇ ਤੋਂ ਲੱਗਦਾ ਵੀ ਕੋਈ ਵਿਜ਼ਨ ਹੈਗਾ ਵੀ ਇਸ ਵਿਜ਼ਨ ਦੇ ਨਾਲ ਆਪਾਂ ਅੱਜ ਨਹੀਂ, ਮੈਂ ਨਾ ਯਾਰ 2050 ਤੱਕ ਹੀ ਬਣਾ ਦਿਓ ਤੁਸੀਂ ਕਿਤੇ ਜਾਪਦਾ। ਸੰਧਾਲੀਆ ਸਾਹਿਬ ਪ੍ਰਗਟ ਸਿੰਘ ਹੋਰਾਂ ਨੇ ਵੀ ਕਿਹਾ ਕਿ ਕਮੇਟੀ ਬਣਾਤੀ ਹੈ, ਛੇਤੀ ਪਤਾ ਲਾਵਾਂਗੇ। ਜਿਹੜੇ ਪ੍ਰਬੰਧਕ ਮੁਖੀ ਨੇ ਡਾਕਟਰ ਸਾਹਿਬ, ਉਹ ਵੀ ਕਹਿੰਦੇ ਜੀ ਅਸੀਂ ਕਮੇਟੀ ਬਣਾਤੀ ਹੈ, ਕੰਮ ਠੀਕ ਹੈ, ਬਹੁਤ ਵਧੀਆ। ਨਹੀਂ ਇੱਕ ਬੇਨਤੀ ਮੇਰੀ ਸੀਗੀ, ਉਹਦੇ 'ਚ ਵੀ ਬੰਦੇ ਹੀ ਪਾਏ ਹੋਣਗੇ ਕਮੇਟੀ। ਮੈਂ ਪਹਿਲਾਂ ਕਿਤਾਬ ਸਿਲੈਕਟ ਕਰਨ ਲਈ ਵੀ ਤਾਂ ਕਮੇਟੀ ਹੋਊਗੀ ਕੋਈ। ਸੰਧਾਲੀਆ ਸਾਹਿਬ ਕਈ ਕਮੇਟੀਆਂ ਬਣੀਆਂ ਹੋਣੀਆਂ ਉੱਥੇ। ਪਹਿਲਾਂ ਤਾਂ ਇੱਕ ਕਮੇਟੀ ਲੇਖਕਾਂ ਦੀ ਜਾਂ ਸੰਪਾਦਕਾਂ ਦੀ ਹੋਊਗੀ, ਮੁੜ ਕੇ ਸੋਧ ਕਮੇਟੀ ਹੋਏਗੀ, ਮੁੜ ਕੇ ਐਡੀਟਿੰਗ ਕਮੇਟੀ ਹੋਏਗੀ ਜਿਹੜਾ ਨੇ ਸ਼ਬਦ ਜੋੜ ਸਹੀ ਕਰਨੇ ਆ। ਇਹਦੇ ਤੋਂ ਬਾਅਦ ਇੱਕ ਕਮੇਟੀ ਹੋਏਗੀ ਜਿਨ੍ਹਾਂ ਨੇ ਦੇਖਣਾ ਕਿ ਪ੍ਰਸੰਗਿਕ ਹੈ, ਜਾਣਕਾਰੀ ਠੀਕ ਹੈ, ਉਹ ਸਾਰੀਆਂ ਜਿਹੜੀਆਂ ਸ਼ੁੱਧੀਆਂ ਕੀਤੀਆਂ ਹੋਣੀਆਂ, ਉਹਨਾਂ ਸਾਰਿਆਂ ਨੂੰ ਪੈਸੇ ਮਿਲੇ ਹੋਣੇ ਆ, ਉਹਨਾਂ ਦੇ ਲਈ ਬਕਾਇਦਾ ਅਮਲਾ ਫੈਲਾ ਲੱਗਾ ਹੋਊਗਾ, ਉਹਨਾਂ ਨੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਜਿਹੜਾ ਉਹ ਤਨਖਾਹਾਂ ਜਾਂ ਭੱਤੇ ਲਏ ਹੋਣਗੇ। ਉਹ ਕੋਈ ਬਹੁਤ ਜ਼ਿਆਦਾ ਅਲਜਬਰੇ ਦਾ ਸਵਾਲ ਨਹੀਂ ਹੈ ਜਿਹੜਾ ਮੇਰੇ ਵਰਗੇ ਤੋਂ ਨਿਕਲਣਾ ਨਹੀਂ, ਉਹ ਤਾਂ ਕਲੀਅਰ ਕੱਟ ਹੋਣਾ। ਤੇ ਉਹ ਕਮੇਟੀਆਂ ਬਣਾਉਣ ਲੱਗੇ ਵੀ ਇੱਕ ਮੀਟਿੰਗ ਹੋਈ ਹੋਣੀ ਆ, ਮੀਟਿੰਗ ਦੇ ਵਿੱਚ ਵੀ ਕਿਸੇ ਨੇ ਚਾਹ ਦਾ ਕੱਪ ਪੀਤਾ ਹੋਣਾ, ਕਿਸੇ ਨੇ 8 ਰੁਪਈਆਂ ਦਾ ਸਮੋਸਾ ਸਰਕਾਰੀ ਖਰਚ ਦੇ ਵਿੱਚੋਂ ਖਾਧਾ ਹੋਣਾ। ਉਹ ਮੀਟਿੰਗ ਦੀ ਵੀ ਨੋਟਿੰਗ ਹੋਏਗੀ ਸਾਰੀ ਕਿ ਉਸ ਮੀਟਿੰਗ ਚਾਹ ਬੰਦੇ ਸੀ, ਕਮੇਟੀਆਂ ਬਣਾਈਆਂ, ਕਮੇਟੀਆਂ ਚਾਹ ਬੰਦੇ ਲੈ, ਫਿਰ ਕਮੇਟੀਆਂ ਨੇ ਮੀਟਿੰਗ ਕੀਤੀ ਹੋਏਗੀ, ਉਹਦੇ ਵਿੱਚ ਵੀ ਚਾਹ ਸਮੋਸਾ ਪੂਰਾ ਚੱਲਿਆ ਹੋਣਾ, ਉਹਦੇ ਵੀ ਪੈਸੇ ਖਾਤੇ 'ਚ ਪਏ ਹੋਣੇ ਆ, ਹਰ ਇੱਕ ਚੀਜ਼ ਪਈ ਹੋਣੀ ਹੈ। ਬਸ ਉਹਨੂੰ ਮਾੜ ਜਿਹਾ ਲਿਸਟਾਂ ਬਣਾਉਣ ਦੀ ਲੋੜ ਹੈ। ਨਹੀਂ ਬਣਾ ਲੈਣਾ, ਉਹੀ ਤਾਂ ਗੱਲ ਹੈ। ਚੱਕਰ ਪਤਾ ਕੀ ਆ, ਇੱਕ ਚੀਜ਼ ਤਾਂ ਮੇਰਾ ਖਿਆਲ ਆਪਾਂ ਨੂੰ ਮੰਨਣੀ ਪਊਗੀ ਕਿ ਜੇ ਉਹ BBMB ਵਾਲਾ ਮੁੱਦਾ ਚੱਲਦਾ ਜਿਹਦੇ 'ਚ ਕਹਿੰਦੇ ਵੀ ਹਾਂਜੀ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਜੀ ਪੰਜਾਬ ਹੁਣ ਲਾਂਭੇ, ਲੀਡਰ ਤਾਂ ਬੋਲ ਜ਼ਰੂਰ ਰਹੇ ਨੇ, ਪਰ ਜੇ ਪਹੁੰਚਣ ਦੀ ਗੱਲ ਕਰਦੇ ਆ ਤਾਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਵੀ ਅਸੀਂ ਅੱਗੇ। ਜੇ ਇੱਧਰ ਵਿਸ਼ੇ ਵਸਤੂ ਦੀ ਗੱਲ ਕਰਦੇ ਆ ਵੀ ਹਾਂਜੀ ਸਿਲੇਬਸ ਕੀ ਹੋਊਗਾ ਜੀ, ਉੱਧਰਲੇ ਪਾਸੇ ਵੀ ਹੋ ਸਕਦਾ ਜਿਹੜੇ ਬੰਦੇ ਉੱਥੇ ਇਕੱਠੇ ਹੋਏ ਸੀ, ਹੋ ਸਕਦਾ ਉਹਦੇ 'ਚੋਂ ਇੱਕ ਅੱਧਾ ਕੋਈ ਵਿਚਾਰਾ ਜ਼ਿਮੀਂਦਾਰ ਗੂਠੇ ਵਾਲਾ ਹੀ ਹੋਵੇ, ਹੋ ਸਕਦਾ 2-4 ਦੂਜੀ ਚੌਥੀ ਪੰਜਵੀਂ ਪਾਸ ਵਾਲੇ ਹੋਣ, ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਇਹ ਸਿੱਖਿਆ ਜ਼ਰੂਰੀ ਹੈ, ਵੀ ਚਲੋ ਅਸੀਂ ਤਾਂ ਰਹਿ ਗਏ ਗਾਂ, ਸਾਡੇ ਨਿਆਣਿਆਂ ਨੂੰ ਤੁਸੀਂ ਕੀ ਪੜ੍ਹਾਉਣ ਲੱਗੇ ਹੋ। ਇਹਦਾ ਮਤਲਬ ਲੋਕ ਜੇ ਹੌਲੀ ਹੌਲੀ ਉਹਨਾਂ ਮੁੱਦਿਆਂ ਨੂੰ ਸਮਝ ਕੇ ਆਪ ਮੁਹਾਰੇ ਬਾਹਰ ਨਿਕਲਣ ਲੱਗ ਪਿਆ, ਕਿਤੇ ਨਾ ਕਿਤੇ ਉਹਦੇ ਬਦਲ ਜਿਹਾ ਪਾਸੇ ਹੋਇਆ ਲੱਗਦਾ, ਤੇ ਕਿਰਨ ਜੀ ਇੱਕ ਚਾਨਣ ਦੀ ਆਉਣ ਲੱਗੀ ਕਿ ਨਹੀਂ? ਲੋਕਾਂ ਵਾਲੇ ਪਾਸਿਓਂ ਤਾਂ ਕੋਈ ਘਾਟ ਹੀ ਨਹੀਂ ਸੰਧਾਲੀਆ ਸਾਹਿਬ। ਇਲੈਕਸ਼ਨ ਤੋਂ ਬਾਅਦ ਜੇ ਕਈ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਤੇ ਪਏ ਆ,
ਜੇ ਆ ਯੂਕਰੇਨ ਵਾਲੇ ਮਸਲੇ ਦੇ ਉੱਤੇ ਅਰਦਾਸਾਂ ਹੋਣ ਲੱਗੀਆਂ ਜਿਹਨਾਂ ਦੇ ਬੱਚੇ ਉੱਥੇ ਹੈ ਵੀ ਨਹੀਂ, ਜਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਜਿਹਦਾ ਵੱਢ ਕੇ ਸਿੱਟੇ ਆ, ਉਸ ਮੁੱਦੇ ਤੇ ਇੰਜੀਨੀਅਰ ਵੀ ਬੋਲੇ ਆ, ਕਿਸਾਨ ਜਥੇਬੰਦੀਆਂ ਵੀ ਬੋਲੀਆਂ, ਪੰਜਾਬ ਦੇ ਹਿਤੈਸ਼ੀ ਲੋਕ ਵੀ ਬੋਲੇ ਆ। ਤੁਸੀਂ ਕਿਹਾ ਕਿ ਕੁਝ ਲੀਡਰ ਬੋਲੇ ਨੇ, ਪਰ ਜੇ ਆਹੀ ਕੰਮ 25 ਦਿਨ ਪਹਿਲਾਂ ਹੋਇਆ ਹੁੰਦਾ ਇਹ ਸੜਕਾਂ ਤੇ ਹੋਣੇ ਸੀ, ਕਿਉਂਕਿ ਉਹਦੇ 'ਚ ਵੋਟਾਂ ਪੈਣ ਵਾਲੀਆਂ ਸੀ। ਜਦੋਂ BSF ਦਾ ਮੁੱਦਾ ਸੀ, ਕਿੰਨਾ ਠੋਕ ਵਜਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਵਿਰੋਧੀ ਧਿਰਾਂ ਦੇ ਸਾਰੇ ਲੀਡਰ ਬੋਲੇ ਸੀ। ਅੱਜ ਕੌਣ ਇੰਨੇ ਕੁ ਬੋਲੇ ਆ, ਇੰਨੇ ਲੀਡਰ ਬੋਲੇ ਵੀ ਨਹੀਂ। ਸੜਕ ਦੇ ਉੱਤੇ ਆਉਣਾ ਤਾਂ ਕੀ ਦੂਰ ਦੀ ਗੱਲ ਹੈ। ਕਿਹੜੀ ਸਿਆਸੀ ਪਾਰਟੀ ਆ ਜਿਹਦੇ ਕੋਲੇ ਵਕੀਲ ਹੈ ਨਹੀਂ, ਕਿ ਇੱਕ ਵੀ ਕੇਸ ਬਣਾ ਕੇ ਲਿਖਤੀ ਰੂਪ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਕੋਲੇ ਪੁੱਟ ਤਾਂ ਨਹੀਂ ਕੀਤਾ। ਹੁਣ ਜਾਣੀ ਇਹ ਦੇਖਦੇ ਆ ਵੀ ਚਲੋ ਫੈਸਲਾ ਕਰ ਲਿਆ, ਲਾਗੂ ਲੂਗੂ ਕਰ ਲੈਣ, ਮੁੜ ਕੇ ਵਾਪਸ ਨਾ ਹੋ ਸਕੇ, ਉੱਥੇ ਤੱਕ ਪਹੁੰਚ ਲੈਣ, ਫੇਰ ਜਾਣਾ। ਜਾਣੀ ਬੜੇ ਲੀਡਰ ਨੇ ਪੰਜਾਬ ਦੇ ਜਿਨ੍ਹਾਂ ਨੂੰ ਉੱਦਾਂ ਸੰਘੀ ਢਾਂਚੇ ਦਾ ਚੇਤਾ ਆਉਂਦਾ ਹੈ, ਜਿਨ੍ਹਾਂ ਨੂੰ ਉੱਦਾਂ ਚੇਤਾ ਆਉਂਦਾ ਕਿ ਸੂਬਿਆਂ ਦੇ ਅਧਿਕਾਰ ਵੱਧ ਚਾਹੀਦੇ, ਪੰਜਾਬ ਲਈ ਅਸੀਂ ਜੋ ਮਰਜ਼ੀ ਕਰ ਦਾਂਗੇ, ਉਹ ਕਹਿੰਦੇ ਆ। ਹੁਣ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਤੱਕ ਨਹੀਂ ਫੁੱਟਿਆ, ਕਿਉਂਕਿ ਵੋਟਾਂ ਪੈ ਗਈਆਂ ਸਰਦਾਰ ਸਾਹਿਬ। ਆਹੀ ਤੇ ਰੌਲਾ ਨਾ, ਪਰ ਚਲੋ ਕੋਈ ਗੱਲ ਨਹੀਂ, ਇਹ ਤਾਂ ਜੇ ਗੱਲ ਸ਼ੁਰੂ ਹੋਈ ਹੈ 24 'ਚ ਵੀ ਪੈਣੀਆਂ, ਫਿਰ 27 'ਚ ਵੀ ਪੈਣੀਆਂ, ਫਿਰ ਹੌਲੀ ਹੌਲੀ ਜੇ ਆਹੀ ਕੁਝ ਚੱਲਦਾ ਰਿਹਾ। ਉਹਦੇ ਤੋਂ ਪਹਿਲਾਂ ਜ਼ਿਮਨੀ ਚੋਣਾਂ 'ਚ ਵੀ ਪੈਣੀਆਂ। ਆਓ ਜ਼ਿਮਨੀ ਚੋਣਾਂ ਤੇ ਆਈਆਂ ਖੜੀਆਂ ਨਾ, ਉਹ ਤਾਂ ਗੱਲ ਕਲੀਅਰ ਹੈ ਵੀ ਉਹ ਤਾਂ ਕੰਮ ਨਿਬੜਨਾ ਇੱਕ ਪਾਸੇ। ਉਹਦੇ 'ਚ ਇੱਕ ਗੱਲ ਤਾਂ ਹੈਗੀ ਵੀ ਜੇ ਤੇ ਚੱਲ ਗਿਆ ਕੰਮ ਵਿਧਾਨ ਸਭਾ ਚੋਣਾਂ ਤੱਕ, ਜ਼ਿਮਨੀ ਚੋਣਾਂ ਵਿਧਾਨ ਸਭਾ ਦੀਆਂ ਹੋਈਆਂ, ਤੇ ਫਿਰ ਤੇ ਹੋ ਸਕਦਾ ਵੀ ਇੱਕ ਅੱਧੇ ਹਲਕੇ ਦਾ ਰੌਲਾ ਪਵੇ ਜੀ। ਤੇ ਜੇ MP ਚੋਣਾਂ ਦੀ ਆਪਾਂ ਗੱਲ ਚਲਾ ਲੈਂਦੇ ਹਾਂ, ਤੇ ਫਿਰ ਆਪਾਂ ਹਿਸਾਬ ਲਈ ਵੀ 18 ਵਿਧਾਨ ਸਭਾ ਚੋਣਾਂ ਬਣਦੀਆਂ ਪੂਰੀਆਂ, ਹੈ ਨਾ। ਹੁਣ 18 ਹਲਕਿਆਂ ਦੇ ਵਿੱਚ ਤੁਸੀਂ ਗਾਂ ਲਾ ਲਓ ਵੀ ਫਿਰ 5-5 ਲੀਡਰ ਤੇ ਹਰੇਕ 'ਚ ਹੁੰਦੇ ਆ ਜੀ। ਉਹ ਇਹਦੀ ਗਿਣਤੀ ਵੱਧ ਗਈ, ਇਹਦਾ ਵੱਡਾ ਹੋ ਗਿਆ ਕੰਮ। ਮੈਂ ਚੇਤਾ ਤਾਂ ਨਹੀਂ ਕਰਾਤਾ ਕਿਤੇ, ਹੋ ਸਕਦਾ ਸਵੇਰ ਨੂੰ ਧਮਕੜੇ ਹੁਣ ਚਲੋ ਚੰਡੀਗੜ੍ਹ ਨੂੰ ਯਾਰ, ਦਰੀ ਆਪੋ ਆਪਣੀਆਂ ਦਰੀ ਲੈ ਲਓ, ਭਾਵੇਂ ਛੋਟੀ ਲੈ ਲਓ। ਚਲੀ ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਇੱਕ ਤੇ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਯਾਦ ਨਾ ਕਿਸੇ ਵੇਲੇ ਭੁੱਲ ਜਾਂਦੇ ਹੋ, ਅੱਗੇ ਸ਼ੇਅਰ ਕਰਦਿਆ ਕਰੋ। ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।